ਕਰੋ। ਹਾਂਜੀ ਸੰਗਤ ਜੀ, ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸੰਗਤ ਜੀ, ਆਪਾਂ ਸਾਰੀ ਵਾਰ ਦੀਆਂ ਪੌੜੀਆਂ ਕਰ ਰਹੇ ਹਾਂ ਤੇ 8ਵੀਂ 9ਵੀਂ ਪੌੜੀ ਆਪਾਂ ਕੀਤੀ ਆ। ਉਹਦੇ ਵਿੱਚ ਨਾਮ ਨੂੰ ਮਨ ਦੇ ਵਸਾਉਣ ਨਾਲ ਹੀ ਸਾਰੀ ਪ੍ਰਾਪਤੀ ਦੱਸਿਆ ਹੈਗਾ। ਉਸ ਤੋਂ ਬਿਨਾਂ ਬਾਕੀ ਜੋ ਪਹਿਲਾਂ ਮਹੱਲਿਆਂ ਸ਼ਲੋਕਾਂ ਵਿੱਚ ਉਹ ਸੀਗੇ ਸਾਰੇ ਕਰਮਕਾਂਡ ਸੀ। ਇਸੇ ਤਰ੍ਹਾਂ ਹੀ ਹੁਣ ਆਪਾਂ ਅੱਜ ਅੱਗੇ ਚੱਲਾਂਗੇ, 10ਵੀਂ ਪੌੜੀ ਦੀ ਵਿਚਾਰ ਕਰਾਂਗੇ। ਉਸ ਤੋਂ ਪਹਿਲਾਂ 2 ਸ਼ਲੋਕ ਹੈਗੇ ਆ ਮਹੱਲੇ ਪਹਿਲੇ ਦੇ। ਉਹਦੇ ਵਿੱਚ ਵੀ ਗੁਰੂ ਜੀ ਨੇ ਆ ਜੋ ਕਰਮਕਾਂਡ ਹੈਗੇ ਉਹਨਾਂ ਨੂੰ ਨਾਲ ਲੈ ਕੇ ਚੱਲਿਆ ਹੈਗਾ ਵੀ ਸਾਰੀ ਦੁਨੀਆ ਕਰਮਕਾਂਡ ਕਰਦੀ ਆ, ਪਰ ਪ੍ਰਾਪਤੀ ਇਹਦੇ ਨਾਲ ਨਹੀਂ ਹੋਣੀ। ਪ੍ਰਾਪਤੀ ਉਹਨਾਂ ਨੇ ਫਿਰ ਪੌੜੀ ਵਿੱਚ ਦੱਸੀ ਹੈਗੀ ਹੈ। ਸੋ ਆਪਾਂ ਪਹਿਲਾ ਸ਼ਲੋਕ ਲੈਣੇ ਆ ਜੀ। ਸ਼ਲੋਕ ਮਹੱਲਾ ਪਹਿਲਾ। ਪੁਰੀਆਂ ਖੰਡਾਂ ਸਿਰ ਕਰੇ, ਇੱਕ ਪੈਰ ਧਿਆਏ। ਯਾਨੀ ਕਿ ਉਹ ਸਾਰੇ ਖੰਡ ਬ੍ਰਹਿਮੰਡ ਪੁਰੀਆਂ ਲੋਕ ਸਾਰੇ ਅਗਰ ਉਹ ਜਿੱਤ ਲਵੇ ਤੇ ਦੂਸਰਾ ਉਹ ਇੱਕ ਪੈਰ ਤੇ ਭਗਤੀ ਕਰੇ। ਕਿਉਂਕਿ ਬਹੁਤ ਸਾਰੇ ਮਤਲਬ ਪੁਰਾਣੇ ਬਾਬੇ ਜਾਂ ਕਹਿ ਲਓ, ਉਹ ਕਹਿੰਦੇ ਜੀ ਉਹ ਇੱਕ ਲੱਤ ਤੇ ਭਗਤੀ ਕਰਦੇ ਆ, ਆਪਦੇ ਬਾਲਾਂ ਨੂੰ ਉੱਪਰ ਬੰਨ੍ਹ ਲੈਂਦੇ ਆ ਕਿ ਕਦੇ ਨੀਂਦ ਨਾ ਹੋ ਜਾਵੇ। ਪਰ ਗੁਰੂ ਜੀ ਗਿਆਨ ਕਹਿੰਦੇ ਅਗਰ ਇਸ ਤਰ੍ਹਾਂ ਵੀ ਕੀਤਾ ਜਾਵੇ, ਪੌਣ ਮਾਰ ਮਨ ਜਪ ਕਰੇ, ਸਿਰ ਮੁੰਡੀ ਤਲੇ ਦੀ। ਹੋਰ ਕਿਹੜੇ ਕਿਹੜੇ ਕਰਮਕਾਂਡ ਦੱਸ ਰਹੇ ਆ ਕਿ ਪੌਣ ਮਾਰ ਮਤਲਬ ਕਿ ਪੌਣ ਨੂੰ ਮਾਰ ਕੇ, ਯਾਨੀ ਜਿਵੇਂ ਜੋਗੀ ਕਰਦੇ ਹੁੰਦੇ ਆ ਕਿ ਪੌਣ ਨੂੰ ਉੱਪਰ, ਸਾਹ ਨੂੰ ਉੱਪਰ ਚੜਾ ਕੇ ਅਗਰ ਉਹ ਜਪ ਕਰਦੇ ਆ। ਤੇ ਦੂਸਰਾ ਇਸ ਤਰ੍ਹਾਂ ਦੇ ਅਗਰ ਉਹ ਕਹਿੰਦੇ ਸਿਰ ਮੁੰਡੀ ਤਲੇ ਦੇ, ਅਗਰ ਸਿਰ ਥੱਲੇ ਕਰਕੇ ਲੱਤਾਂ ਉੱਪਰ ਕਰਕੇ ਭਗਤੀ ਕਰੇ ਵੀ। ਇਸ ਤਰ੍ਹਾਂ ਵੀ ਸੁਣਿਆ ਹੈ ਕਿ ਪੁਰਾਣੇ ਬਾਬੇ ਕਈ ਇਸ ਤਰ੍ਹਾਂ ਕਰਦੇ ਹੁੰਦੇ ਸੀ। ਹੋਰ ਕੀ ਕਰੇ, ਕਿਸ ਉੱਪਰ ਉਹ ਟਿਕ ਟਿਕੇ, ਕਿਸ ਨੂੰ ਜ਼ੋਰ ਕਰੇ। ਟਿਕ ਟਿਕੇ ਮਤਲਬ ਉਹਦੀ ਟੇਕ ਕਿਹਦੇ ਉੱਤੇ ਆ, ਉਹਨਾਂ ਦੀ ਸਰਦਾ ਕਿਹਦੇ ਉੱਤੇ ਆ। ਕਿਉਂਕਿ ਇਹ ਕੈਟੇਗਰੀ ਨਾਮ ਤਾਂ ਜਪਦੀ ਨਹੀਂ ਹੈਗੀ, ਨਾ ਗੁਰੂ ਗ੍ਰੰਥ ਸਾਹਿਬ ਦੇ ਗਿਆਨ ਅਨੁਸਾਰ ਕਰਦੇ ਆ ਵੀ ਹੋਰ ਉਹ ਕਿਹਦੀ ਹੋਰ ਕਿਸੇ ਦੀ ਵੀ ਟੇਕ ਟਿਕ ਲੈਣ ਗੁਰੂ ਤੋਂ ਬਿਨਾਂ, ਕਿਸ ਨੂੰ ਜ਼ੋਰ ਕਰੇ। ਹੋਰ ਜਿੰਨਾ ਮਰਜ਼ੀ ਉਹ ਜ਼ੋਰ ਲਗਾ ਲੈ, ਕਿਸੇ ਉੱਪਰ ਵੀ ਉਹ ਵਿਸ਼ਵਾਸ ਕਰ ਲੈ। ਕਿਸ ਨੂੰ ਕਹੀਆ ਨਾਨਕਾ, ਕਿਸ ਨੂੰ ਕਰਤਾ ਦੇ। ਪਰ ਫਿਰ ਉਪਦੇਸ਼ ਬਾਣੀ ਦੱਸ ਰਹੀ ਆ ਵੀ ਇਹਦੇ ਵਿੱਚ ਤੁਸੀਂ ਕਿਸੇ ਨੂੰ ਕੀ ਕਹਿ ਸਕਦੇ ਹੋ। ਇਹਦੇ ਚ ਕਿਸੇ ਦਾ ਦੋਸ਼ ਤਾਂ ਹੈ ਨਹੀਂ। ਜਿਸ ਨੂੰ ਆਪ ਖੁਆਏ ਕਰਦਾ ਖਿੱਚ ਲਏ ਚੰਗਿਆਈਆਂ। ਇਹ ਵੀ ਉਹਨਾਂ ਦੇ ਹੁਕਮ ਦੇ ਵਿੱਚ ਹੀ ਹੋ ਰਿਹਾ ਵੈਸੇ ਤਾਂ, ਕਿਉਂਕਿ ਪਰ ਇਹ ਜੋ ਦੂਸਰਾ ਰਸਤਾ ਪ੍ਰਮਾਤਮਾ ਨੇ ਬਣਾਇਆ ਹੈ ਦੂਜੇ ਭਾਵ ਦਾ, ਉਹਦੇ ਵਿੱਚ ਵਿਚਰ ਰਹੇ ਆ। ਤੋ ਇਹਦੇ ਵਿੱਚ ਕੋਈ ਕਹਿ ਨਹੀਂ ਸਕਦਾ ਕਿ ਕਿਉਂ ਕਰ ਰਹੇ ਆ ਉਹ, ਪਰ ਉਹ ਵੀ ਇੱਕ ਪ੍ਰਮਾਤਮਾ ਦਾ ਰਸਤਾ, ਪਰ ਉਹ ਦੂਜੇ ਭਾਵ ਵਾਲਾ ਰਸਤਾ ਗਾ। ਉਹ ਕਿਸੇ ਨੂੰ ਕੁਝ ਕਹਿ ਨਹੀਂ ਸਕਦੇ, ਬਸ ਉਹ ਵੀ ਇੱਕ ਪ੍ਰਮਾਤਮਾ ਦੇ ਹੁਕਮ ਦੇ ਵਿੱਚ ਹੀ ਕਰ ਰਹੇ ਆ। ਹੁਕਮ ਰਾਏ ਆਪਣੇ ਮੂਰਖਾ ਬਣਾਏ। ਉਹ ਇਸ ਤਰ੍ਹਾਂ ਦੇ ਜਿਹੜੇ ਪਖੰਡੀ ਕਰਦੇ ਆ, ਕਰਮਕਾਂਡ ਕਰਦੇ ਆ, ਉਹ ਸਾਰੇ ਹੁਕਮ ਰਾਏ ਆਪਣੇ, ਉਹ ਪ੍ਰਮਾਤਮਾ ਦਾ ਹੁਕਮ ਨਹੀਂ ਮੰਨਦੇ ਕਿ ਪ੍ਰਮਾਤਮਾ ਕੀ ਕਹਿ ਰਿਹਾ, ਗਿਆਨ ਕੀ ਕਹਿ ਰਿਹਾ। ਉਹ ਆਪਣੇ ਹੁਕਮ ਵਿੱਚ ਹੀ ਰਹਿੰਦੇ ਆ ਕਿ ਮੈਂ ਆਪਣਾ ਜੋ ਮੈਨੂੰ ਚੰਗਾ ਲੱਗਦਾ ਜਾਂ ਜੋ ਮੇਰੇ ਮਨ ਨੂੰ ਚੰਗਾ ਲੱਗਦਾ ਗਾ ਉਹਦੇ ਅਨੁਸਾਰ ਹੀ ਹੋਣਾ ਚਾਹੀਦਾ ਗਾ। ਉਹ ਅੱਜ ਕੱਲ੍ਹ ਵੀ ਦੁਨੀਆ ਸਾਰੀ ਆਪਦੇ ਮਨ ਨਾਲ ਹੀ ਕਹਿੰਦੇ ਆ। ਅਗਲਾ ਕਹਿੰਦਾ ਵੀ ਮੇਰਾ ਤਾਂ ਨਹੀਂ ਮਨ ਮੰਨਦਾ ਇਸ ਗੱਲ ਨੂੰ, ਇਸ ਗਿਆਨ ਨੂੰ ਮੇਰਾ ਤਾਂ ਨਹੀਂ ਮਨ ਮੰਨਦਾ। ਉਹ ਮੰਨਦੇ ਹੀ ਜਿੰਨਾ ਚਿਰ ਉਹ ਉਹਦਾ ਗਿਆਨ ਲੈ ਕੇ ਗਿਆਨ ਅਪਣਾਉਂਦੇ, ਭਗਤੀ ਨਹੀਂ ਕਰਦੇ। ਕਿਉਂਕਿ ਜੋ ਹੁਣ ਤਾਂ ਉਹ ਦੂਜੇ ਭਾਅ ਦੇ ਵਿੱਚੋਂ ਜਾਣਦੇ, ਨੌਲੇਜ ਹੀ ਉਹਨਾਂ ਦਾ ਦੂਜੇ ਭਾਅ ਦਾ। ਤੇ ਦੂਜੇ ਭਾਅ ਦੇ ਵਿੱਚੋਂ ਕਹਿੰਦੇ ਇਹੀ ਹੁਕਮ ਆ, ਅਸੀਂ ਤਾਂ ਐਵੇਂ ਹੀ ਕਰਾਂਗੇ, ਸਾਨੂੰ ਇਸ ਤਰ੍ਹਾਂ ਹੀ ਦੱਸਿਆ ਗਿਆ ਹੈ। ਮੂਰਖ ਆਪ ਗਨੇ, ਤੋ ਆਪਣੇ ਆਪ ਨੂੰ ਹੀ ਗਨਾਉਂਦੇ ਆ ਕਿ ਨਹੀਂ ਹੈ ਸਾਰਾ ਕੁਛ। ਤੋ ਬਾਣੀ ਇਸ ਤਰ੍ਹਾਂ ਦੀ ਕੈਟੇਗਰੀ ਨੂੰ ਲੋਕਾਂ ਨੂੰ ਮੂਰਖ ਕਹਿੰਦੇ ਆ ਵੀ ਉਹ ਆਪਦੇ ਮੂੰਹ ਦੇ ਪਿੱਛੇ, ਆਪਦੇ ਮਨ ਦੇ ਪਿੱਛੇ ਚੱਲਦੇ ਆ। ਉਹ ਗਿਆਨ ਦੇ ਪਿੱਛੇ ਨਹੀਂ ਚੱਲਦੇ। ਜੋ ਉਹਨਾਂ ਨੂੰ ਚੰਗਾ ਲੱਗਦਾ ਹੈਗਾ ਉਹ ਕਰਦੇ ਆ। ਤੋ ਇਹ ਕਰਮਕਾਂਡ ਦੱਸਿਆ ਗਾ ਗੁਰੂ ਜੀ ਨੇ ਵੀ ਇਹਦੀ ਪ੍ਰਾਪਤੀ ਕੋਈ ਨਹੀਂ ਹੈ, ਪ੍ਰਾਪਤੀ ਉਹ ਪੌੜੀ ਦੇ ਵਿੱਚ ਕਰਨਗੇ। ਤੋ ਇਹ ਆਪਾਂ ਹੁਣ ਇਹਦੀ ਤੁਕ ਵਾਈਜ਼ ਗੁਰਕੀ
ਜਿਹਾ ਵਿਚਾਰ ਕਰਨਗੇ। ਤੇ ਆਪਾਂ ਹੁਣ ਗੁਰਕੀ ਸਾਹਿਬ ਕੁਛ ਕਹਿਣਾ ਜੀ? ਤੁਸੀਂ ਸ਼ੁਰੂ ਕਰੀਏ ਜੀ ਪਹਿਲੀ ਲਾਈਨ। ਹਾਂ ਸ਼ੁਰੂ ਕਰੋ ਜੀ, ਸ਼ੁਰੂ ਕਰੋ ਜੀ। ਹਾਂਜੀ ਅੱਜ ਦੀ ਹਾਂਜੀ ਅੱਜ ਕਰੋ, ਸ਼ੁਰੂ ਕਰੋ ਜੀ ਨਾਲ ਹੀ। ਹਾਂਜੀ ਸੰਗਤ ਜੀ, ਕਰ ਦੋ। ਮਹੱਲੇ ਪਹਿਲੇ ਦਾ ਹੀ ਸ਼ਲੋਕ ਹੈਗਾ ਜੀ, ਪੁਰੀਆਂ ਖੰਡਾਂ ਸਿਰ ਕਰੇ। ਕਿ ਮਤਲਬ ਜਿੰਨੇ ਵੀ ਖੰਡ ਹੈਗੇ ਆ, 9 ਖੰਡ, ਜਿਵੇਂ 9 ਖੰਡ ਪਿਰਥਵੀ ਫਿਰੇ ਚਿਰ ਜੀਵੇ, 9 ਖੰਡਾਂ ਦੇ ਵਿੱਚ ਹੀ ਉਹ ਯਾਤਰਾ ਕਰ ਲਵੇ। ਪੁਰੀਆਂ ਹੋਰ ਜਿੰਨੀਆਂ ਪੁਰੀਆਂ ਲੋਆਂ, ਹਾਲਾਂਕਿ ਉਹ ਪੋਸੀਬਲ ਨਹੀਂ ਹੈ ਕਿਸੇ ਵੀ ਬੰਦੇ ਵਾਸਤੇ, ਲੇਕਿਨ ਉਹ ਕਹਿੰਦੇ, ਗੁਰੂ ਜੀ ਕਹਿ ਰਹੇ ਵੀ ਜੇ ਉਹ ਕਰ ਵੀ ਲਵੇ ਸਾਰੇ, ਇੱਕ ਇਹ ਕਰਮਕਾਂਡ ਕਰੇ, ਇੱਕ ਹੋਰ ਤਰ੍ਹਾਂ ਦੇ, ਜੇ ਉਹ ਇੱਕ ਪੈਰ ਦੇ ਉੱਤੇ ਹੀ ਭਗਤੀ ਕਰੇ, ਇੱਕ ਪੈਰ ਤੇ ਖੜ ਕੇ ਵਾਲ ਉੱਪਰ ਬੰਨ ਲਵੇ ਰੱਸੀ ਨਾਲ, ਤੇ ਵੀ ਮੈਨੂੰ ਨੀਂਦ ਨਾ ਆ ਜਾਵੇ, ਅਗਰ ਉਹ ਇਸ ਤਰ੍ਹਾਂ ਵੀ ਅਣਮਿੱਥੇ ਸਮੇਂ ਵਾਸਤੇ ਹੋਰ ਭਗਤੀ ਕਰਦਾ ਹੈਗਾ। ਇਹ ਦੋ ਉਹਨਾਂ ਨੇ ਗੁਰੂ ਜੀ ਨੇ ਪਖੰਡ ਦੱਸੇ ਆ ਪਹਿਲੀ ਤੁਕ ਦੇ ਵਿੱਚ, ਵੀ ਇਸ ਤਰ੍ਹਾਂ ਵੀ ਜੇ ਕਰੇ ਵੀ ਕੋਈ ਪ੍ਰਾਪਤੀ ਨਹੀਂ ਹੋਣੀ। ਹਾਂਜੀ ਗੁਰਕੀ ਸਾਹਿਬ। ਠੀਕ ਹੈ ਜੀ, ਠੀਕ ਹੈ। ਹਾਂਜੀ ਬਿਲਕੁਲ। ਇਹ ਤੇ ਸਾਧ ਸੰਗਤ ਜੀ ਬਾਣੀ ਪਤਾ ਕੀ ਆਪਾਂ ਨੂੰ ਸਮਝਾ ਰਹੀ ਆ ਕਿ ਕਈ ਇਨਸਾਨ ਜਿਹੜੇ ਹੁੰਦੇ ਨਾ, ਔਰ ਤੁਸੀਂ ਵੇਖਿਆ ਹੋਣਾ ਨਾ ਕਿ ਗ੍ਰੰਥਾਂ ਦੇ ਵਿੱਚ ਵੈਸੇ ਜ਼ਿਕਰ ਕੀਤਾ ਗਿਆ ਵਾ ਕਿ ਹੁਕਮ ਸਰੀਰ ਜਿਹੜਾ ਨਾ ਉਹ ਟਰੈਵਲ ਕਰਦਾ ਕਰ ਸਕਦੇ ਆ, ਜਿੱਦਾਂ ਆਪਾਂ ਆਪਣਾ ਸੁਖਮ ਸਰੀਰ ਨੂੰ ਕਿਤੇ ਲੈ ਕੇ ਜਾ ਸਕਦੇ ਹਾਂ। ਹਾਂਜੀ ਉਹਦੇ ਵਿੱਚ ਜਿੱਦਾਂ ਆਪਾਂ ਨਾ ਜਿੱਦਾਂ ਪ੍ਰਕਾਸ਼ ਦੀ ਗਤੀ ਨਾਲ ਆਪਾਂ ਜਾ ਸਕਦੇ ਹਾਂ, ਉਸ ਤੋਂ ਵੀ ਫਾਸਟ ਜਾ ਸਕਦੇ ਹਾਂ। ਔਰ ਇਹਦਾ ਪ੍ਰਮਾਣ ਵੀ ਹੈਗਾ ਇਤਿਹਾਸ ਦੇ ਵਿੱਚ, ਗ੍ਰੰਥ ਪੜ੍ਹੇ ਜਾਣ ਨਾ, ਇਹ ਰਿੱਧੀਆਂ ਸਿੱਧੀਆਂ ਜਿਹੜੀਆਂ ਵਗੈਰਾ ਹੁੰਦੀਆਂ ਨੇ ਇਸੇ ਕੈਟਾਗਰੀ 'ਚ ਹੀ ਆਉਂਦੀਆਂ ਨੇ। ਉਹ 8 ਕਿਸਮ ਦੀਆਂ ਹੈਗੀਆਂ ਨੇ। ਆਪਣੇ ਸਰੀਰ ਦਾ ਆਕਾਰ ਛੋਟਾ ਕਰ ਲੈਣਾ, ਹਵਾ 'ਚ ਟਰੈਵਲ ਕਰਨਾ, ਪਾਣੀ ਤੇ ਤੁਰਨਾ, ਇਹ ਵਗੈਰਾ ਗੱਲਾਂ ਤੁਸੀਂ ਸੁਣੀਆਂ ਹੋਣਗੀਆਂ। ਇਹ ਉਸ ਹੀ ਆ ਰਹੀਆਂ ਨੇ। ਕਹਿਣ ਤੋਂ ਭਾਵ ਹੈ ਕਿ ਇਹ ਸਿੱਧੀਆਂ ਦੀ ਗੱਲ ਕਰਦੇ ਨੇ ਕਿ ਜਦੋਂ ਕੋਈ ਬੰਦਾ ਇਹ ਸਿੱਧੀ ਪ੍ਰਾਪਤ ਕਰ ਲਏ, ਜਿੱਦਾਂ ਮੈਂ ਇੱਕ ਕਦਮ ਚੁੱਕਾਂ, ਇੰਨਾ ਸੌਖਾ ਮੇਰੇ ਲਈ ਆ ਕਿ ਦੂਜੇ ਗ੍ਰਹਿਾਂ ਤੇ ਜਾਣਾ। ਕਹਿਣ ਤੋਂ ਭਾਵ ਕਿ ਇੱਕ ਕਦਮ ਤੁਰਨਾ ਕਹਿਣ ਤੋਂ ਬਾਅਦ ਬਹੁਤ ਆਸਾਨ ਕੰਮ, ਤੇ ਇੰਨਾ ਆਸਾਨ ਹੋਵੇ ਉਸ ਇਨਸਾਨ ਦੇ ਲਈ ਕਿਸੇ ਵੀ ਗ੍ਰਹਿ ਤੇ ਜਾਣਾ ਜਾਂ ਬ੍ਰਹਿਮੰਡ ਦੀ ਯਾਤਰਾ ਕਰਨੀ ਉਸ ਬੰਦੇ ਲਈ ਇੰਨੀ ਆਸਾਨ ਹੋਵੇ। ਐਸਾ ਬੰਦਾ ਉਹ ਸ਼ਕਤੀ ਵਾਲਾ ਹੋਵੇ, ਕਹਿਣ ਤੋਂ ਭਾਵ ਕਿ ਬੰਦੇ ਕੋਲ ਮਤਲਬ ਇੰਨੀ ਪਾਵਰ ਹੋਵੇ। ਤੇ ਉਹਦੇ ਬਾਰੇ ਸਮਝਾ ਰਹੇ ਨੇ। ਤੇ ਫਿਰ ਉਹ ਕਹਿੰਦੇ ਕਿ ਅਗਲੇ ਬੰਦੇ ਕਿਹਾ ਪੌਣ ਮਾਰ ਮਨ ਜਪ ਕਰੇ ਤੇਰੇ ਮੁੰਡੀ ਥੱਲੇ ਦੇਈ। ਹੁਣ ਤੁਸੀਂ ਵੇਖਿਆ ਨਾ ਕਿ ਮੁੰਡੀ ਦਾ ਮਤਲਬ ਹੁੰਦਾ ਕਿ ਮੁੱਦੇ ਨਹੀਂ ਹੋ ਜਾਂਦੇ, ਲੋਕ ਮੁੱਦੇ ਹੋ ਕੇ ਵੀ ਕਈ ਜਪ ਕਰਦੇ, ਕਈ ਵਾਲ ਬੰਨ ਲੈਂਦੇ ਆ। ਉਸ ਨੂੰ ਪਤਾ ਕੀ ਹੁੰਦਾ ਕਿ ਇਹ ਅਸਲ ਦੇ ਵਿੱਚ ਨਾ ਬੜੀ ਕਿਸਮ ਦੇ ਲੋਕ ਹੈ ਨੇ ਸੰਸਾਰ ਤੇ, ਔਰ ਆਪ ਜੀ ਨੇ ਦੇਖੇ ਵੀ ਹੋਣਗੇ। ਕਈ ਲੋਕ ਭੁੱਖੇ ਰਹਿੰਦੇ ਨੇ, ਕਈ ਲੋਕ ਮਤਲਬ ਸਵਾਹ ਮਲੀ ਫਿਰਦੇ ਨੇ, ਕਈ ਲੋਕ ਭੁੰਜੇ ਸੌਂਦੇ ਨੇ। ਔਰ ਇਸ ਤਰ੍ਹਾਂ ਦਾ ਗਿਆਨ ਸੰਸਾਰ ਤੇ ਬਹੁਤ ਫੈਲਿਆ ਹੋਇਆ ਹੈ, ਅੱਜ ਦਾ ਨਹੀਂ, ਬੜੇ ਜਨਮਾਂ ਤੋਂ। ਤੇ ਇਹ ਵੀ ਕਾਈਂਡ ਆਫ ਮਾਇਆ ਦਾ ਇਹ ਵੀ ਇੱਕ ਪ੍ਰਪੰਚ ਹੈਗਾ, ਬੜੀ ਕਿਸਮ ਦਾ ਗਿਆਨ ਹੈਗਾ। ਜ਼ਰੂਰੀ ਨਹੀਂ ਹੈ ਕਿ ਪਰਮਾਤਮਾ ਮਨਾ ਤਾਂ ਨਹੀਂ ਕਰ ਰਿਹਾ, ਪਰ ਗਿਆਨ ਅਵੇਲੇਬਲ ਹੈਗਾ। ਹੁਣ ਤੁਸੀਂ ਵੇਖੋ, ਤੁਹਾਨੂੰ ਕਿਸੇ ਚੀਜ਼ ਦੀ ਕਮੀ ਹੈ, ਤੁਸੀਂ ਜਿੱਥੇ ਮਰਜ਼ੀ ਚੱਲ ਜਾਓ। ਆਪ ਜੀ ਨੂੰ ਅੰਡਰਸਟੈਂਡ ਕਰੋ ਸੰਗਤ ਜੀ, ਤੁਸੀਂ ਸਾਰੀ ਸੰਗਤ ਜੀ, ਤੁਹਾਨੂੰ ਕੋਈ ਜ਼ਬਰਦਸਤੀ ਥੋੜੀ ਆਤਮ ਗਿਆਨ ਕਰਾ ਸਕਦੇ ਆ ਆਪਾਂ। ਤੁਸੀਂ ਜਿੱਥੇ ਮਰਜ਼ੀ ਚੱਲ ਜਾਓ, ਕਿਸੇ ਵੀ ਡੇਰੇ ਕੋਲ ਜਾ ਕੇ ਉੱਥੇ ਨਾਮਦਾਨ ਲੈ ਆਓ, ਤੇ ਉਹ ਵੀ ਤੇ ਇਹੋ ਕੁਛ ਹੀ ਹੈ। ਗਿਆਨ ਤੁਹਾਨੂੰ ਪ੍ਰਾਪਤ ਨਹੀਂ ਹੋਣਾ ਉਹਦੇ ਨਾਲ, ਕਿਉਂਕਿ ਇਹ ਸਭ ਜਿਹੜੇ ਨੇ ਇਹ ਫੋਕਟ ਕਰਮ ਨੇ। ਇਹ ਲੋਕ ਉਹ ਹੈਗੇ ਨੇ ਜਿਹੜੇ ਪਰਮੇਸ਼ਰ ਤੋਂ ਘਰੋਂ ਕੱਢੇ ਹੋਏ ਨੇ। ਇਹਨਾਂ ਨੇ ਕੀਤਾ ਕਿ ਇਹ ਪ੍ਰਮਾਤਮਾ ਦੇ ਘਰ ਵੱਲ ਪਿੱਛਾ ਕਰ ਲਿਆ, ਔਰ ਇੱਕ ਐਸਾ ਇਹਨਾਂ ਨੇ ਰੋਟੀਆਂ ਦਾ ਖਾਣ ਦਾ ਸਾਧਨ ਬਣਾ ਲਿਆ ਹੈ। ਔਰ ਬੰਦੇ ਨੂੰ ਗਿਆਨ ਕਰਾ ਰਹੇ ਨੇ। ਗਿਆਨ ਦਾ ਕੋਈ ਕਨੈਕਸ਼ਨ ਹੀ ਨਹੀਂ ਇਹਨਾਂ ਨੂੰ, ਪਤਾ ਹੀ ਨਹੀਂ। ਜਦੋਂ ਖੁਦ ਬੰਦਾ ਹਨੇਰੇ 'ਚ ਬੈਠਾ ਕੀ ਗਿਆਨ ਕਰਾਊਗਾ। ਇਹ ਲੋਕ ਵੀ ਹੁਣ ਆ ਵੇਖੋ, ਹੁਣ ਆ ਇੱਥੇ ਲਿਖਿਆ ਪੌਣ ਮਾਰ ਮਨ ਜਪ ਕਰੇ। ਠੀਕ ਹੈ, ਹੁਣ ਪੌਣ ਮਾਰ ਮਤਲਬ ਕਈ ਲੋਕ ਸਾਹ ਰੋਕ ਲੈਂਦੇ ਨੇ। ਵੇਖ, ਤੁਸੀਂ ਯੋਗਾ ਅਭਿਆਸ ਕਰੋਗੇ ਨਾ, ਤੁਸੀਂ ਸਾਹ ਰੋਕ ਸਕਦੇ ਹੋ ਆਪਣਾ, ਤੁਸੀਂ ਥੋੜਾ ਸਟੈਮ ਬਤਾਓਗੇ। ਤੇ ਬਾਅਦ ਦੇ ਵਿੱਚ ਵੈਸੇ ਵੀ ਤੁਸੀਂ ਵੇਖੋ ਨਾ, ਤੁਹਾਡਾ ਨਹੀਂ ਸਾਹ ਦੇ 'ਚ ਕਈ ਵਾਰੀ ਸਾਹ ਬੰਦ ਹੋ ਜਾਂਦੇ ਆ, ਵੈਸੇ ਆਮ ਹੀ ਬੰਦ ਹੋ ਜਾਂਦੇ ਆ ਬੰਦੇ ਦੇ। ਸਾਧਕ ਕੋਈ ਵੀ ਹੈਗਾ ਨਾ, ਜਦੋਂ ਤੁਹਾਡੀ ਸੁਰਤੀ ਕਾਫੀ ਇਕਾਗਰ ਹੋਈ ਨਾ, ਤੁਹਾਡੇ ਵੀ ਸਵਾਸ ਆਪਣੇ ਆਪ ਹੀ ਬੰਦ ਹੋ ਜਾਣੇ, ਔਰ ਤੁਹਾਡੇ ਸਵਾਸ ਬਿਲਕੁਲ ਨਾਭੀ 'ਚ ਚੱਲਣੇ ਆ, ਬਹੁਤ ਹੌਲੀ ਹੌਲੀ। ਤੁਸੀਂ ਆਪ ਅਨੁਭਵ ਕਰ ਰਹੇ ਹੋ ਉਸ ਅਵਸਥਾ। ਤੇ ਫਿਰ ਉਹ ਕਹਿੰਦੇ ਆ ਕਿ ਅਗਲੀ ਹੁਣ ਤੋਂ ਬੋਲੋ ਜੀ। ਕਿਸ ਉੱਪਰ ਉਹ ਟਿਕ ਟਿਕੀ, ਕਿਸ ਨੂੰ ਜ਼ੋਰ ਕਰੇ, ਵੀ ਉਹਨਾਂ ਦਾ ਕਿਹਦੇ ਉੱਤੇ ਟਿਕਾ, ਕਿਹਦੇ ਉੱਤੇ ਸਰਦਾ ਉਹਦੀ, ਤੇ ਕਿਹਦੇ ਜ਼ੋਰ ਨਾਲ ਉਹ ਕਰਦੇ ਆ। ਮਤਲਬ ਉਹਨਾਂ ਦੀ ਕਿਹੜਾ ਗੁਰੂ ਹੈਗਾ ਜਾਂ ਭਗਤ ਆ ਜਾਂ ਜੋਗੀ ਆ, ਉਹਨਾਂ ਦਾ ਕੌਣ ਹੈਗਾ, ਕਿਹਦੇ
ਸਾਰਾ ਕੁਝ ਕਰਦੇ ਆ ਜਾਂ ਕਿਹਦੇ ਗਿਆਨ ਅਨੁਸਾਰ ਉਹ ਇਹ ਸਾਰਾ ਕੁਝ ਕਰਦੇ ਆ। ਹਾਂਜੀ, ਇਹਦੇ ਚ ਸਾਧ ਸੰਗਤ ਜੀ ਦੇਖੋ ਪਤਾ ਕੀ ਹੁੰਦਾ ਵਾ, ਆਪ ਇੱਕ ਚੀਜ਼ ਨੂੰ ਅੰਡਰਸਟੈਂਡ ਕਰੀਏ। ਜਿਹੜਾ ਧਰਮ ਹੈ ਨਾ, ਧਰਮ ਬਹੁਤ ਸਿੰਪਲ ਹੈ। ਪਰਮਾਤਮਾ ਕੋਈ ਉਲਝਣ ਨਹੀਂ, ਕੋਈ ਮਤਲਬ ਏਦਾਂ ਦੀ ਗੱਲਬਾਤ ਨਹੀਂ ਹੈਗੀ। ਇਹ ਕੰਮ ਔਖਾ ਨਹੀਂ ਹੈਗਾ ਜਿੰਨਾ ਲੋਕਾਂ ਨੇ ਬਣਾਤਾ ਹੈ। ਪਰਮਾਤਮਾ ਦੇ ਘਰ ਜਾਣਾ ਇੰਨਾ ਸਰਲ ਆ, ਇੰਨਾ ਸਰਲ ਆ। ਬਾਣੀ ਚ ਲਿਖਿਆ ਗੁਰਮੁਖ ਹੋਵੇ ਤੇ ਕਾਇਆ ਖੋਜੇ, ਇੰਨੀ ਗੱਲ ਤੇ ਹੈਗੀ। ਹੋਰ ਸਭ ਭਰਮ ਭੁਲਾਈ। ਇੱਕ ਆਪ ਇੱਕ ਛੋਟੀ ਜਿਹੀ ਲਾਈਨ ਦੇ ਵਿੱਚ ਕਿੰਨਾ ਵੱਡਾ ਗਿਆਨ ਕਰਾਇਆ ਉਹਨਾਂ ਨੇ। ਕਹਿੰਦੇ ਗੁਰਮੁਖ ਹੋਵੇ ਤੇ ਕਾਇਆ ਖੋਜੇ, ਹੋਰ ਸਭ ਭਰਮ ਭੁਲਾਈ। ਬਾਕੀ ਕਾਇਆ ਖੋਜੇ, ਕਾਇਆ ਦਾ ਖੋਜਣਾ ਤੇ ਕਾਇਆ ਚ ਕੀ ਹੈਗਾ। ਹੁਣ ਕਾਇਆ ਦੇ ਵਿੱਚ ਸਭ ਤੋਂ ਪਹਿਲਾਂ ਅੰਡਰਸਟੈਂਡ ਕਰੀਏ, ਕਾਇਆ ਚ ਸਾਡੀਆਂ ਹੈਗੀਆਂ 5 ਗਿਆਨ ਇੰਦਰੀਆਂ ਤੇ 5 ਹੈਗੀਆਂ ਕਰਮ ਇੰਦਰੀਆਂ। ਠੀਕ ਹੈ, ਇਹ ਤੇ ਪਰਮਾਤਮਾ ਨਹੀਂ ਨਾ ਹੈਗਾ, ਆਪ ਸਮਝਦੇ ਜੇ ਨਾ। ਹਾਂਜੀ ਹਾਂਜੀ ਹਾਂਜੀ। ਤੁਹਾਡਾ ਹੱਥ ਜਾਂ ਤੁਹਾਡੇ ਪੈਰ ਜਾਂ ਤੁਹਾਡਾ ਮੂੰਹ ਤੇ ਨਹੀਂ ਨਾ ਪਰਮਾਤਮਾ ਹੈਗਾ। ਇਹਦਾ ਮਤਲਬ ਇਹ ਪਰਮਾਤਮਾ ਨਹੀਂ ਹੈਗਾ। ਆਪਾਂ ਅੰਦਰ ਚੱਲ ਜਾਈਏ। ਹਾਂਜੀ, ਅੰਦਰ ਅੱਖਾਂ ਬੰਦ ਕੀਤੀਆਂ, ਅੰਦਰ ਧਿਆਨ ਹੋਏ। ਅੰਦਰ ਵੇਖੋ ਕਾਲੇ ਰੰਗ ਦੀ ਡਿਸਪਲੇ ਹੈਗੀ ਆ ਤੁਹਾਡੇ ਅੰਦਰ। ਤੁਸੀਂ ਵੇਖੋ ਅੱਖਾਂ ਬੰਦ ਕਰਕੇ ਤੁਹਾਡੇ ਅੰਦਰ ਇਹ ਜਿਹੜਾ ਕਾਲਾਪਨ ਜਿਹਾ, ਇਹ ਪਤਾ ਕੀ ਹੈਗਾ, ਇਹਨੂੰ ਚਿੱਤ ਕਹਿੰਦੇ ਆ। ਅੱਛਾ ਜੀ। ਇਹ ਚਿੱਤ ਦੇ ਵਿੱਚ ਜਿਹੜਾ ਇਹਦੇ ਵਿੱਚ 3 ਚੀਜ਼ਾਂ ਹੋਰ ਹੈਗੀਆਂ ਨੇ। ਇੱਕ ਚ ਬੁੱਧੀ ਹੈਗੀ ਆ, ਇੱਕ ਚ ਹੰਕਾਰ ਹੈਗਾ ਤੇ ਇੱਕ ਇਹਦੇ ਚ ਮਨ ਹੈਗਾ। ਹਾਂਜੀ, ਬੁੱਧੀ ਤੇ ਹੰਕਾਰ। ਬੁੱਧੀ ਤੋਂ ਭਾਵ ਹੈ ਕਿ ਬੁੱਧੀ ਸਭ ਤੋਂ ਪਹਿਲਾਂ ਸਾਨੂੰ ਜਿਹੜੀ ਹੈ, ਜਦੋਂ ਬੱਚਾ ਪੈਦਾ ਹੁੰਦਾ ਹੈ ਉਹਦਾ ਜਿਹੜਾ ਸਭ ਤੋਂ ਪਹਿਲਾਂ ਬੁੱਧੀ ਹੁੰਦੀ ਹੈ, ਗਿਆਨ ਹੁੰਦਾ। ਤਰਕ ਵਿਤਰਕ, ਤਰਕ ਕਰਨਾ ਕਿਸੇ ਚੀਜ਼ ਦਾ ਤਰਕ। ਉਹ ਤਰਕ ਕਰਨ ਵਾਲੀ ਜਿਹੜੀ ਹੁੰਦੀ ਉਹ ਬੁੱਧੀ ਦਾ ਸੁਭਾਅ ਹੈ। ਮਨ ਜਿਹੜਾ ਚੰਚਲ ਹੈ। ਹੁਣ ਜਿਹੜਾ ਮਨ ਆ, ਮਨ ਚਿੱਤ ਚ ਵਹਿੰਦਾ ਵਾ। ਮਨ ਸਾਡੇ ਚਿੱਤ ਚ ਵਹਿੰਦਾ ਵਾ। ਕੋਈ ਵੀ ਚੀਜ਼ ਆਉਂਦੀ ਆ, ਹੁਣ ਤੁਸੀਂ ਇੱਕ ਚੀਜ਼ ਨੂੰ ਨੋਟਿਸ ਕਰੋ। ਹੁਣ ਚਿੱਤ ਕੀ ਹੈ ਤੁਹਾਡਾ? ਤੁਸੀਂ ਬਾਜ਼ਾਰ ਗਏ, ਤੁਸੀਂ ਕੋਈ ਐਕਸੀਡੈਂਟ ਵੇਖ ਲਿਆ, ਉਹ ਗੱਲ ਤੁਹਾਡੇ ਚਿੱਤ ਚ ਆ ਕੇ ਬਹਿ ਗਈ, ਫੋਟੋ ਬਣ ਗਈ। ਕੋਈ ਮਾੜਾ ਐਕਸੀਡੈਂਟ ਵੇਖ ਲਿਆ, ਉਹ ਚੀਜ਼ ਨੇ ਤੁਹਾਡਾ ਜਿਹੜਾ ਚਿੱਤ ਕਵਰ ਕਰ ਲੈਣਾ, ਉਹਨੇ ਛੱਡਣਾ ਨਹੀਂ ਉਹਨੂੰ ਚਿੱਤ ਨੇ। ਹਾਂਜੀ, ਤੁਸੀਂ ਘਰੇ ਵੀ ਆ ਕੇ ਜੋ ਤੁਹਾਡੇ ਚਿੱਤ ਚ ਉਹਦੀ ਚੀਜ਼ ਉਸੇ ਤਰ੍ਹਾਂ ਦਿਖ ਰਹੀ ਹੈ, ਔਰ ਤੁਹਾਨੂੰ ਜਿਹੜੀ ਆ ਉਹ ਚੀਜ਼ ਨੇ ਉਹਨਾਂ ਚਿਰ ਤੱਕ ਪ੍ਰਭਾਵਿਤ ਕਰਦੇ ਹੀ ਰਹਿਣਾ ਵਾ ਜਿੰਨਾ ਚਿਰ ਤੱਕ ਚਿੱਤ ਤੋਂ ਉਹ ਚੀਜ਼ ਅਲੱਗ ਨਹੀਂ ਹੋ ਜਾਂਦੀ। ਔਰ ਇਹ ਜਿਹੜੀ ਗੱਲ ਆ ਨਾ, ਇਹ ਗੱਲ ਜਿਹੜੀ ਆ ਇਹ ਤੁਹਾਡੇ ਤੇ ਨਿਰਭਰ ਕਰਦੀ ਆ। ਹੁਣ ਮੰਨ ਲਓ ਆਪਾਂ ਬਾਜ਼ਾਰ ਗਏ ਜਾਂ ਘਰ ਦੇ ਵਿੱਚ ਬੈਠੇ ਆ, ਤੁਹਾਨੂੰ ਕਿਸੇ ਨੇ ਮਾੜਾ ਚੰਗਾ ਬੋਲ ਦਿੱਤਾ। ਹਾਂਜੀ, ਜਦੋਂ ਮਾੜਾ ਚੰਗਾ ਬੋਲ ਦਿੱਤਾ, ਉਹ ਵੀ ਤੁਹਾਡੀਆਂ ਇੰਦਰੀਆਂ ਦੇ ਰਾਹੀਂ ਅੰਦਰ ਚਲ ਗਿਆ, ਕੰਨਾਂ ਦੇ ਰਾਹੀਂ ਅੰਦਰ ਚਲ ਗਿਆ। ਹੁਣ ਜਦੋਂ ਅੰਦਰ ਚਲ ਗਈ ਚੀਜ਼, ਉਹ ਜਿਹੜੇ ਤੁਹਾਡੇ ਚਿੱਤ ਨੇ ਉਹ ਚੀਜ਼ ਨੂੰ ਛੱਡਣਾ ਹੀ ਨਹੀਂ। ਹਾਂਜੀ, ਉਹਨੇ ਚਿੱਤ ਨੇ ਫੜ ਲੈਣੀ, ਉਹਨੇ ਫੜ ਕੇ ਰੱਖ ਲੈਣੀ। ਹੁਣ ਉਹਦੀ ਚੀਜ਼ ਫੜੀ ਗਈ ਆ, ਹੁਣ ਉਹ ਚਿੱਤ ਚੋਂ ਕੱਢਣੀ ਬੜੀ ਔਖੀ। ਆਪ ਜੀ ਦੇਖੋ, ਆਪ ਜੀ ਨੂੰ ਜਦੋਂ ਕੋਈ ਮਾੜਾ ਚੰਗਾ ਮਾੜੇ ਲਫ਼ਜ਼ ਕੋਈ ਬੋਲ ਦਿੰਦਾ ਹੈ, ਆਪ ਜੀ ਦੇਖੋ 2-2 4-4 ਦਿਨ, ਸਾਲ, 2-2 ਸਾਲ, 10-10 20-20 30 ਸਾਲ ਜਿਹੜਾ ਤੁਹਾਡਾ ਚਿੱਤ ਆ ਉਹ ਚੀਜ਼ ਨੂੰ ਛੱਡਦਾ ਨਹੀਂ ਆ। ਔਰ ਉਹ ਚੀਜ਼ ਦੇ ਉੱਤੇ ਉਹਦਾ ਉਹ ਚਿੱਤ ਦੇ ਵਿੱਚ ਕੁਝ ਹਿੱਸਾ ਹੈ, ਉਹਨੂੰ ਕੈਪਚਰ ਕਰ ਲੈਂਦੀਆਂ ਉਹ ਗੱਲਾਂ। ਔਰ ਉਹ ਜਿਹੜੀ ਚੀਜ਼ ਹੈ, ਉਹ ਚੀਜ਼ ਮਨ ਵਹਿੰਦਾ, ਮਨ ਤੇ ਵਹਿੰਦਾ, ਸਾਹਮਣੇ ਚਿੱਤ 'ਚ ਕੋਈ ਚੀਜ਼ ਆ ਗਈ। ਹੁਣ ਜਿਹੜਾ ਸਾਡਾ ਸਾਕਸ਼ੀ ਆ, ਸਾਕਸ਼ੀ ਤੋਂ ਕਹਿਣ ਤੋਂ ਭਾਵ ਜਿਹੜਾ ਅਸੀਂ ਪੁਰਸ਼ ਆ। ਦੇਖੋ ਤੁਸੀਂ ਵਹਿੰਦੇ ਨਹੀਂ ਪਏ, ਤੁਹਾਡੇ ਅੰਦਰ ਪੁਰਸ਼ ਹੈ। ਪੁਰਸ਼ ਤੇ ਸਾਰਾ ਕੁਝ ਵੇਖਣ ਦਿਆ, ਔਰ ਸ਼ਕਤੀ ਸਾਰੀ ਪੁਰਸ਼ ਤੋਂ ਮਿਲਦੀ ਹੈ। ਅਸੀਂ ਅਗਿਆਨ ਵਸ ਪੈ ਕੇ ਅਸੀਂ ਕੀ ਕਰ ਰਹੇ ਹਾਂ, ਅਸੀਂ ਜਿਹੜੀ ਮਾਇਆ ਹੈ ਉਹਨੂੰ ਸਮਝ ਲਿਆ ਕਿ ਅਸੀਂ ਅਸਲੀ ਹਾਂ। ਹੁਣ ਜਦੋਂ ਪੱਖਾ ਬੰਦ ਕਰਦੇ ਹਾਂ ਤੇ ਅਸੀਂ ਅੰਤਰ ਧਿਆਨ ਹੋ ਗਏ, ਅਸੀਂ ਸੂਖਮ ਸਰੀਰ 'ਚ ਪ੍ਰਵੇਸ਼ ਕਰ ਗਏ। ਹੁਣ ਉਹਦੇ ਵਿੱਚੋਂ ਵੀ ਅਸੀਂ ਅੱਗੇ ਜਾਣਾ, ਅੱਗੇ ਸਾਨੂੰ ਮਿਲਣਾ ਚਿੱਤ, ਬੁੱਧੀ ਤੇ ਹੰਕਾਰ ਮਿਲਣਾ, ਉਸ ਤੋਂ ਵੀ ਅੱਗੇ ਜਾਣਾ। ਫਿਰ ਸਾਨੂੰ ਕੀ ਹੋਣਾ ਹੈ ਕਿ ਸਾਡਾ ਜਿਹੜਾ ਵਾ ਆਤਮਾ ਤੱਤ 'ਚ ਪ੍ਰਵੇਸ਼ ਹੋਣਾ। ਉਹ ਕਿੱਦਾਂ ਹੋਣਾ ਹੈ ਕਿ ਜਦੋਂ ਅਸੀਂ ਵਿਚਾਰਾਂ ਤੋਂ ਮੁਕਤ ਹੋਵਾਂਗੇ। ਹੁਣ ਜਿਹੜਾ ਚਿੱਤ ਆ, ਚਿੱਤ ਸਾਡਾ ਸੰਸਕਾਰਾਂ ਦੇ ਨਾਲ ਭਰਿਆ। ਹੁਣ ਜਿੱਦਾਂ ਦਾ ਆਪਣੇ ਸੰਸਕਾਰ ਹੈਗੇ ਨੇ ਆਪਣੇ ਸਰੀਰ 'ਚ, ਮੰਨ ਲਓ ਹੁਣ ਹੁਣ ਮੈਨੂੰ ਪਤਾ ਨਹੀਂ ਤੁਹਾਡਾ ਜੀਵਨ ਕਿੱਦਾਂ ਦਾ ਵਾ। ਹੁਣ ਜੇ ਮੰਨ ਲਓ ਤੁਸੀਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹਨਾਂ 5 ਤੱਤਾਂ 'ਚੋਂ ਤੁਹਾਨੂੰ ਕਿਹਦੇ ਵਿੱਚ ਤੁਸੀਂ ਜੁੜੇ? ਉਹ ਨੈਚੁਰਲੀ ਜਿਹੜੀ ਚੀਜ਼ ਤੁਸੀਂ ਜੁੜੇ ਜੋ ਉਸੇ ਹੀ ਕਿਸਮ ਦਾ ਵਿਚਾਰ ਤੁਹਾਡੇ ਚਿੱਤ ਤੇ ਆਉਣਾ। ਬਿਲਕੁਲ ਠੀਕ ਹੈ ਜੀ। ਹਾਂਜੀ, ਚਿੱਤ ਜਿੱਥੇ ਚੰਗੀ ਚੀਜ਼ ਫੜਦਾ ਉੱਥੇ ਬੁਰੀ ਚੀਜ਼ ਵੀ ਫੜ ਲੈਂਦਾ, ਕਿਉਂਕਿ ਚਿੱਤ ਨੂੰ ਕੁਛ ਨਹੀਂ ਪਤਾ, ਉਹ ਤੇ ਸਪੰਚ ਹੈਗੀ ਹੈ। ਉਹ ਚ ਕਿੱਡੀ ਵੀ ਚੀਜ਼ ਗਈ ਉਹਨੇ ਫੜ ਲਈ। ਹੁਣ ਉਹ ਚੀਜ਼ ਫੜ ਤੇ ਲਈ, ਪਰ ਚਿੱਤ ਨੇ ਛੱਡਣੀ ਨਹੀਂ।
ਕਿਉਂ ਨਹੀਂ ਛੱਡਣੀ? ਕਿਉਂਕਿ ਚਿੱਤ ਦਾ ਸੁਭਾਅ ਆ, ਉਹਨੂੰ ਗਿਆਨ ਹੀ ਨਹੀਂ ਹੈਗਾ। ਉਹ ਕੀ ਕਰਦਾ, ਉਹ ਯਥਾਰਕ ਸੱਚ ਨੂੰ ਸਮਝਦਾ ਨਹੀਂ ਆ। ਹੁਣ ਆਪ ਜੀ ਨੂੰ ਦੇਖੋ, ਹੁਣ 3 ਕਿਸਮ ਦੇ ਪ੍ਰਮਾਣ ਹੁੰਦੇ। ਇੱਕ ਤਾਂ ਸਾਖਸ਼ਾਤ, ਮੇਰੇ ਸਾਹਮਣੇ ਅੱਗ ਬਲਦੀ ਪਈ, ਮੈਨੂੰ ਪਤਾ ਲੱਗ ਗਿਆ ਅੱਗ ਬਲਦੀ ਪਈ ਹੈ। ਇੱਕ ਪ੍ਰਮਾਣ ਹੈਗਾ ਵਾ ਅਨੁਮਾਨ ਹੁੰਦਾ ਵਾ। ਅਨੁਮਾਨ ਦਾ ਮਤਲਬ ਸਾਹਮਣੇ ਆਪਾਂ ਧੂੰਆਂ ਵੇਖ ਲਿਆ, ਧੂੰਆਂ ਜਿਹੜਾ ਵਾ ਨਿਕਲਦਾ ਪਿਆ ਵਾ ਤੇ ਆਪਾਂ ਨੂੰ ਪਤਾ ਲੱਗਾ ਕਿ ਉੱਥੇ ਅੱਗ ਲੱਗੀ ਹੋਈ ਹੈ। ਹਾਂਜੀ ਹਾਂਜੀ। ਇੱਕ ਪ੍ਰਮਾਣ ਇਹ ਹੈ। ਇੱਕ ਪ੍ਰਮਾਣ ਹੋ ਰਿਹਾ, ਉਹ ਪ੍ਰਮਾਣ ਹੈ ਸ਼ਬਦ ਪ੍ਰਮਾਣ। ਹੁਣ ਸ਼ਬਦ ਪ੍ਰਮਾਣ ਕੀ ਆ? ਸ਼ਬਦ ਪ੍ਰਮਾਣ ਜਿੱਦਾਂ ਆਪਣੇ ਕੋਲ ਗ੍ਰੰਥ ਹੈਗੇ ਨੇ, ਉਹ ਪਰਮਾਤਮਾ ਦੀ ਗੱਲ ਕਰਦੇ ਨੇ, ਆਤਮਾ ਦੀ ਗੱਲ ਕਰਦੇ ਨੇ, ਉਹ ਸਾਰੇ ਅਧਿਆਤਮਿਕ ਗੱਲ ਕਰਦੇ ਨੇ, ਉਹ ਦਰਸ਼ਨ ਸ਼ਾਸਤਰ ਦੀ ਗੱਲ ਕਰਦੇ ਨੇ। ਤੇ ਉਹ ਉੱਥੋਂ ਸਾਨੂੰ ਗਿਆਨ ਹੁੰਦਾ ਕਿ ਸਾਡੇ ਜੀਵਨ ਦੇ ਵਿੱਚ ਕੁਝ ਹੋਰ ਵੀ ਸਾਨੂੰ ਪ੍ਰਾਪਤੀ ਕਰਨੀ ਹੈ। ਮਤਲਬ ਕਹਿਣ ਤੋਂ ਭਾਵ ਕਿ ਅਸੀਂ ਦੁੱਖਾਂ ਦਾ ਅੰਤ ਕਰਨਾ ਹੈ। ਇਹ ਕਿੱਥੋਂ ਪਤਾ ਲੱਗਦਾ? ਸਾਨੂੰ ਗ੍ਰੰਥਾਂ ਚੋਂ ਪੜ੍ਹ ਕੇ ਪਤਾ ਲੱਗਦਾ ਨਾ ਕਿ ਅਸੀਂ ਉਲਝੇ ਹੋਏ ਹਾਂ। ਔਰ ਸਾਨੂੰ ਪਤਾ ਲੱਗਾ ਕਿ ਅਸੀਂ ਵਿਚਾਰਾਂ 'ਚ ਗਵਾਚੇ ਹਾਂ। ਅਸੀਂ ਸਾਰਾ ਦਿਨ ਵਿਚਾਰਾਂ ਦੀ ਸੰਗਤ ਕਰਦੇ ਹਾਂ ਔਰ ਸਾਨੂੰ ਗਿਆਨ ਹੀ ਨਹੀਂ ਸੀ ਕਿ ਇਹ ਜਿਹੜੇ ਵਿਚਾਰ ਆ ਇਹ ਤੇ ਸਾਡੇ ਆਨੰਦ ਦੇ ਵਿੱਚ ਮਤਲਬ ਰੁਕਾਵਟ ਪੈਦਾ ਕਰ ਰਹੇ ਨੇ। ਹਾਂ, ਤੇ ਅਸੀਂ ਤੇ ਸੋਚਦੇ ਸੀ ਕਿ ਨੋਰਮਲ ਗੱਲ ਹੈ ਵਿਚਾਰ ਕਰਨੇ, ਸਾਰਾ ਦਿਨ ਹੀ ਵਿਚਾਰ। ਪਰ 1 ਘੰਟਾ 10 ਮਿੰਟ 20 ਮਿੰਟ ਵਿਚਾਰ ਕਰੋ, ਕੋਈ ਗੱਲ ਨਹੀਂ, ਪਰ ਲਗਾਤਾਰ ਹੀ ਉਹ ਤੇ ਚੱਲ ਰਿਹਾ ਹੈ। ਔਰ ਅਸੀਂ ਜੇ ਕੁਝ ਕੰਮ ਕਰਦੇ ਹਾਂ ਤੇ ਵਿਚਾਰ ਸਾਡੇ ਮਨ 'ਚ ਕੁਝ ਹੋਰ ਚੱਲ ਰਹੇ ਨੇ। ਅਸੀਂ ਉਹ ਕੰਮ ਕਰਦੇ ਹਾਂ ਤੇ ਵਿਚਾਰ ਉਹਨੂੰ ਛੱਡ ਕੇ ਕੁਝ ਹੋਰ ਚੱਲਣ ਡੈ ਪੈਂਦੇ। ਸੋ ਇਹ ਇੱਕ ਬਿਮਾਰੀ ਸੀ ਜਿਹੜੀ ਸੰਤਾਂ ਨੇ ਲੱਭ ਲਈ। ਇਹ ਜਿਹੜੀ ਬਿਮਾਰੀ ਹੈ, ਇਹ ਕਹਿਣ ਤੋਂ ਭਾਵ ਹੈ ਕਿ ਅੱਗ ਜਿੱਦਾਂ ਅੰਦਰ ਹੋਵੇ ਉਹ ਧੁਖਦੀ ਰਹਿੰਦੀ ਹੈ ਤੇ ਧੂੰਆਂ ਵਿਚਾਰਾਂ ਦੇ ਰੂਪ 'ਚ ਬਾਹਰ ਆਉਂਦਾ ਰਹਿੰਦਾ। ਹਾਂਜੀ ਹਾਂਜੀ। ਸਾਡੇ ਚਿੱਤ ਦੇ ਵਿੱਚ ਜਦੋਂ ਵੀ ਕੋਈ ਚੀਜ਼ ਆਉਂਦੀ ਆ ਉਹ ਅਚੇਤਨ ਮਨ 'ਚ ਆਉਂਦੀ। ਸਾਡਾ ਕਾਰਨ ਸਰੀਰ, ਜਿੱਦਾਂ ਦਾ ਅਸੀਂ ਜੀਵਨ ਬਤੀਤ ਕੀਤਾ, ਤੁਹਾਨੂੰ ਕਿੱਦਾਂ ਦਾ ਅਸੀਂ ਜੀਵਨ ਬਤੀਤ ਕੀਤਾ, ਉਸੇ ਹੀ ਕਿਸਮ ਦੀਆਂ ਸਾਡੇ ਅੰਦਰ ਵਾਸਨਾਵਾਂ ਬਣ ਜਾਂਦੀਆਂ ਨੇ ਔਰ ਬੰਦਾ ਚਾਹ ਕੇ ਵੀ ਉਹਨਾਂ ਨੂੰ ਬਦਲ ਨਹੀਂ ਪਾਉਂਦਾ। ਇਹਦੇ ਵਿੱਚ ਫਿਰ ਕੀ ਕੀਤਾ ਕਿ ਲੋਕਾਂ ਨੇ ਬੜੀਆਂ ਖੋਜਾਂ ਕੀਤੀਆਂ। ਕੋਈ ਪੁੱਠਾ ਹੋ ਕੇ ਨਾਮ ਜਪ ਰਿਹਾ ਹੈ, ਕੋਈ ਲੰਮੇ ਪੈ ਰਿਹਾ, ਕੋਈ ਸਵਾਹ ਮਲੀ ਜਾਣ ਡਿਆ। ਪਰ ਅਸਲ ਦੇ ਵਿੱਚ 2 ਹੀ ਚੀਜ਼ਾਂ ਨੂੰ ਆਪਾਂ ਸਿੱਧ ਕਰਨਾ ਹੈ। ਆਪ ਜੀ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਆਪਾਂ ਕਰ ਕੀ ਰਹੇ ਹਾਂ। ਪਰਮਾਤਮਾ ਨੂੰ ਲੱਭਣ ਦੀ ਤੇ ਲੋੜ ਹੀ ਕੋਈ ਨਹੀਂ, ਕਿਉਂਕਿ ਪਰਮਾਤਮਾ ਤੋਂ ਬਿਨਾਂ ਕੁਝ ਵੀ ਨਹੀਂ ਜਿੰਦਾ ਰਹਿ ਸਕਦਾ। ਆ ਸਾਰਾ ਕੁਝ ਪਰਮਾਤਮਾ ਦੇ ਅੰਦਰ ਹੈ। ਇਹਨੂੰ ਸਾਈਡ ਤੇ ਕਰੋ। ਪਹਿਲਾਂ ਤੇ ਆਪਾਂ ਆਪਣੇ ਮਨ ਨੂੰ ਤੇ ਵੇਖੀਏ। ਜਿਹੜਾ ਮਨ ਆ, ਮਨ ਨੂੰ ਵੇਖੀਏ, ਮਨ ਕੀ ਹੈ ਔਰ ਉਸ ਤੋਂ ਬਾਅਦ ਚਿੱਤ ਕੀ ਹੈ। ਹੁਣ ਚਿੱਤ ਕੀ ਹੈ? ਚਿੱਤ ਤੇ ਕੋਈ ਵੀ ਚੀਜ਼ ਆਉਂਦੀ ਆ ਉਹ ਡਿਸਪਲੇ ਹੁੰਦੀ ਹੈ। ਚਿੱਤ ਤੋਂ ਕਹਿਣ ਤੋਂ ਭਾਵ ਹੈ ਕਿ ਤੁਹਾਨੂੰ ਕਹਿੰਦੇ ਮਾੜੇ ਸ਼ਬਦ ਬੋਲਦੇ, ਤੁਹਾਡੇ ਇੰਦਰੀਆਂ ਦੇ ਰਾਹੀਂ, ਗਿਆਨ ਇੰਦਰੀਆਂ ਤੇ ਕਰਮ ਇੰਦਰੀਆਂ ਜਿਹੜੀਆਂ ਹੈਗੀਆਂ ਉਹ ਸੈਂਟਰ ਹੈਗੀਆਂ, ਉਹਦੀਆਂ ਏਜੰਟ ਹੈਗੀਆਂ ਨੇ ਚਿੱਤ ਦੀਆਂ। ਤੇ ਉਹ ਕੀ ਕਰਦਾ ਕਿ ਉਹ ਚਿੱਤ ਚੰਚਲ ਹੈ, ਨਾਲ ਹੰਕਾਰ ਵੀ ਹੈਗਾ। ਮੰਨ ਲਓ ਤੁਹਾਨੂੰ ਕਿਸੇ ਨੇ ਕਹਿਤਾ ਕਿ ਬਈ ਉਹ ਫਲਾਣਾ ਬੰਦਾ ਤੇਰੀ ਚੁਗਲੀ ਕਰਨ ਦਿਆ, ਹੁਣ ਤੁਹਾਨੂੰ ਪਤਾ ਹੀ ਨਹੀਂ, ਤੁਸੀਂ ਸ਼ਬਦ ਪ੍ਰਮਾਣ ਮੰਨ ਲਿਆ, ਤੁਸੀਂ ਮੇਰੀ ਗੱਲ ਮੰਨ ਲਈ ਕਿ ਚਰਨਜੀਤ ਨੇ ਕਿਹਾ ਕਿ ਤੇਰਾ ਭਰਾ ਹੀ ਉਹ ਤੇ ਤੇਰੇ ਲਈ ਬੜੀ ਮਾੜੀ ਗੱਲ ਬੋਲਣ ਦਿਆ ਸੀ, ਉਹ ਤੇ ਤੈਨੂੰ ਫਲਾਣੀ ਗੱਲ ਕਹੀ, ਤੇਰੀ ਭੈਣ ਦੇ ਬਾਰੇ ਫਲਾਣੀ ਗੱਲ ਕਹੀ ਸੀ। ਤੇ ਹੁਣ ਕਈ ਵਾਰੀ ਆਪਾਂ ਕੀ ਸੋਚਦੇ ਹਾਂ ਕਿ ਇਸ ਗੱਲ ਨੂੰ ਸੁਣ ਲੈਂਦੇ ਹਾਂ ਲੋਕਾਂ ਦੇ ਰਾਹੀਂ, ਜਦ ਕਿ ਉਹ ਯਥਾਰਥ ਸੱਚ ਨਹੀਂ ਹੁੰਦਾ। ਕਈ ਵਾਰੀ ਅਕਸਰ ਹੀ ਸੱਚ ਨਹੀਂ ਹੁੰਦਾ, ਉਹ ਤੇ ਐਵੇਂ ਲਿਖੇ ਨੇ ਗੱਲ ਕੀਤੀ ਹੁੰਦੀ। ਪਰ ਕਈ ਵਾਰੀ ਕੀ ਕਰਦੇ ਆ ਕਿ ਅਸੀਂ ਅਨੁਮਾਨ ਦੇ ਨਾਲ ਹੀ ਅੰਦਾਜ਼ਾ ਲਗਾ ਲੈਂਦੇ। ਹੁਣ 2 ਜਾਣੇ ਗੱਲਾਂ ਕਰ ਰਹੇ ਨੇ, ਅਸੀਂ ਇੱਥੇ ਘਰੇ ਬੈਠੇ ਸਲਾਹ ਕਰੀ ਜਾਂਦੇ ਆ, ਉਹ ਸਾਡੀਆਂ ਚੁਗਲੀਆਂ ਕਰਨ ਦੇ। ਤੇ ਚਿੱਤ 'ਚ ਤੇ ਆ ਗਈ ਨਾ ਗੱਲ। ਹੁਣ ਚਿੱਤ ਨੇ ਉਹ ਗੱਲ ਨੂੰ ਛੱਡਣਾ ਥੋੜੀ ਆ। ਤੁਸੀਂ ਉੱਥੇ ਇਹ ਕਹਿਣਾ ਚਿੱਤ ਨੂੰ, ਉਹ ਆਪਣੀ ਪਰਸਨਲ ਗੱਲ ਕਰਦੇ ਨੇ, ਮੇਰੇ ਬਾਰੇ ਕੋਈ ਗੱਲ ਨਹੀਂ ਕਰ ਰਹੇ। ਕਿਉਂਕਿ ਜਦੋਂ ਤੁਸੀਂ ਕਹਿ ਦਿੱਤਾ ਕਿ ਮੇਰੀ ਚੁਗਲੀ ਕਰਦੇ ਨੇ, ਚਿੱਤ ਦੇ ਉਹ ਚੀਜ਼ ਵੜ ਗਈ। ਹੁਣ ਉੱਥੇ ਮਨ ਬੈਠਾ। ਹੁਣ ਚਿੱਤ ਦੇ ਵਿੱਚ ਜਦੋਂ ਵੀ ਵਿਚਾਰ ਆ ਗਿਆ, ਇੰਦਰੀ ਦੇ ਰਾਹੀਂ ਅੰਦਰ ਆ ਗਿਆ, ਤੇ ਮਨ ਨੇ ਛੱਡਣੀ ਨਹੀਂ ਉਹ ਚੀਜ਼। ਮਨ ਨੇ ਕੀ ਕਹਿਣਾ ਕਿ ਉੱਥੇ ਹੰਕਾਰ ਹੈਗਾ ਮਨ ਦੇ ਨਾਲ, ਹੰਕਾਰ ਨੂੰ ਠੇਸ ਵੱਜ ਗਈ। ਇਹ ਤੇ ਮੇਰੀ ਚੁਗਲੀ ਕਰਦੇ ਆ। ਇਹ ਬੰਦੇ ਦੀ 50 ਵਾਰੀ ਮਦਦ ਕੀਤੀ ਸੀ, ਇੱਕ ਵਾਰੀ ਨੂੰ ਮੈਂ 10,000 ਦਿੱਤਾ ਸੀ, ਇੱਕ ਵਾਰੀ ਨੂੰ 5,000 ਦਿੱਤਾ ਸੀ, ਇੱਕ ਵਾਰੀ ਨੂੰ ਮੈਂ ਮੋਟਰਸਾਈਕਲ ਦਿੱਤਾ ਸੀ ਵਰਤਣ ਲਈ। ਇਹ ਬੰਦਾ ਮੇਰੀਆਂ ਚੁਗਲੀਆਂ ਕਰਦਾ। ਹੁਣ ਉਸ ਚੀਜ਼ ਨੂੰ ਸਮਝਿਆ ਨਹੀਂ। ਅਸਲ ਦੇ ਵਿੱਚ ਕੀ ਹੋਇਆ ਵਾ, ਰੱਸੀ ਨੂੰ ਸੱਪ ਸਮਝਿਆ ਗਿਆ, ਜਦ ਕਿ ਉਹ ਤੇ ਰੱਸੀ ਸੀ, ਉਹ ਸੱਪ ਨਹੀਂ ਸੀ। ਕਹਿਣ ਤੋਂ ਭਾਵ ਭਰਮ ਪਾਲਿਆ। ਔਰ ਸਾਡੀ ਜ਼ਿੰਦਗੀ ਦੇ ਵਿੱਚ ਜਿਹੜੇ ਦੁੱਖ ਨੇ ਨਾ 99% ਉਹ ਕੇਵਲ ਕਾਲਪਨਿਕ ਨੇ। ਅਸਲ ਤੇ ਏਦਾਂ ਦੀ ਗੱਲ ਕਿਤੇ ਹੋਈ ਵੀ ਨਹੀਂ।
ਅਸੀਂ ਕੇਵਲ ਆਪਣੇ ਦਿਮਾਗ ਦੇ ਵਿੱਚ ਉਹ ਫਾਲਤੂ ਦੀਆਂ ਗੱਲਾਂ ਦਾ ਚਿੰਤਨ ਕਰ ਰਹੇ ਹਾਂ ਜਿਹੜੀਆਂ ਯਥਾਰਥ ਚ ਸੱਚ ਚ ਹੈ ਹੀ ਨਹੀਂ। ਚਲੋ ਹੈ ਵੀ ਆ ਤੇ ਉਹਦੇ ਨਾਲ ਸਾਨੂੰ ਕੀ ਫਰਕ ਪੈਂਦਾ? ਕਿਸੇ ਨੇ ਬੋਲ ਦਿੱਤਾ ਮੰਨ ਲਾ ਕਿ ਇਹ ਬੰਦਾ ਮਾੜਾ ਹੈ, ਤੇ ਕੀ ਸਾਨੂੰ ਨਹੀਂ ਪਤਾ ਅਸੀਂ ਮਾੜੇ ਜਾਂ ਚੰਗੇ ਆ? ਕੀ ਸਾਡਾ ਜੀਵਨ ਕਿਸੇ ਬੰਦੇ ਦੇ ਕਹਿਣ ਉੱਪਰ ਖੜਿਆ? ਉਹ ਬੰਦੇ ਸਟੇਟਮੈਂਟ ਦਊਗਾ ਸਾਡਾ ਜੀਵਨ ਸਹੀ ਕਿ ਗਲਤ ਹੈ। ਹਰ ਇੱਕ ਬੰਦੇ ਨੂੰ ਪਤਾ ਹੈ ਕਿ ਮੈਂ ਅੰਦਰੋਂ ਕਿੱਦਾਂ ਦਾ, ਤੇ ਕਿਉਂ ਨਾ ਅਸੀਂ ਉਸ ਚੀਜ਼ ਨੂੰ ਅੰਡਰਸਟੈਂਡ ਕਰੀਏ ਤੇ ਆਪਣੇ ਜੀਵਨ ਨੂੰ ਥੋੜਾ ਜਿਹਾ ਹੋਰ ਚੰਗੇ ਤਰੀਕੇ ਨਾਲ ਬਤੀਤ ਕਰੀਏ। ਸਾਨੂੰ ਸਾਡੇ ਕੋਲ ਅਕਲ ਹੈਗੀ ਆ, ਸਾਡੀਆਂ ਇੰਦਰੀਆਂ ਹੈਗੀਆਂ। ਸਾਨੂੰ ਦੂਜਾ ਬੰਦਾ ਕਿਉਂ ਕਹਿੰਦੇ ਆ ਕਿ ਆਹ ਕੱਪੜੇ ਤੇਰੇ ਤੇ ਬੜੇ ਵਧੀਆ ਲੱਗਦੇ? ਸਾਨੂੰ ਨਹੀਂ ਪਤਾ ਲੱਗਦਾ ਕਿ ਸਾਨੂੰ ਸਾਡੀ ਬੋਡੀ ਨੂੰ ਕਿਹੜੇ ਕੱਪੜੇ ਵਧੀਆ ਲੱਗਦੇ ਨੇ, ਜਾਂ ਅਸੀਂ ਕਿੱਦਾਂ ਦਾ ਅਸੀਂ ਕੱਪੜਾ ਜਾਂ ਜੁੱਤੀ ਪਾਉਣੀ ਆ। ਸਾਨੂੰ ਦੂਜੇ ਬੰਦੇ ਦਾ ਸਹਾਰਾ ਕਿਉਂ ਲੈਣਾ ਪੈ ਰਿਹਾ? ਅਸੀਂ ਕਿਉਂ ਲੋਕਾਂ ਦੇ ਗੁਲਾਮ ਬਣ ਰਹੇ ਹਾਂ? ਇਹੋ ਤੇ ਦੁੱਖ ਦਾ ਕਾਰਨ ਹੈ। ਕਿਉਂਕਿ ਜਦੋਂ ਅਸੀਂ ਦੂਜੇ ਦੀ ਬਿਨਾਂ ਲੋੜ ਤੋਂ ਹੀ ਸਲਾਹ ਲੈਂਦੇ ਹਾਂ, ਔਰ ਛੋਟੀਆਂ ਛੋਟੀਆਂ ਚੀਜ਼ਾਂ ਬਦਲੇ ਮੈਂ ਵੇਖਦਾ ਲੋਕੀ ਪੁੱਛਦੇ ਫਿਰਦੇ ਆ ਮੈਂ ਆਹ ਕਿੱਦਾਂ ਦਾ ਵਾ, ਆਹ ਕਿੱਦਾਂ ਦਾ ਵਾ। ਇਹ ਇੱਥੇ ਤੇ ਪ੍ਰੋਬਲਮ ਹੋ ਜਾਂਦੀ ਹੈ। ਫਿਰ ਉਹ ਗੱਲ ਸੂਟ ਦੀ ਨਹੀਂ ਹੈਗੀ। ਗੱਲ ਇਹ ਹੈ ਕਿ ਫਿਰ ਤੁਹਾਡੇ ਜੀਵਨ ਨੂੰ ਉਹ ਲੋਕ ਕੰਟਰੋਲ ਕਰਨ ਲੱਗ ਪੈਂਦੇ ਨੇ। ਫਿਰ ਤੁਹਾਨੂੰ ਉਹ ਜਦ ਤੱਕ ਉਹ ਕਹਿਣਗੇ ਨਹੀਂ, ਤੁਹਾਡੇ ਮਨ 'ਚ ਤਸੱਲੀ ਨਹੀਂ ਹੋਣੀ, ਔਰ ਤੁਸੀਂ ਸਾਰੀ ਜ਼ਿੰਦਗੀ ਉਸੇ ਹੀ ਇੱਕ ਫੇਕ ਲਾਈਫ ਦੇ ਵਿੱਚ ਆਪਣਾ ਜੀਵਨ ਬਤੀਤ ਕਰਨਾ। ਹੁਣ ਤੁਹਾਡੇ ਕੋਲ ਦੋ ਚੀਜ਼ਾਂ ਹੈਗੀਆਂ ਨੇ, ਮਨ ਹੈ ਤੇ ਚਿੱਤ ਹੈ, ਜਿਹੜੇ ਮੇਨ ਹੈਗੇ ਨੇ, ਜਿਹੜੇ ਹਰ ਇੱਕ ਮਨੁੱਖ ਦੇ ਜੀਵਨ ਦੇ ਵਿੱਚ ਬੜਾ ਵੱਡਾ ਰੋਲ ਅਦਾ ਕਰਦੇ ਨੇ। ਆਪ ਜੀ ਨੂੰ ਇੱਕ ਚੀਜ਼ ਨੂੰ ਸਮਝਣ ਦੀ ਲੋੜ ਆ। ਤੁਸੀਂ ਸਾਖੀ ਜੋ, ਤੁਸੀਂ ਪੁਰਸ਼ ਜੋ ਨਾ ਤੇ ਜੰਮਦਾ ਹੈ ਨਾ ਮਰਦਾ ਹੈ। ਜੋ ਤੁਸੀਂ ਗੱਲ ਕਰਦੇ ਜੋ ਨਾ ਮੇਰੇ ਨਾਲ, ਦੇਖੋ ਉਹ ਨਹੀਂ ਬੁੱਢਾ ਹੋਇਆ। ਕਿਤੇ ਬੁੱਢਾ ਹੋਇਆ ਤੁਹਾਡੇ ਅੰਦਰ? ਨਾ ਉਹ ਜਵਾਨ ਹੁੰਦਾ, ਉਹ ਹਮੇਸ਼ਾ ਇੱਕ ਸਾਰ ਤੱਤ ਹੈਗਾ, ਜਿਹਨੂੰ ਆਤਮਾ ਕਹਿੰਦੇ ਆ ਆਪਾਂ। ਬਸ ਇਹ ਕੀ ਆ, ਦੇਖੋ ਜਦੋਂ ਵੀ ਤੁਸੀਂ ਨਿਰਵਿਚਾਰ ਹੋ ਕੇ ਧਿਆਨ ਸਿਮਰਨੇ, ਨਿਰਵਿਚਾਰ ਕਰ ਹੀ ਦੇਣਾ ਤੁਹਾਨੂੰ। ਔਰ ਜਦੋਂ ਵੀ ਪੁਰਸ਼ ਦੇ ਵਿੱਚ ਆਪਾਂ ਚਲੇ ਜਾਂਦੇ ਆ ਔਰ ਪੁਰਸ਼ ਤੱਤ ਨੂੰ ਪਛਾਣ ਲੈਂਦੇ ਆ, ਉਸ ਤੋਂ ਬਾਅਦ ਤੇ ਮਾਇਆ ਸਾਨੂੰ ਕੁਝ ਕਹਿ ਹੀ ਨਹੀਂ ਸਕਦੀ। ਕਿਉਂਕਿ ਪੁਰਸ਼ ਨੂੰ ਜਦੋਂ ਵੀ ਗਿਆਨ ਹੋ ਗਿਆ ਨਾ, ਇਹਨੇ ਮਾਇਆ ਨੂੰ ਛੱਡ ਦੇਣਾ। ਫਿਰ ਤੁਹਾਨੂੰ ਲੋਕਾਂ ਦੀਆਂ ਗੱਲਾਂ ਪਰੇਸ਼ਾਨੀ ਕਰਨਗੀਆਂ, ਕਿਉਂਕਿ ਪਰੇਸ਼ਾਨ ਤਾਂ ਕਰਦੀਆਂ ਨੇ ਜਦੋਂ ਅਸੀਂ ਚਿੱਤ ਦੇ ਵਿੱਚ ਜੀਵਨ ਬਤੀਤ ਕਰਦੇ ਹਾਂ। ਚਾੜਿਆ ਚਿੱਤ, ਮਨ ਵੀ ਚਾੜਿਆ, ਬੁੱਧੀ ਵੀ ਚਾੜਿਆ, ਹੰਕਾਰ ਵੀ ਚਾੜਿਆ। ਜਿੰਨਾ ਚਿਰ ਤੱਕ ਅਸੀਂ ਚੇਤਨ ਚ ਨਹੀਂ ਜਾਂਦੇ, ਜਿਹੜਾ ਪੁਰਸ਼ ਆ ਉਹ ਚੇਤਨ ਹੈ, ਆਤਮਾ ਚੇਤਨ ਹੈ, ਉਹ ਉਸ ਤੱਤ ਦੇ ਵਿੱਚ ਹੀ ਸਾਨੂੰ ਜਾਣਾ ਪਊਗਾ, ਫਿਰ ਗੱਲ ਬਣੇਗੀ। ਹੁਣ ਜਿੱਦਾਂ ਇੱਕ ਮੇਰਾ ਦੋਸਤ ਆ ਜਾਂ ਤੁਹਾਡਾ ਹੀ ਦੋਸਤ ਆ, ਉਹ ਹੈਗਾ ਤੁਹਾਡਾ ਮਨ, ਕਹਿਣ ਤੋਂ ਭਾਵ ਦੋਸਤ, ਉਹਨੂੰ ਕੋਈ ਨਾ ਕੋਈ ਪਰੇਸ਼ਾਨੀ ਚਿੰਬੜੀ ਰਹਿੰਦੀ ਹੈ। ਔਰ ਤੁਹਾਡੇ ਕਹੂਗਾ ਕਿ ਉਹ ਮੈਨੂੰ ਫਲਾਣੇ ਨੇ ਮਾੜੀ ਗੱਲ ਕਹਿ ਦਿੱਤੀ, ਔਰ ਤੁਸੀਂ ਉਹਦੀ ਟੈਨਸ਼ਨ ਚੁੱਕ ਕੇ ਬਹਿ ਜਾਂਦੇ। ਤੁਸੀਂ ਫਿਰ ਉਹਨੂੰ ਕਹਿੰਦੇ ਜੋ ਨਹੀਂ ਯਾਰ ਕੋਈ ਗੱਲ ਨਹੀਂ, ਉਹ ਫਿਰ ਚੱਲ ਜੂਗਾ। 2 ਘੰਟੇ ਬਾਅਦ ਫਿਰ ਆ ਜਾਣਾ ਉਹਨੇ ਤੁਹਾਡੇ ਕੋਲ। ਉਹ ਜੀ ਪੁਰਾਣੀ ਗੱਲ ਆ, ਉਹ 20 ਸਾਲ ਪਹਿਲਾਂ ਗੱਲ ਹੋਈ ਸੀ, ਫਲਾਣੀ ਗੱਲ ਕਹੀ ਸੀ, ਤੇ ਤੁਸੀਂ ਉਹਦੀ ਗੱਲ ਨੂੰ ਆਪਣੀ ਟੈਨਸ਼ਨ ਸਮਝ ਲੈਂਦੇ। ਅਸਲ 'ਚ ਵੀ ਜਿਹੜਾ ਤੁਹਾਡਾ ਦੋਸਤ ਆ, ਕਹਿਣ ਤੋਂ ਭਾਵ ਜਿਹੜਾ ਤੁਹਾਡਾ ਮਨ, ਉਹਨੂੰ ਇੱਕ ਪ੍ਰੋਬਲਮ ਹੈਗੀ ਆ। ਉਹ ਉਹਨਾਂ ਗੱਲਾਂ ਬਾਰੇ ਚਿੰਤਾ ਕਰੀ ਜਾ ਰਿਹਾ ਜਿਹੜੀਆਂ ਗੱਲਾਂ ਦਾ ਜੀਵਨ ਦੇ ਵਿੱਚ ਕੋਈ ਮਕਸਦ ਨਹੀਂ ਹੈ। ਦੇਖੋ ਹੁਣ ਮੇਰੇ ਨਾਲ ਮੰਨ ਲਓ ਤੁਸੀਂ ਕੋਈ ਗੱਲ ਕਰ ਰਹੇ ਜੋ, ਹੁਣ ਤੇ ਆਪਾਂ ਗੱਲ ਕਰਦੇ ਬਣਦੇ ਵੀ ਆ। ਹੁਣ ਜਿਹੜੀ ਗੱਲ ਬੀਤੀ ਨੂੰ ਇੰਨਾ ਸਮਾਂ ਹੋ ਗਿਆ, ਪੁੱਛਣ ਕੀ ਕਰੋਗੇ? ਜਾ ਉਹ ਚੀਜ਼ ਤੋਂ ਹਾਸਲ ਹੋਣਾ ਕੁਝ, ਤੁਹਾਨੂੰ ਦੁੱਖਾਂ ਤੋਂ ਇਲਾਵਾ ਕੁਝ ਵੀ ਨਹੀਂ ਮਿਲਣਾ। ਕਿਉਂਕਿ ਜਿਹੜੀ ਚੀਜ਼ ਬੀਤ ਚੁੱਕੀ ਹੈ ਉਹ ਤੇ ਗਈ। ਉਸਨੇ ਭੂਤਕਾਲ ਤੇ ਖਰਾਬ ਕੀਤਾ, ਤੁਹਾਡਾ ਵਰਤਮਾਨ ਕਾਲ ਵੀ ਖਰਾਬ ਕਰ ਦੇਣਾ। ਤੁਸੀਂ ਉਸ ਚੀਜ਼ ਨੂੰ ਖਤਮ ਨਹੀਂ ਕਰ ਸਕਦੇ। ਕਿੱਥੋਂ ਖਤਮ ਕਰੋਗੇ? ਉਹਦਾ ਚਿੰਤਨ ਕਰਨ ਦੇ ਨਾਲ ਕੀ ਹੋਊਗਾ? ਜਦੋਂ ਤੁਸੀਂ ਬਾਰ-ਬਾਰ ਚਿੰਤਨ ਕੀਤਾ, ਉਸ ਚੀਜ਼ ਨੇ ਤੁਹਾਡੇ ਮਨ ਦੀ ਸਥਿਤੀ ਨੂੰ ਖਰਾਬ ਕਰਦੇ ਜਾਣਾ। ਜਿਹੜਾ ਤੁਹਾਡਾ ਚਿੱਤ ਆ, ਜਿਹਨੂੰ ਪੜਦਾ ਕਹਿੰਦਾ, ਜਿਹੜਾ ਫਿਲਮ ਨਹੀਂ ਚੱਲਦੀ, ਟੀਵੀ ਦੀ ਫਿਲਮ ਚੱਲਦੀ ਹੈ ਸਿਨੇਮਾ ਹਾਲ 'ਚ, ਉਹ ਪੜਦਾ ਤੁਹਾਡਾ ਚਿੱਤ ਆ। ਤੇ ਜਦੋਂ ਬਾਰ-ਬਾਰ ਉੱਥੇ ਕੋਈ ਵਿਚਾਰ ਆਉਂਦਾ, ਫਿਰ ਕੀ ਕਰਦਾ ਕਿ ਉੱਥੇ ਉਸ ਜਗ੍ਹਾ ਤੇ ਕਬਜ਼ਾ ਕਰਦਾ। ਉਹ ਕਬਜ਼ਾ ਉਹਨਾਂ ਚਿਰ ਤੱਕ ਨਹੀਂ ਕਰ ਸਕਦਾ ਜਿੰਨਾ ਚਿਰ ਤੱਕ ਅਸੀਂ ਉੱਥੇ ਸੁਰਤੀ ਨਹੀਂ ਅਟੈਚ ਕਰਦੇ। ਸੁਰਤੀ ਤੋਂ ਕਹਿਣ ਤੋਂ ਭਾਵ ਤੁਸੀਂ ਉਹਨੂੰ ਕਹਿ ਸਕਦੇ ਜੋ ਬਈ ਅਗਲੇ ਦਾ ਸੁਭਾਅ ਆ, ਅਗਲੇ ਨੇ ਏਦਾਂ ਬੋਲਤਾ ਵਾ ਤੇ ਉਹਦੇ 'ਚ ਮੈਂ ਕੀ ਕਰ ਸਕਦਾ? ਉਹਦੀ ਮਰਜ਼ੀ। ਜੇ ਉਹ ਨਹੀਂ ਚੰਗਾ ਸਮਝਦਾ ਜਾਂ ਮਾੜਾ ਸਮਝਦਾ, ਪਰ ਮੈਨੂੰ ਤਾਂ ਪਤਾ ਨਾ ਕਿ ਮੇਰਾ ਜੀਵਨ ਕਿੱਦਾਂ ਦਾ।
ਨਹੀਂ ਵੀਰ ਜੀ, ਉਹਦਾ ਮਤਲਬ ਇਸ ਤਰ੍ਹਾਂ ਅਗਰ ਅਸੀਂ ਮੰਨੀਏ ਜੀ ਕਿ ਉਹਦੇ ਵੀ ਹੁਕਮ ਦੇ ਵਿੱਚ ਹੀ ਆ, ਪ੍ਰਮਾਤਮਾ ਦੇ ਖੇਲ ਦੇ ਵਿੱਚ ਹੀ ਹੈ ਵੀ ਉਹਦਾ ਕਸੂਰ ਨਹੀਂ ਹੈਗਾ। ਉਸ ਨੂੰ ਮਤਲਬ ਖਰਾਬ ਕੀਤਾ ਪ੍ਰਮਾਤਮਾ ਨੇ ਉਹਦੇ ਕਰਮਾਂ ਭਾਗਾਂ ਦੇ ਹਿਸਾਬ ਨਾਲ, ਉਹਦਾ ਕੋਈ ਕਸੂਰ ਨਹੀਂ, ਉਹਦੇ ਆਪਣੇ ਕਰਮਾਂ ਦੇ ਹਿਸਾਬ ਨਾਲ ਉਹ ਕਹਿ ਰਿਹਾਗਾ, ਔਰ ਉਹਨੂੰ ਅਸੀਂ ਮਾਫ ਕਰ ਦਈਏ ਜੀ ਪਹਿਲੀ ਜਗ੍ਹਾ ਤੇ, ਵੀ ਉਹਦਾ ਕਸੂਰ ਨਹੀਂ ਹੈ ਤਾਂ ਉਹਦੇ ਹੁਕਮ ਵਿੱਚ ਹੀ ਆ ਤੇ ਉਹਨੂੰ ਮਾਫ ਕੀਤਾ, ਉਹਦਾ ਕੋਈ ਕਸੂਰ ਹੀ ਨਹੀਂ ਹੈਗਾ। ਬਿਲਕੁਲ ਠੀਕ ਹੈ ਜੀ, ਉਹਨੂੰ ਆਹ ਮਾਫ ਕਰ ਦਈਏ ਤੇ ਤਾਂ ਵੀ ਅਸੀਂ ਮੁਕਤ ਹੋ ਸਕਦੇ ਹਾਂ। ਬਹੁਤ ਸੌਖਾ ਤਰੀਕਾ, ਮਾਫ ਕਰਨਾ ਤੇ ਤੁਹਾਨੂੰ ਹੀ ਪੈਣਾ ਨਾ ਕਿ ਮੈਂ ਗਿਆਨ ਦੇ ਆਸਰੇ ਤੇ ਜੀ, ਗਿਆਨ ਦੇ ਉੱਤੇ ਚੱਲ ਕੇ ਵੀ ਉਹਨੂੰ ਵੀ ਜਹਾਂ ਖਿਮਾ ਤਾਂ ਆਪ, ਵੀ ਉਹਨੂੰ ਖਿਮਾ ਕਰ ਦਿਓ ਬਸ। ਉਹ ਪ੍ਰਮਾਤਮਾ ਨੂੰ ਇਹੀ ਮਨਜ਼ੂਰ ਆ, ਪ੍ਰਮਾਤਮਾ ਇਹਦੇ ਨਾਲ ਹੀ ਖੁਸ਼ ਹੁੰਦਾ। ਖਿਮਾ ਬਹੁਤ ਵੱਡਾ ਗੁਣ ਹੈ ਨਾ ਜੀ, ਵੀ ਉਹ ਵੀ ਉਹਦੇ ਹੁਕਮ ਵਿੱਚ ਹੀ ਚੱਲ ਰਿਹਾ ਜੀ ਉਹ, ਪਰ ਹੈ ਉਹ ਮਤਲਬ ਪਲੇਅਰ ਜਿਹੜਾ ਨੈਗੇਟਿਵ ਪਲੇਅਰ ਹੈਗਾ। ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ। ਨੈਗੇਟਿਵ ਪਲੇਅਰ ਨੂੰ ਕੱਢ ਦੋ ਫਿਲਮ ਚੋਂ, ਫਿਲਮ ਕੇ ਕੰਮ ਦੀ ਨਹੀਂ ਰਹਿ ਜਾਣੀ। ਹਾਂਜੀ ਬਸ ਜੀ, ਉਹਦੇ ਨਾਲ ਇਹੀ ਹੈ ਨਾ ਵੀ ਸਾਕਲ ਦੀ ਸੰਗ ਹੀ ਨਾ ਕਰੋ ਤੁਸੀਂ, ਵੀ ਉਹ ਤੋਂ ਤੁਸੀਂ ਦੂਰ ਰਹੋ ਬਸ। ਬਿਲਕੁਲ ਠੀਕ। ਹਾਂਜੀ ਅੱਗੇ ਚਲੋ ਜੀ। ਅੱਗੇ ਵੀਰ ਜੀ, ਕਿਸਨੂੰ ਕਹੀਏ ਨਾਨਕਾ ਕਿਸਨੂੰ ਕਰਤਾ ਦੇ, ਇਹ ਵੀ ਉਹੀ ਆ ਕਿ ਜਿਹੜਾ ਇਸ ਤਰ੍ਹਾਂ ਸਾਰਾ ਕੁਛ ਕਰਦਾ ਹੈਗਾ ਉਸਨੂੰ ਕੋਈ ਕੀ ਕਹਿ ਸਕਦਾ, ਕਹਿ ਨਹੀਂ ਸਕਦਾ ਕੁਛ, ਕਿਉਂਕਿ ਹੈ ਤਾਂ ਉਹ ਵੀ ਪ੍ਰਭੂ ਦੇ ਹੁਕਮ ਦੇ ਵਿੱਚ ਹੀ, ਹੋਰ ਆਪਾਂ ਕੀ ਕਹਿ ਸਕਦੇ ਹਾਂ। ਪ੍ਰਮਾਤਮਾ ਨੇ ਉਸ ਨੂੰ ਕਰਤਾ ਨਹੀਂ, ਉਸ ਨੂੰ ਇਸ ਤਰ੍ਹਾਂ ਦਾ ਉਹਦੇ ਕਰਮਾਂ ਦੇ ਹਿਸਾਬ ਨਾਲ ਬਣਾਇਆ ਹੋਇਆ, ਜੋ ਸਾਰਾ ਉਹ ਮਤਲਬ ਗਲਤ ਗਿਆਨ ਦੇ ਆਸਰੇ ਤੇ ਸਾਰਾ ਕਰਮਕਾਂਡ ਕਰਤਾ, ਉਹਨੂੰ ਕਿ ਆਪਾਂ ਕੋਈ ਵੀ ਕੁਛ ਕੀ ਕਹਿ ਸਕਦੇ ਹਾਂ, ਕੁਛ ਵੀ ਨਹੀਂ ਕਹਿ ਸਕਦੇ। ਮਤਲਬ ਉਹਨੂੰ ਗਿਆਨ ਗਲਤ ਮਿਲਿਆ ਹੋਇਆ, ਗਲਤ ਬੰਦੇ ਮਿਲੇ ਆ। ਹੁਕਮ ਰਹਾਏ ਨਾਨਕਾ ਮੂਰਖ ਆਪ ਗਣੇ, ਉਹ ਆਪਣੇ ਮਨ ਨੂੰ ਹੀ ਮੂਹਰੇ ਰੱਖਦਾ, ਆਪਣਾ ਹੁਕਮ ਹੀ ਮੰਨਦਾਗਾ ਤੇ ਵੀ ਜੋ ਮੈਂ ਕਰਦਾ ਉਹੀ ਠੀਕ ਆ, ਵੀ ਪ੍ਰਮਾਤਮਾ ਦੇ ਹੁਕਮ ਨੂੰ ਨਹੀਂ ਮੰਨਦਾ। ਉਹ ਆਪਣੇ ਮੰਨਦਾ ਵੀ ਜੋ ਮੈਨੂੰ ਚੰਗਾ ਲੱਗਦਾ ਮੈਂ ਤਾਂ ਉਹ ਕਰਦਾ। ਮੇਰਾ ਮਨ ਇਸੇ ਗੱਲ ਨੂੰ ਹੀ ਮੰਨਦਾ ਹੈਗਾ, ਪ੍ਰਮਾਤਮਾ ਦੀ ਬਜਾਏ ਉਹ ਆਪਣੇ ਮਨ ਨੂੰ ਹੀ ਮੂਹਰੇ ਰੱਖਦਾ। ਆਪਣੀ ਜੋ ਉਹਦੀ ਬੁੱਧੀ ਆ, ਦੂਜੇ ਭਾਅ ਦੀ ਬੁੱਧੀ ਹੈਗੀ ਆ, ਉਹਦੇ ਹਿਸਾਬ ਨਾਲ ਹੀ ਉਹ ਚੱਲਦਾ ਤੇ ਇਸ ਕਰਕੇ ਉਹ ਸਾਰੇ ਕਰਮਕਾਂਡ ਕਰਦਾ, ਸਿੱਧੇ ਰਸਤੇ ਤੇ ਨਹੀਂ ਪੈਂਦਾ। ਬਾਣੀ ਇਹ ਜੇ ਬੰਦਿਆਂ ਨੂੰ ਮੂਰਖ ਕਹਿੰਦੀ ਹੈ। ਹਾਂਜੀ ਵੀਰ ਜੀ ਬਿਲਕੁਲ ਠੀਕ ਹੈ। ਹਾਂਜੀ ਠੀਕ ਹੈ ਜੀ, ਹੁਣ ਅੱਗੇ ਚਲੋ, ਤੁਸੀਂ ਅੱਗੇ ਬੋਲੋ। ਅਗਲਾ ਸ਼ਲੋਕ ਜੀ। ਹਾਂਜੀ ਅਗਲਾ ਸ਼ਲੋਕ ਸ਼ੁਰੂ ਕਰੋ। ਅਗਲਾ ਸ਼ਲੋਕ ਆ ਗਿਆ। ਹਾਂਜੀ ਅਗਲਾ ਸ਼ਲੋਕ ਫੇਰ ਮਹੱਲੇ ਪਹਿਲਾਂ ਇਹ ਵੀ ਉਹ ਕਰਮਕਾਂਡ ਹੀ ਦੱਸ ਰਿਹਾ ਹੈ ਆਖਾਂ ਕੋਟ ਕੋਟ ਕੋਟੀ ਹੂੰ ਕੋਟ ਕੋਟ। ਜੇ ਮੈਂ ਆਪਣੇ ਮੂੰਹ ਨਾਲ ਪ੍ਰਮਾਤਮਾ ਨੂੰ ਕੋਟ ਕੋਟ ਕਰੋੜਾਂ ਵਾਰ ਕਹਾਂ, ਕਈ ਕਰੋੜਾਂ ਵਾਰ ਕਹਾਂ, ਲੱਖਾਂ ਕਰੋੜਾਂ ਵਾਰ ਕਹਾਂ, ਆਖੂੰ ਆਖਾਂ ਸਦਾ ਸਦਾ ਕਹਿ ਨਾ ਆਵੇ ਤੋੜ, ਕਿ ਮੈਂ 24 ਘੰਟੇ ਦਿਨ ਰਾਤ ਹਰੇਕ ਸਾਹ ਹਰੇਕ ਘੜੀ ਹਰੇਕ ਪਲ ਨਾਲ ਉਹਦਾ ਨਾਂ ਮੈਂ ਲਈ ਜਾਵਾਂ, ਨਾ ਹਾਂ ਥੱਕਾ ਨਾ ਥਾਕਿਆਂ ਏਵਟ ਰੱਖੇ ਜੋ, ਕਿ ਮੈਂ ਇਸੇ ਤਰ੍ਹਾਂ ਹੀ ਪ੍ਰਮਾਤਮਾ ਨੂੰ ਆਪਦੇ ਮੂੰਹ ਨਾਲ ਹੀ ਕਹਿ ਕਹਿ ਕੇ ਮੈਂ ਨਾ ਥੱਕਾਂ ਨਾ ਰੁਕਾਂ। ਨਾਨਕ ਦੱਸਿਓ ਦੁੱਖ ਬਿੰਦ ਉੱਪਰ ਆਖਣ ਦੋਸ਼। ਅਗਰ ਇਸੇ ਤਰ੍ਹਾਂ ਮੈਂ ਕਰੀ ਜਾਵਾਂ ਲਗਾਤਾਰ ਸਾਲਾਂ ਬੱਧੀ ਕਰੀ ਜਾਵਾਂ ਤੇ ਉਸ ਨੂੰ ਇੱਕ ਚੁੱਕ ਬਿੰਦ ਵਾਸਤੇ ਵੀ, ਇੱਕ ਚੱਸੇ ਵਾਸਤੇ ਵੀ ਉਸ ਨੂੰ ਸੁੱਖ ਨਹੀਂ ਮਿਲਦਾ। ਉਹਦੇ ਚ ਹੋਰ ਕਿਸੇ ਦਾ ਦੋਸ਼ ਨਹੀਂ, ਉਹਦਾ ਆਪ ਦਾ ਦੋਸ਼ ਹੀ ਆ। ਕਿਉਂ? ਕਿਉਂਕਿ ਉਹ ਜਿਹੜਾ ਸਾਨੂੰ ਪ੍ਰਾਪਤੀ ਹੋਣੀ ਆ, ਉਹ ਤਾਂ ਆਪਣੀ ਸਾਧਨਾ ਨਹੀਂ ਕਰਦੇ, ਉਹਦਾ ਨਾਮ ਨਹੀਂ ਜਪਦੇ, ਉਹਦੀ ਸਿਫਤਲਾ ਨਹੀਂ ਕਰਦੇ। ਅੰਦਰੋਂ ਮਨ ਦਾ ਸਾਡਾ ਮਨ ਦੀ ਪੋਜੀਸ਼ਨ ਕੀ ਹੈਗੀ ਆ, ਜਿੰਨਾ ਚਿਰ ਅਸੀਂ ਉਹ ਗਿਆਨ ਲੈ ਕੇ ਭਗਤੀ ਨਹੀਂ ਕਰਦੇ ਪ੍ਰਮਾਤਮਾ ਦੀ, ਉਹਨਾਂ ਚਿਰ ਕੋਈ ਪ੍ਰਾਪਤੀ ਨਹੀਂ ਹੈ। ਇਹ ਕਰਮ ਕਾਂਡਾਂ ਨਾਲ, ਇਹ ਆਖਾਂ ਨਾਲ, ਜ਼ੁਬਾਨ ਨਾਲ ਬਾਹਰੋਂ ਕੁਛ ਨਹੀਂ ਹੋਣਾ। ਜਿਵੇਂ ਕਬੀਰ ਜੀ ਕਹਿੰਦੇ ਆ, ਰਾਮ ਰਾਮ ਕਰਤਾ ਸਭ ਜਗ ਪਰੇ, ਰਾਮ ਨਾ ਕਿਹਾ ਜਾਏ ਰਾਮ ਨਾ ਪਾਇਆ ਜਾਏ। ਮਤਲਬ ਉਹ ਇਕੱਲੇ ਕਹਿਣ ਨਾਲ ਕੁਛ ਨਹੀਂ ਹੁੰਦਾਗਾ, ਉਹ ਤਾਂ ਪ੍ਰਮਾਤਮਾ ਤੁਹਾਡੀ ਹਰ ਇੱਕ ਚੀਜ਼ ਸਮਝਦਾ, ਬਿਨ ਬੋਲਿਆ ਸਭ ਕੁਝ ਜਾਣਦਾ, ਇਸ ਕੀਤੇ ਅੱਗੇ ਅਰਦਾਸ ਜੀ। ਉਹ ਤਾਂ ਦਿਲ ਦੀ ਮਨ ਦੀ ਭਾਵਨਾ ਦੇਖਦਾ ਵੀ ਤੁਹਾਡੇ ਅੰਦਰ ਕੀ ਆ, ਮਨ ਤੁਹਾਡਾ ਕਿੱਥੇ ਟਿਕਿਆ ਹੋਇਆ, ਵਿਚਾਰ ਕਿੱਥੇ ਟਿਕਿਆ ਹੋਇਆ। ਅੰਦਰ ਕੁਝ ਹੋਰ ਆ
ਬਾਹਰ ਕੁਝ ਹੋਰ ਆ, ਉਹਦੇ ਨਾਲ ਗੱਲ ਨਹੀਂ ਬਣਦੀ। ਉਹ ਇੱਕ ਕਰਮਕਾਂਡ ਬਣ ਕੇ ਰਹਿ ਜਾਂਦਾ ਹੈਗਾ। ਨਾਕਮੰਡ ਲੱਗਦਾ ਹੈ ਨਾ, ਤੋ ਇਹ ਵੀ ਦੂਸਰਾ ਕਰਮਕਾਂਡ ਨਾਕਮੰਡ ਲਗੇ ਉਹ ਇਸ ਲੋਕ ਵਿੱਚ ਦੱਸਿਆ ਹੈਗਾ ਕਿ ਇਸ ਤਰ੍ਹਾਂ ਬਾਹਰੋਂ ਕਹਿਣ ਦਾ ਮਨ ਅਗਰ ਤੁਹਾਡਾ ਕਿਤੇ ਹੋਰ ਤੁਰਿਆ ਫਿਰਦਾ ਔਰ ਤੁਸੀਂ ਜਵਾਨ ਨਾਲ ਰਾਮ ਰਾਮ ਵਾਹਿਗੁਰੂ ਵਾਹਿਗੁਰੂ ਕਹੀ ਜਾਂਦੇ ਹੋ, ਉਹਦੇ ਨਾਲ ਕੋਈ ਵੀ ਫਰਕ ਨਹੀਂ ਪੈਣਾ। ਤੁਹਾਡੀ ਧਾਰਮਿਕ ਪ੍ਰਾਪਤੀ ਬਿਲਕੁਲ ਇੱਕ ਦੱਸੇ ਜਿੰਨਾ ਵੀ ਤੁਹਾਡਾ ਮਨ ਨਹੀਂ ਲੱਗਣਾ। ਹਾਂਜੀ ਵੀਰ ਜੀ, ਇੱਕ ਸੈਕਿੰਡ। ਹਾਂਜੀ ਠੀਕ ਹੈ ਜੀ। ਆਓ ਸਾਧ ਸੰਗਤ ਜੀ, ਇਹਦੇ ਵਿੱਚ ਜੋ ਬਾਣੀ ਆਪਾਂ ਨੂੰ ਸਮਝਾ ਰਹੀ ਹੈ You need to sign the other one, right? This one? Yeah, this one. ਇੱਥੇ regarding us insurance, right? ਇੱਕ ਸੈਕਿੰਡ ਹੋ ਜਾਓ। Date 126. ਹੁਣ ਸਾਧ ਸੰਗਤ ਜੀ, ਇੱਥੇ ਬਾਣੀ ਆਪਾਂ ਨੂੰ ਇਹ ਸਮਝਾ ਰਹੀ ਆ, ਦੇਖੀਏ ਇਹ ਨਹੀਂ ਆ ਕਿ ਜ਼ਿਆਦਾ ਜਾਪ ਕਰਨ ਦੇ ਨਾਲ ਪਰਮਾਤਮਾ ਖੁਸ਼ ਹੋ ਜਾਂਦਾ। ਹਾਂਜੀ ਇੱਥੇ ਇਹ ਚੀਜ਼ ਨੂੰ ਆਪ ਅੰਡਰਸਟੈਂਡ ਕਰੋ। ਸਭ ਤੋਂ ਪਹਿਲਾਂ ਪਤਾ ਕੀ ਹੈ ਕਿ ਤੁਹਾਡੇ ਆਪਣੇ ਅੰਦਰ ਦੀ ਸਥਿਤੀ ਕੀ ਹੈ। ਜੇਕਰ ਮਨ ਦੀ ਸਥਿਤੀ ਕੁਝ ਹੋ ਰਿਹਾ, ਭਾਵੇਂ ਤੁਸੀਂ ਮੂੰਹ ਦੇ ਨਾਲ ਜਾਪ ਕਰੀ ਜਾਓ, ਭਾਵੇਂ ਤੁਸੀਂ ਕੋਈ ਵੀ ਕਰਮ ਕਰੀ ਜਾਓ, ਤੇ ਉਹ ਤੁਹਾਡਾ ਸੈਟਿੰਗ ਨਹੀਂ ਬਣੀ। ਹੁਣ ਇਹਦਾ ਸਮਾਜਿਕ ਕੰਮ ਹੈ ਨਾ, ਤੁਸੀਂ ਬੇਸ਼ੱਕ ਹੁਣ ਤੁਸੀਂ ਦਫ਼ਤਰੇ ਗਏ ਹੋ, ਉੱਥੇ ਭਾਵੇਂ ਤੁਹਾਡਾ ਮਨ ਨਹੀਂ ਆ, ਤੁਹਾਡੇ ਅਚੇਤਨ ਮਨ ਨੇ ਜਿਹੜਾ ਨਾ, ਅਵਚੇਤਨ ਮਨ ਨੇ ਤੁਹਾਡੇ ਕੰਮ ਕਰ ਦੇਣੇ। ਹੁਣ ਸ਼ਰਾਬੀ ਬੰਦਾ ਵੇਖੋ ਕਿੰਨੀ ਸ਼ਰਾਬ ਪੀਤੀ ਹੁੰਦੀ ਹੈ, ਪਰ ਉਹ ਬੰਦਾ ਆਪਣੇ ਘਰੇ ਆ ਜਾਂਦਾ ਸ਼ਰਾਬ ਪੀਣ ਦੇ ਬਾਵਜੂਦ ਵੀ, ਕਿੰਨੀ ਸ਼ਰਾਬ ਪੀਣ ਦੇ ਬਾਵਜੂਦ ਵੀ ਉਹਦੇ ਕੋਲ ਘਰੇ ਪਹੁੰਚ ਜਾਂਦਾ। ਕਿਉਂਕਿ ਜਿਹੜਾ ਮਨ ਹੈਗਾ, ਜਿਹਨੂੰ ਸਬ ਕੌਂਸ਼ੀਅਸ ਮਾਈਂਡ ਕਹਿੰਦੇ ਆ, ਉਹਦੇ ਅੰਦਰ ਡਾਟਾ ਹੈਗਾ, ਪਤਾ ਵਾ ਕਿ ਕਿਹੜੀ ਸੜਕ ਤੇ ਜਾਣਾ ਵਾ, ਕਿੱਦਾਂ ਜਾਣਾ ਵਾ, ਟ੍ਰੈਫਿਕ ਦਾ ਸਾਰਾ ਗਿਆਨ ਹੈਗਾ। ਹੁਣ ਜਿੱਦਾਂ ਆਪਾਂ ਕਾਰ ਸਿੱਖਦੇ ਆ ਤੇ ਕਾਰ ਦੇ ਵਿੱਚ ਕੀ ਹੁੰਦਾ ਵਾ ਕਿ ਸ਼ੁਰੂ ਚ ਆਪਾਂ ਚੇਤਨ ਮਨ ਦੇ ਨਾਲ ਕਾਰ ਸਿੱਖਦੇ ਆ। ਮੁੜ ਕੇ ਜਿਵੇਂ ਆਪਣਾ ਤਜਰਬਾ ਵੱਧਦਾ ਜਾਂਦਾ ਹੈ, ਫਿਰ ਆਪਾਂ ਫੋਨ ਤੇ ਵੀ ਗੱਲ ਕਰੀ ਜਾਂਦੇ ਆ, ਕੈਸਟ ਵੀ ਚੇਂਜ ਕਰ ਲੈਂਦੇ ਆ, ਗਾਣੇ ਵੀ ਚੇਂਜ ਕਰ ਲੈਂਦੇ ਆ, ਹੋਰ ਐਰਾ ਵਗੈਰਾ ਕਰੀ ਜਾਂਦੇ ਆ। ਪਰ ਉਸ ਟਾਈਮ ਤੇ ਜਿਹੜਾ ਸਾਡੀ ਗੱਡੀ ਆ, ਉਹ ਅਚੇਤਨ ਮਨ ਚਲਾਉਂਦਾ। ਇਸੇ ਤਰ੍ਹਾਂ ਕੀ ਹੋਇਆ ਕਿ ਸਾਡਾ ਜਿਹੜਾ ਜੀਵਨ ਆ, ਜਿਹੜਾ ਇਨਸਾਨ ਦਾ ਜੀਵਨ ਜਿਹੜਾ ਹੈ ਨਾ, ਉਹਨੂੰ ਅਚੇਤਨ ਮਨ ਚਲਾ ਰਿਹਾ। ਅਚੇਤਨ ਮਨ ਚਲਾਉਣ ਦੇ ਨਾਲ ਕੀ ਹੁੰਦਾ ਵਾ ਕਿ ਉਹ ਇੱਕ ਮਸ਼ੀਨ ਆ। ਇੱਕ ਤੁਹਾਡੀ ਨਾ ਆਵਾਜ਼ ਆ ਰਹੀ ਹੈ, ਤੁਸੀਂ ਥੋੜਾ ਮਾਈਕ ਬੰਦ ਕਰ ਦਿਆ ਕਰੋ ਕੁਝ ਸੈਕਿੰਡ ਲਈ। ਹਾਂਜੀ, ਉਹ ਮੈਂ ਬੰਦ ਕਰਦਾ, ਮੇਰੇ ਗੱਲ ਦੀ ਪ੍ਰੋਬਲਮ ਰਹਿੰਦੀ ਹੈ ਜੀ। ਹਾਂ, ਵਿੱਚ ਤੁਹਾਡੀ ਆਵਾਜ਼ ਆਈ ਜਾਂਦੀ, ਫਿਰ ਤੁਸੀਂ ਫਿਰ ਚਾਲੂ ਕਰ ਲਓ। ਤੇ ਹੁਣ ਜਿਹੜਾ ਸਾਡਾ ਅਚੇਤਨ ਮਨ ਆ, ਉਹ ਕੀ ਕਰਦਾ ਵਾ, ਉਹਨੇ ਹੋਇਆ ਕੀ ਆ ਤੁਹਾਨੂੰ ਅੱਜ ਅੱਛਾ ਮੈਂ ਦੱਸਦਾ ਕਿ ਜੀਵਨ 'ਚ ਗੜਬੜੀ ਕਿੱਥੇ ਹੋ ਗਈ। ਜਦੋਂ ਬੱਚਾ ਛੋਟਾ ਹੁੰਦਾ ਵਾ ਤੇ ਉਹ ਚੇਤਨ ਮਨ 'ਚ ਜੀਵਨ ਬਤੀਤ ਕਰਦਾ, ਉਦੋਂ ਆਤਮਾ ਤੱਤ 'ਚ ਹੁੰਦਾ ਉਹ ਛੋਟਾ ਬੱਚਾ। ਦੇਖੋ ਆਤਮਾ ਤੱਤ ਤੈਨੂੰ ਤਾਂ ਥੱਕਦਾ ਨਹੀਂ, ਕਿਉਂਕਿ ਉਹਦੇ ਕੋਲ ਬਹੁਤ ਸ਼ਕਤੀ ਹੈ। ਜਿੱਦਾਂ ਆਪਾਂ ਆਤਮ ਤੱਤ 'ਚ ਜਦੋਂ ਜੀਵਨ ਬਤੀਤ ਕਰਦੇ ਹਾਂ ਤੇ ਸਾਡੇ ਸਰੀਰ ਦਾ ਜਿਹੜਾ ਵਜਨ ਖਤਮ ਹੋ ਜਾਂਦਾ ਹੈ। ਵੇਖੋ ਵਿੱਚ ਸਾਧਨਾ ਕਰਦੇ ਜਦੋਂ ਤੁਹਾਡਾ ਵਜਨ ਨਹੀਂ ਰਹਿ ਜਾਣਾ, ਤੇ ਆਤਮਾ ਤੇ ਬੋਝ ਨਹੀਂ ਪੈ ਸਕਦਾ। ਆਤਮਾ ਜਿਹੜੀ ਹੈ ਨਿਰਗੁਣ ਹੈ, ਤੇ ਜਿਹੜਾ ਸਰਗੁਣ ਆ ਉਹਦਾ ਪ੍ਰਭਾਵ ਨਹੀਂ ਨਿਰਗੁਣ ਤੇ ਪੈਂਦਾ, ਕਿਉਂਕਿ ਨਿਰਗੁਣ ਜਿਹੜੀ ਆ ਉਹ ਦੋਸ਼ ਤੋਂ ਰਹਿਤ ਹੈ। ਹੁਣ ਜਦੋਂ ਬੱਚਾ ਛੋਟਾ ਹੁੰਦਾ ਹੈ, ਛੋਟਾ ਬੱਚਾ ਕੀ ਕਰਦਾ ਹੈ, ਉਹ ਇੱਕ ਚੀਜ਼ ਤੁਹਾਡੇ ਕੋਲ ਸਿੱਖੀ ਜਾਂਦਾ। ਜਿੱਦਾਂ ਆਪਾਂ ਗੱਡੀ ਚਲਾਉਣੀ ਸਿੱਖਦੇ ਨਾ, ਉਸੇ ਤਰ੍ਹਾਂ ਹੀ ਸਾਰੀਆਂ ਗੱਲਾਂ ਸਿੱਖ ਲੈਂਦਾ। ਹੁਣ ਜਦੋਂ ਬੱਚਾ ਵੱਡਾ ਹੋਈ ਜਾਂਦਾ ਤੇ 15 ਸਾਲ ਤੱਕ 10 ਸਾਲ ਤੱਕ ਉਹ ਬਹੁਤ ਜਾਣਕਾਰੀ ਆ ਜਾਂਦੀ ਪੜ੍ਹਾਈ ਦੀ ਵਗੈਰਾ। ਫਿਰ ਤੇ ਕੰਪਿਊਟਰ ਵਾਂਗੂ ਹੀ ਆ, ਹੱਥ ਖੜਾ ਕਰੋ, ਸੱਜਾ ਹੱਥ ਖੜੋ, ਸੱਜਾ ਕਰਤਾ, ਖੱਬਾ ਹੱਥ ਖੜਾ ਕਰੋ, ਖੱਬਾ ਕਰਤਾ। ਕਮਾਂਡਿੰਗ ਜਿੱਦਾਂ ਦੀ ਕਮਾਂਡ ਆ ਗਈ, ਭੁੱਖ ਲੱਗੀ ਰੋਟੀ ਖਾ ਲਓ। ਹੁਣ ਤੁਸੀਂ ਰੋਟੀ ਜਦੋਂ ਤੁਸੀਂ ਰੋਟੀ ਖਾਂਦੇ ਜੋ, ਤੁਸੀਂ ਖੱਬੇ ਹੱਥ ਨਾਲ ਖਾ ਕੇ ਵੇਖੋ, ਤੁਹਾਨੂੰ ਇੱਕ ਰੋਟੀ ਜਿਹੜੀ ਖਾਣ ਦੀ ਬੁਰਕੀ ਕਿੰਨੀ ਮੁਸ਼ਕਲ ਆਉਣੀ ਹੈ, ਕਿਉਂਕਿ ਉਹ ਜਿਹੜਾ ਕੰਮ ਹੈਗਾ ਵਾ
ਉਹ ਡਾਟਾ ਨਹੀਂ ਹੈਗਾ ਤੁਹਾਡੇ ਕੋਲ। ਹਾਂ, ਸੱਜੇ ਹੱਥ ਨਾਲ ਤੁਸੀਂ ਰੋਟੀ ਖਾਂਦੇ ਜੋ, ਕੋਈ ਪ੍ਰੋਬਲਮ ਨਹੀਂ ਆ, ਤੁਹਾਨੂੰ ਵੇਖਣ ਦੀ ਲੋੜ ਨਹੀਂ ਆ। ਆਪਣੇ ਆਪ ਹੀ ਬੁਰਕੀ ਟੁੱਟ ਜਾਣੀ ਆ, ਆਪਣੇ ਆਪ ਹੀ ਦਾਲ 'ਚ ਚਲ ਜਾਣੀ ਆ, ਆਪਣੇ ਆਪ ਸਬਜ਼ੀ 'ਚ ਚਲ ਜਾਣੀ ਆ, ਆਪਣੇ ਆਪ ਹੀ ਅਚਾਰ 'ਚ ਚਲ ਜਾਣੀ ਆ, ਆਪਣੇ ਆਪ ਹੀ ਸਲਾਦ ਖਾ ਲੈਣਾ, ਕਿਉਂਕਿ ਉਹ ਰੋਬਟ ਹੈਗਾ, ਮਸ਼ੀਨ ਦੇ ਵਿੱਚ ਹੈ ਸਾਰਾ ਡਾਟਾ। ਪਰ ਜਦੋਂ ਤੁਹਾਨੂੰ ਕਿਹਾ ਜਾਵੇ ਕਿ ਖੱਬੇ ਹੱਥ ਨਾਲ ਰੋਟੀ ਖਾਓ, ਜਿਹੜੇ ਹੱਥ ਨਾਲ ਤੁਸੀਂ ਪਹਿਲਾਂ ਰੋਟੀ ਨਹੀਂ ਖਾਧੀ, ਫਿਰ ਏਦਾਂ ਰੋਟੀ ਨਹੀਂ ਖਾਧੀ ਜਾਏਗੀ, ਕਿਉਂਕਿ ਡਾਟਾ ਹੀ ਨਹੀਂ ਹੈਗਾ ਬ੍ਰੇਨ 'ਚ। ਉਸ ਟਾਈਮ ਤੇ ਤੁਹਾਨੂੰ ਇੱਕ ਮੁਸ਼ਕਲ ਆਉਣੀ ਆ, ਕਿਉਂਕਿ ਤੁਹਾਨੂੰ ਉਹ ਜਿਹੜਾ ਕੰਮ ਹੈ ਚੇਤਨ ਮਨ ਦੇ ਨਾਲ ਕਰਨਾ ਪੈਣਾ। ਚੇਤਨ ਮਨ ਹੀ ਤੇ ਜੀਵਨ ਨੂੰ ਚਲਾਵੇ ਤੇ ਫਿਰ ਕੋਈ ਪ੍ਰੋਬਲਮ ਨਹੀਂ ਹੈ। ਜਦੋਂ ਆਪਾਂ ਅਚੇਤਨ ਮਨ ਦੇ ਨਾਲ ਆਪਣਾ ਜੀਵਨ ਚਲਾਉਂਦੇ ਹਾਂ, ਉਹਦੇ ਨਾਲ ਤੇ ਫਿਰ ਪੁਰਾਣੀਆਂ ਹੀ ਗੱਲਾਂ, ਹੁਣ ਤੁਸੀਂ ਪਾਠ ਪੜ੍ਹਦੇ ਜੋ, ਤੇ ਪਾਠ ਦੇ ਵਿੱਚ ਕੀ ਹੈ, ਉਹ ਆਲਰੇਡੀ ਡਾਟਾ ਹੈਗਾ ਉਹਦੇ ਅੰਦਰ, ਉਹ ਬਸ ਬੋਲੀ ਜਾਂਦਾ, ਪਰ ਉਹਦੇ ਬੋਲਣ ਨਾਲ ਤੁਹਾਡੇ ਜੀਵਨ 'ਚ ਪਰਿਵਰਤਨ ਨਹੀਂ ਨਾ ਹੋਣਾ, ਕਿਉਂਕਿ ਉਹ ਜਿਹੜਾ ਡਾਟਾ ਵਾ ਉਹ ਤੁਹਾਡੀ ਬੁੱਧੀ ਦੇ ਅੰਦਰ ਹੈ, ਤੁਹਾਡੀ ਯਾਦ ਸ਼ਕਤੀ ਦੇ ਅੰਦਰ ਹੈ। ਉਹ ਯਾਦ ਸ਼ਕਤੀ ਦੇ ਅੰਦਰ ਪਿਆ। ਹੁਣ ਮੰਨ ਲਓ ਕਿਤਾਬਾਂ ਲੈ ਆਓ, 4-5 ਆਪਣੇ ਕਮਰੇ 'ਚ ਲਿਆ ਕੇ ਰੱਖ ਦਿਓ, ਕੀ ਹੋਊਗਾ? ਕਿਤਾਬ ਪੜ੍ਹ ਲਈ, ਫਿਰ ਰੱਖਦੀ, ਪਰ ਕਿਤਾਬ 'ਚ ਲਿਖਿਆ ਕੀ ਆ ਉਹਨੂੰ ਸਮਝਣਾ ਤੇ ਜ਼ਰੂਰੀ ਆ। ਜਿੰਨਾ ਚਿਰ ਤੱਕ ਸਮਝਾਂਗੇ ਨਹੀਂ, ਗਿਆਨ ਕਿੱਥੋਂ ਮਿਲੂਗਾ ਸਾਨੂੰ? ਹੁਣ ਇਹ ਜਿਹੜਾ ਅਚੇਤਨ ਮਨ ਹੈ ਉਹ ਸਾਡੇ ਜੀਵਨ ਨੂੰ ਚਲਾ ਰਿਹਾ, ਹਰ ਇੱਕ ਬੰਦੇ ਦੇ ਜੀਵਨ ਨੂੰ ਚਲਾ ਰਿਹਾ। ਔਰ ਇਹ ਸੰਤਾਂ ਨੇ ਇਸੇ ਚੀਜ਼ ਨੂੰ ਲੱਭ ਲਿਆ ਕਿ ਬੰਦੇ ਕੋ ਸੁੱਖ ਹੈਗਾ, ਪਰ ਬੰਦਾ ਜਿਹੜਾ ਵਾ ਉਸ ਚੀਜ਼ ਲਈ ਦੁਖੀ ਆ ਜਿਹੜੀ ਚੀਜ਼ ਦੀ ਲੋੜ ਨਹੀਂ ਆ। ਪਰ ਬੰਦਾ ਵੇਂਦਾ ਨਹੀਂ ਪਿਆ। ਹੁਣ ਬੰਦੇ ਕੋ ਦੇਖੋ ਕਿੰਨੇ ਸੁੱਖ ਹੈਗੇ, ਬੰਦੇ ਕੋਲ ਹਰ ਇੱਕ ਕੁਝ ਸੁੱਖ ਹੈਗੇ। ਇਹ ਨਹੀਂ ਕਿ ਤੁਸੀਂ ਕਿਸੇ ਚੀਜ਼ 'ਚ ਕਮੀ ਨਹੀਂ ਹੈਗੀ ਤੁਹਾਡੇ 'ਚ। ਤੁਸੀਂ ਦੇਖ ਲਓ, ਤੁਸੀਂ ਆਪਣੇ ਦੇ ਥੱਲੇ ਵੇਖੋਗੇ ਤੁਹਾਨੂੰ ਪਤਾ ਲੱਗੂਗਾ ਕਿ ਦੁਨੀਆ ਬਹੁਤ ਲੋਕਾਂ ਕੋਲ ਉਹ ਚੀਜ਼ਾਂ ਤੁਹਾਡੇ ਕੋਲ ਹੈਗੀਆਂ। ਜੇ ਤੁਸੀਂ ਸੁਖੀ ਕਰਨਾ ਤਾਂ ਥੱਲੇ ਵੇਖੋ, ਜੇ ਤੁਸੀਂ ਆਪਣੇ ਆਪ ਨੂੰ ਦੁਖੀ ਕਰਨਾ ਚਾਹੁੰਦੇ ਹੋ, ਪਰੇਸ਼ਾਨ ਕਰਨਾ ਚਾਹੁੰਦੇ ਹੋ, ਫਿਰ ਤੇ ਉੱਪਰ ਵੇਖੋ, ਦੁਨੀਆ ਦੇ ਅਮੀਰਾਂ ਤੋਂ ਅਮੀਰ ਬਾਦਸ਼ਾਹ ਵੇਖੋ, ਲੋਕੀ ਕਈ ਕੰਟਰੀਆਂ ਦੇ ਰਾਜੀ ਹੈਗੇ। ਤੁਸੀਂ ਫਿਰ ਰਾਜੀ ਬਣਨਾ ਚਾਹੋਗੇ, ਫਿਰ ਤੇ ਦੁਖੀ ਹੋਣ ਵਾਲੀ ਗੱਲ ਹੈ। ਇਹ ਜਿਹੜਾ ਅਚੇਤਨ ਮਨ ਆ, ਇਹ ਕੀਤਾ ਕਿ ਇਹ ਕੰਮ ਕਰਨਾ ਬੜਾ ਸੌਖਾ। ਅਚੇਤਨ ਮਨ 'ਚ ਹੁਣ ਤੁਸੀਂ ਰੋਟੀ ਖਾਧੀ ਆ ਤੇ ਉਹ 'ਚ ਲੂਣ ਘੱਟ ਆ, ਅੰਦਰ ਦੀ ਮਸ਼ੀਨ ਨੇ ਰੌਲਾ ਪਾਤਾ ਲੂਣ ਘੱਟ ਆ, ਅੰਦਰ ਦੀ ਮਸ਼ੀਨ ਨੇ ਪਾਤਾ ਰੌਲਾ ਲੂਣ ਜ਼ਿਆਦਾ। ਤੁਸੀਂ ਰਿਐਕਸ਼ਨ ਹੀ ਕਰਦੇ ਜੋ, ਬਸ ਤੁਸੀਂ ਘਰੇ ਰੌਲਾ ਪਾਉਣਾ ਸ਼ੁਰੂ ਕਰ ਦਿੰਦੇ ਜੋ। ਪਰ ਤੁਸੀਂ ਇਹ ਵੀ ਕਹਿ ਸਕਦੇ ਜੋ ਕਿ ਅੱਜ ਲੂਣ ਘੱਟ ਪਿਆ ਵਾ ਸਬਜ਼ੀ 'ਚ, ਮੈਨੂੰ ਲੂਣ ਦੇ ਦਿਓ। ਜੇ ਤੁਸੀਂ ਲੜਾਈ ਕਰਨਾ ਚਾਹੁੰਦੇ ਜੋ ਤੇ ਕਹਿ ਦਿਓ ਕਿ ਤੁਹਾਨੂੰ ਸਬਜ਼ੀ ਨਹੀਂ ਬਣਾਉਣੀ ਆਉਂਦੀ, ਲੂਣ ਉਹਨੂੰ ਵੱਧ ਪਾਇਆ, ਪੈ ਗਿਆ ਨਾ ਫਰਕ। ਇਹ ਜਿੱਦਾਂ ਦੀ ਆਪਾਂ ਕਿਰਿਆ ਕਰਦੇ ਹਾਂ, ਜੇਕਰ ਅਸੀਂ ਅਚੇਤਨ ਮਨ ਦੇ ਬੇਸ ਤੇ ਕਿਰਿਆ ਕਰਦੇ ਹਾਂ ਤੇ ਸਾਡੇ ਜੀਵਨ 'ਚ ਪਰੇਸ਼ਾਨੀਆਂ, ਦੁੱਖ ਵੱਧਦੇ ਹੀ ਜਾਣੇ ਆ। ਜੇ ਆਪਾਂ ਥੋੜਾ ਜਿਹਾ ਸਹਿਜ 'ਚ ਰਹਿੰਦੇ ਹਾਂ ਪਰ ਚੀਜ਼ ਨੂੰ ਸਮਝਦੇ ਹਾਂ, ਉਹ ਮਸਲਾ ਉਸੇ ਟਾਈਮ ਹੀ ਹੱਲ ਹੋ ਜਾਂਦਾ। ਹੁਣ ਮੰਨ ਲਓ ਤੁਹਾਨੂੰ ਕਿਸੇ ਨੇ ਕਹਿ ਦਿੱਤਾ ਕਿ ਫਲਾਨਾ ਬੰਦਾ ਜੀ ਤੁਹਾਡੀ ਚੋਰੀ ਕਰਦਾ, ਤੁਸੀਂ ਉਹਨੂੰ ਕਹੋਗੇ ਹਾਂਜੀ ਵੀਰ ਜੀ ਕੋਈ ਗੱਲ ਨਹੀਂ, ਉਹ ਬੰਦੇ ਦਾ ਮਨ ਆ, ਚਲੋ ਕੋਈ ਗੱਲ ਨਹੀਂ ਕਰਦਾ, ਤੇ ਉਹ ਜੇ ਉਹਨੂੰ ਖੁਸ਼ੀ ਮਿਲਦੀ ਤੇ ਕਰਨ ਦੋ, ਕੀ ਫਰਕ ਪੈਂਦਾ? ਤੇ ਜੇ ਤੁਸੀਂ ਪਰੇਸ਼ਾਨ ਹੋਣਾ ਚਾਹੁੰਦੇ ਜੋ ਤੇ ਫਿਰ ਉਹ ਬੰਦੇ ਦੀਆਂ ਗੱਲਾਂ ਸੁਣ ਲਓ, 15 ਮਿੰਟ ਸੁਣ ਲਓ, ਉਹ ਗੱਲਾਂ ਤੁਹਾਡੇ ਚਿੱਤ 'ਚ ਵੜ ਜਾਣੀਆਂ। ਚਿੱਤ ਤੁਹਾਡੇ ਨੇ ਉਸ ਗੱਲਾਂ ਨੂੰ ਛੱਡਣਾ ਨਹੀਂ ਹੈ, ਜੀਵਨ ਭਰ ਹੀ ਉਹ ਗੱਲਾਂ ਤੁਹਾਡੇ ਦਿਮਾਗ 'ਚ ਘੁੰਮਣ। ਹੁਣ ਧਿਆਨ ਸਿਮਰਨ ਦਾ ਮਤਲਬ ਕੀ ਹੈ ਕਿ ਜਿਹੜਾ ਚਿੱਤ ਦੇ ਵਿੱਚ ਕੋਈ ਚੀਜ਼ ਜਦੋਂ ਦਿਖਾਈ ਦੇਵੇ, ਕੁਝ ਵੀ ਆਪਣਾ ਬੀਤੇ ਤੁਹਾਨੂੰ। ਹੁਣ ਤੁਸੀਂ ਕਹਿੰਦੇ ਨਾ, ਕਈਆਂ ਨੂੰ ਕਹਿੰਦੇ ਮੈਨੂੰ ਵਿਚਾਰ ਬੜੇ ਆਉਂਦੇ, ਉਹਦਾ ਵਿਚਾਰ ਆਉਣੇ ਚਾਹੀਦੇ ਨੇ, ਕਿਉਂਕਿ ਤੁਹਾਡੇ ਜਿਹੜੇ ਅੰਦਰ ਚੀਜ਼ਾਂ ਲੱਭੀਆਂ ਨੇ ਉਹਨਾਂ ਨੇ ਉਸ ਤੋਂ ਬਾਹਰ ਆਉਣਾ, ਉਹਨਾਂ ਨੇ ਬਾਹਰ ਨਿਕਲਣਾ। ਉਹ ਤੁਸੀਂ ਉਹਨਾਂ ਨੂੰ ਜਦੋਂ ਤੁਹਾਡੇ ਸਾਹਮਣੇ ਡਿਸਪਲੇ ਹੋਣਗੀਆਂ ਤੇ ਤੁਸੀਂ ਆਪਣੇ ਮਨ ਨੂੰ ਕਹਿ ਦੇਣਾ, ਉੱਥੇ ਸੁਰਤੀ ਨਹੀਂ ਜਾਣ ਦੇਣੀ। ਤੁਸੀਂ ਇਹ ਕਹਿਣਾ ਵਾ ਇਹ ਬੀਤ ਚੁੱਕਿਆ ਵਾ, ਹੁਣ ਇਹਦੇ ਬਾਰੇ ਵੀ ਕੁਛ ਨਹੀਂ ਕੀਤਾ ਜਾ ਸਕਦਾ। ਨਦੀ ਦੇ ਪੁੱਲ ਤੋਂ ਪਾਣੀ ਲੰਘ ਗਿਆ, ਹੁਣ ਕੁਛ ਵੀ ਨਹੀਂ ਕੀਤਾ ਜਾ ਸਕਦਾ। ਤੁਸੀਂ ਜੇ 5-6 ਦਿਨ ਲਗਾਤਾਰ ਇਸ ਚੀਜ਼ ਦਾ ਧਿਆਨ ਕਰਦੇ, ਜਿਹਨੂੰ ਦਿਨੇ ਵੀ ਧਿਆਨ ਕਰੋ, ਜਾਗਦਿਆਂ ਵੀ ਧਿਆਨ ਕਰੋ, ਤੇ ਤੁਹਾਡਾ ਜੀਵਨ ਜਿਹੜਾ ਨਾ 95% ਸੌਖਾ ਜੀ। ਬੇਸ਼ੱਕ ਤੁਹਾਡੇ ਕੋਲ ਜ਼ਿਆਦਾ ਪਦਾਰਥ ਨਹੀਂ ਆ, ਤੁਹਾਡੀ ਜ਼ਿੰਦਗੀ 'ਚ ਤੁਹਾਡੇ ਬਹਾਰ ਆ ਜਾਣੀ। ਅੱਜ ਜੇਕਰ ਅਸੀਂ ਦੁਖੀ ਹਾਂ, ਉਹਦਾ ਕਾਰਨ ਕੀ ਆ? ਅਸੀਂ ਲੋੜ ਤੋਂ ਜ਼ਿਆਦਾ ਰਿਐਕਸ਼ਨ ਕਰ ਰਹੇ ਹਾਂ। ਅਸੀਂ ਅੱਖਾਂ ਦੇ ਨਾਲ ਉਹ ਚੀਜ਼ ਵੇਖ ਰਹੇ ਹਾਂ ਜਿਹੜੀ ਚੀਜ਼ ਨਹੀਂ ਵੇਖਣੀ ਚਾਹੀਦੀ। ਅਸੀਂ ਕੰਨਾਂ ਦੇ ਨਾਲ ਉਹ ਚੀਜ਼ ਸੁਣ ਰਹੇ ਹਾਂ ਜਿਹੜੀਆਂ ਚੀਜ਼ਾਂ ਨਹੀਂ ਸੁਣਨੀਆਂ ਚਾਹੀਦੀਆਂ। ਅਸੀਂ ਮੂੰਹ ਦੇ ਨਾਲ ਉਹ ਚੀਜ਼ਾਂ ਖਾਂਦੇ ਹਾਂ ਜਿਹੜੀਆਂ ਚੀਜ਼ਾਂ ਸਾਨੂੰ ਨਹੀਂ ਖਾਣੀਆਂ ਚਾਹੀਦੀਆਂ। ਅਸੀਂ ਮੂੰਹ ਦੇ ਨਾਲ ਉਹ ਚੀਜ਼ਾਂ ਬੋਲ ਰਹੇ ਹਾਂ ਜਿਹੜੀਆਂ ਚੀਜ਼ਾਂ ਨਹੀਂ ਬੋਲਣੀਆਂ ਚਾਹੀਦੀਆਂ। ਸੋ ਇਹ ਜਿਹੜੀਆਂ ਗੱਲਾਂ ਨੇ ਬਾਣੀ ਦੇ ਵਿੱਚ ਕੇਵਲ ਸਾਨੂੰ ਇਹੋ ਹੀ ਸਮਝਾਇਆ ਜਾ ਰਿਹਾ, ਜਿਹੜਾ ਜੀਵਨ ਆ, ਜਦੋਂ ਅਸੀਂ ਸਮਝਦੇ ਹਾਂ ਕਿ ਪਰਮਾਤਮਾ ਦਾ ਹੁਕਮ ਹੈ, ਜੋ ਵੀ ਹੋਇਆ
ਉਹ ਜੋ ਪ੍ਰਮਾਤਮਾ ਦਾ ਹੁਕਮ ਕਹਿੰਦੇ ਆ ਤੇ ਫਿਰ ਕੀ ਹੁੰਦਾ ਵਾ, ਫਿਰ ਸਾਨੂੰ ਕੋਈ ਮੁਸ਼ਕਲ ਨਹੀਂ ਆਉਂਦੀ। ਹਾਂਜੀ ਜੀ, ਆ ਜਾਓ ਜੀ। ਹਾਂਜੀ ਗੁਰਸ਼ਨ ਜੀ, ਮਾਈਕ ਔਨ ਕਰ ਲਓ। ਹਾਂਜੀ, ਅੱਗੇ ਪੌੜੀ ਕਰੀਏ ਵੀਰ ਜੀ। ਹਾਂਜੀ, ਸ਼ੁਰੂ ਕਰੋ ਜੀ। ਹਾਂਜੀ ਵੀਰ ਜੀ, ਹਾਂਜੀ। ਹਾਂ ਸੰਗਤ ਜੀ, ਇੱਥੇ ਪੌੜੀ ਦੇ ਵਿੱਚ ਫਿਰ ਦੱਸਿਆ ਹੈਗਾ ਵੀ ਪਖੰਡਾਂ ਵਿੱਚ ਤਾਂ ਕੁਛ ਨਹੀਂ ਹੈ ਤੇ ਗੁਰੂ ਜੀ ਦਾ ਗਿਆਨ ਆ ਵੀ ਅਸੀਂ ਫਿਰ ਸਾਡੇ ਵਾਸਤੇ ਸਹੀ ਰਸਤਾ ਕੀ ਹੈ, ਕੀ ਕਰਨਾ ਚਾਹੀਦਾ ਹੈ। ਤੇ ਪਹਿਲੀ ਤੁਕ ਨਾਏ ਮੰਨੇ ਕੁਲ ਉਧਰੇ ਸਭ ਕੁਟੰਬ ਸਵਾਇਆ। ਪਹਿਲੀ ਪੌੜੀ ਵਿੱਚ ਵੀ ਇਸ ਤੋਂ ਜਿਹੜੀ ਪਹਿਲੀ ਨੌਵੀਂ ਪੌੜੀ ਆ ਉਹਦੇ ਵਿੱਚ ਵੀ ਨੌ ਨੂੰ ਮਨ ਵਿੱਚ ਵਸਾਉਣ ਨਾਲ ਹੀ ਪ੍ਰਾਪਤੀ ਹੋਣੀ ਸੀਗੀ। ਇਹਦੇ ਵਿੱਚ ਕੀ ਦੱਸਿਆ ਗੁਰੂ ਜੀ ਨੇ, ਨੌ ਮੰਨੇ ਕੁਲ ਉਤਰੇ ਸਭ ਕੁਟੁੰਬ ਸਵਾਇਆ। ਬਈ ਨੌ ਨੂੰ ਮਨ ਦੇ ਵਿੱਚ, ਨਾਮ ਨੂੰ ਮਨ ਚ ਵਸਾਉਣ ਦੇ ਨਾਲ ਸਾਰੀਆਂ ਹੀ ਕੁੱਲਾਂ ਜਿਹੜੀਆਂ ਉਹ ਉਤਰ ਸਕਦੀਆਂ। ਕੁੱਲਾਂ ਦਾ ਮਤਲਬ ਹੋਇਆ ਕਿ ਜਿਹੜੇ ਦੁਨਿਆਵੀ ਕੁੱਲ, ਧੀ ਪੁੱਤਰ, ਪੁੱਤ ਪੋਤੇ ਆ, ਇਹ ਨਹੀਂ ਹੈਗਾ। ਉਹ ਤਾਂ ਆਪੋ ਆਪਣਾ ਸਭ ਨੇ ਕਰਨਾ। ਇਹਦੇ ਵਿੱਚ ਕੁੱਲ ਆ ਕਿ ਜਿਹੜੇ ਉਹਦੇ ਚੇਲੇ ਵਾਲੇ ਆ, ਜਿੰਨੀ ਸੰਗਤ ਆ, ਜਿੰਨੇ ਚੇਲੇ ਆ, ਉਹ ਵੀ ਅਗਰ ਉਸ ਦੇ ਰਸਤੇ ਤੇ ਚੱਲ ਕੇ ਨਾਮ ਨੂੰ ਜਪ ਕੇ, ਨਾਮ ਨੂੰ ਮਨ ਚ ਵਸਾ ਕੇ ਉਹ ਵੀ ਤਰ ਸਕਦੇ ਆ। ਨਾਏ ਮੰਨੀਏ ਸੰਗਤ ਉਤਰੇ ਜਿਨ ਹਿਰਦੇ ਵਸਾਇਆ। ਇਹ ਵੀ ਉਹੀ ਚੀਜ਼ ਹੈਗੀ ਆ ਵੀ ਨਾਮ ਨੂੰ ਵਸਾਉਣ ਨਾਲ ਉਹਦੀ ਸਾਰੀ ਸੰਗਤ ਵੀ, ਉਸ ਗੁਰੂ ਦੀ ਸਾਰੀ ਸੰਗਤ ਵੀ, ਅਗਰ ਉਹਨਾਂ ਦਾ ਨਾਮ ਉਹਦੇ ਹਿਰਦੇ ਚ ਵੱਜ ਜਾਂਦਾ, ਉਹ ਵੀ ਪਰਮਗਤ ਨੂੰ ਪ੍ਰਾਪਤ ਹੋ ਸਕਦੇ ਆ। ਇਹ ਬਾਣੀ ਚ ਕਈ ਤੁਕਾਂ ਨੇ, ਕਿਤੇ ਸੰਗਤ ਲਿਖਿਆ, ਕਿਤੇ ਸੰਗਤ ਲਿਖਿਆ, ਹੋਰ ਵੀ ਬਹੁਤ ਸਾਰੀਆਂ ਤੁਕਾਂ ਹੈਗੀਆਂ। ਜਿਵੇਂ ਆਪ ਤਰੇ ਸਗਲੇ ਕੁਲ ਤਾਰੇ ਹਰ ਦਰਗਾਹ ਪਾਸੋਂ ਜਾਏਗਾ। ਆਪ ਤਰੇ ਸਗਲੇ ਕੁਲ ਤਾਰੇ ਨਾਮੇ ਮਨ ਬਸਾ ਬਣਿਆ। ਵੀ ਜਿਹਨੇ ਵੀ ਨਾਮ ਚ ਬਾਸਾ ਕਰ ਲਿਆ, ਉਸ ਪੋਜੀਸ਼ਨ ਤੱਕ ਪਹੁੰਚ ਗਿਆ, ਨਾਮ ਮਨ ਵਿੱਚ ਵਸ ਗਿਆ, ਉਸਦੀ ਸਾਧਨਾ ਭਗਤੀ ਜਿਹੜੀ ਹੈਗੀ ਆ ਉਹ ਪਰਿਪੂਰਨ ਹੋ ਗਈ, ਤਾਂ ਉਹ ਵੀ ਉਤਰ ਸਕਦੀ ਹੈ। ਕੋਈ ਵੀ ਮਤਲਬ ਦੁਨੀਆ ਦਾ ਕੋਈ ਵੀ ਬੰਦਾ ਅਗਰ ਇਸ ਗਿਆਨ ਨੂੰ ਲੈ ਕੇ ਉਤਰ ਸਕਦਾ। ਤੀਸਰੀ ਤੁਕ ਦੱਸਿਆ, ਨਾ ਮੰਨੇ ਸੁਣ ਉਤਰੇ ਜਿਨ ਰਸਨ ਰਸਾਇਆ। ਇਹ ਪਹਿਲੀਆਂ ਦੋ ਤੁਕਾਂ ਦਾ ਫਿਰ ਇੱਕ ਜਵਾਬ ਦੇ ਦਿੱਤਾ ਵੀ ਉਹ ਸਾਰੀਆਂ ਕੁੱਲਾਂ, ਸਾਰੀ ਸੰਗਤ, ਸਾਰੇ ਚੇਲੇ ਉਹ ਕਿਸ ਤਰ੍ਹਾਂ ਉਤਰਨਗੇ। ਨਾ ਮੰਨਿਆ ਸੁਣ ਉਤਰੇ, ਨੌ ਕਿਵੇਂ ਮਨ ਚ ਵਸੂਗਾ। ਜਿਨ ਰਸਨ ਰਸਾਇਆ, ਜਿਹਨੇ ਵੀ ਉਹ ਜੋ ਅੰਮ੍ਰਿਤ ਦਾ ਰਸ ਹੈਗਾ, ਅੰਮ੍ਰਿਤ ਰਸ, ਨਾਮ ਦਾ ਰਸ ਹੈਗਾ, ਉਸ ਨੂੰ, ਉਹਨੂੰ ਰਸ ਆ ਗਿਆ, ਉਹਦਾ ਰਸ ਲੈਣਾ ਪਊਗਾ। ਜਦੋਂ ਉਹਨੂੰ ਉਹਦਾ ਰਸ ਆ ਗਿਆ, ਉਹ ਜਦੋਂ ਨਾ ਉਹਦੇ ਮਨ ਵਿੱਚ ਚਲਾ ਗਿਆ, ਉਦੋਂ ਹੀ ਉਹਨੂੰ ਰਸ ਹੋਊਗਾ, ਉਹ ਹੀ ਉਤਰ ਸਕਦਾ ਹੈਗਾ। ਨਾਏ ਮੰਨਿਆ ਦੁੱਖ ਭੁੱਖ ਗਈ ਜਿਨ ਨਾਮ ਚਿਤ ਲਾਇਆ। ਜਿਹਨੇ ਨਾਮ ਨੂੰ ਚਿੱਤ ਵਿੱਚ, ਹਿਰਦੇ ਦੇ ਵਿੱਚ ਵਸਾ ਲਿਆ। ਹੁਣ ਹਿਰਦੇ ਵਿੱਚ ਸਾਡੇ ਕੀ ਆ? ਮਾਇਆ, ਬੁਰੇ ਵਿਚਾਰ, ਈਰਖਾ, ਕਾਮ, ਕ੍ਰੋਧ, ਧੀ ਪੁੱਤ ਦਾ ਸਾਰਾ ਮੋਹ, ਇਹ ਸਾਰਾ ਕੁਛ ਇਹ ਆ। ਅਗਰ ਇਹਦੀ ਜਗ੍ਹਾ ਦੇ ਵਿੱਚ ਸਾਡਾ ਨਾਮ ਜਿਹੜਾ ਉਹ ਬਸ ਜਾਵੇ, ਫਿਰ ਦੁੱਖ ਭੁੱਖ ਸਭ ਗਈ। ਫਿਰ ਉਹ ਮਤਲਬ ਤ੍ਰਿਸ਼ਨਾ ਹੀ ਨਹੀਂ ਰਹਿਣੀ ਕਿਸੇ ਚੀਜ਼ ਦੀ, ਕਿਸੇ ਚੀਜ਼ ਦਾ ਦੁੱਖ ਹੀ ਨਹੀਂ ਹੋਣਾ। ਕਿਉਂਕਿ ਜੋ ਸਾਡਾ ਸਰੀਰਕ ਦੁੱਖ ਆ ਉਹ ਤਾਂ ਓਨਾ ਚਿਰ ਹੀ ਆ ਨਾ ਜਿੰਨਾ ਚਿਰ ਅਸੀਂ ਇਹ ਸਰੀਰ ਦੇ ਨਾਲ ਜੁੜੇ ਹੋਏ ਹਾਂ। ਜਦੋਂ ਨਾਮ ਬਸ ਗਿਆ, ਸਰੀਰ ਨਾਲ ਅਲੱਗ ਹੋ ਗਏ, ਫਿਰ ਸਾਰੀ ਤ੍ਰਿਸ਼ਨਾ, ਸਾਰੀ ਦੁੱਖ ਖਤਮ ਹੋ ਜਾਣੀ ਆ। ਨਾਨਕ ਨਾਮ ਤਿੰਨੀ ਚਲਾਇਆ ਜਿਨ ਗੁਰੂ ਮਿਲਾਇਆ। ਇਹ ਸਾਰਾ ਕੁਝ ਹੋਣਾ ਕਿਵੇਂ ਆ? ਪਹਿਲਾਂ ਗੁਰੂ ਨੂੰ, ਸਤਿਗੁਰੂ ਨੂੰ ਮਿਲਣਾ ਪੈਣਾ ਹੈਗਾ। ਸਤਿਗੁਰੂ ਨੂੰ ਕਿਵੇਂ ਮਿਲਾਂਗੇ? ਉਹਦਾ ਗਿਆਨ ਲੈ ਕੇ, ਉਹਦੇ ਗਿਆਨ ਲੈ ਕੇ, ਅਗਰ ਸਾਨੂੰ ਗਿਆਨ ਦੇ ਉੱਤੇ ਚੱਲ ਕੇ ਨਾਮ ਮਨ ਵਿੱਚ ਵਸ ਗਿਆ ਹੈਗਾ, ਫਿਰ ਅਸੀਂ ਪ੍ਰਮਾਤਮਾ ਦੀ ਸਿਫਤ ਸਲਾਹ ਕਰਕੇ ਨਾਮ ਨੂੰ ਮਨ ਵਿੱਚ ਵਸਾ ਸਕਦੇ ਹਾਂ। ਹਾਂਜੀ ਵੀਰ ਜੀ, ਪਹਿਲੀ ਤੋਂ ਕਰੀਏ ਜੀ ਹੁਣ।
ਹਾਂਜੀ, ਇਹ ਨਾਏ ਦਾ ਮਤਲਬ ਕੀ ਹੁਕਮ ਹੈ? ਨਾਏ ਦਾ ਮਤਲਬ ਨਾਮ ਹੀ ਆ ਵੀਰ ਜੀ, ਨਾਮ ਮਨ ਦੇ ਵਿੱਚ ਵਸਾਉਣਾ, ਮਤਲਬ ਮਨ 'ਚ ਵਿਚਾਰਾਂ ਦੀ ਬਜਾਏ ਸਾਨੂੰ ਪਰਮਾਤਮਾ ਹੀ ਯਾਦ ਆਵੇ, ਪਰਮਾਤਮਾ ਦਾ ਹੀ ਮਤਲਬ ਜਿਸ ਤਰ੍ਹਾਂ ਆਪਾਂ ਪ੍ਰਕਾਸ਼ ਆਪਾਂ ਦੇਖਦੇ ਹਾਂ ਜੀ ਅੰਦਰੋਂ, ਮਤਲਬ ਪ੍ਰਕਾਸ਼, ਸਾਨੂੰ ਪ੍ਰਕਾਸ਼ ਦੇ ਦਰਸ਼ਨ ਹੋਣ ਤੇ ਉਹਦਾ ਸ਼ਬਦ ਸਾਨੂੰ ਉਹ ਮਤਲਬ ਦਿਖਾਈ ਮਹਿਸੂਸ ਹੋਵੇ ਜੀ, ਅਨੁਭਵ ਹੋਵੇ, ਪਰਮਾਤਮਾ ਅਨੁਭਵ ਹੋਵੇ। ਠੀਕ ਹੈ, ਇੱਕ ਸੈਕਿੰਡ। ਮੇਰੇ ਹਿਸਾਬ ਨਾਲ ਜੇ ਆਪਾਂ ਹੁਕਮ ਨੂੰ ਲੈ ਕੇ ਚੱਲੀਏ ਤੇ ਇੱਕ ਮਿੰਟ, ਠੀਕ ਹੈ ਜੀ, ਨਾਏ ਮੰਨੀ ਬਾਣੀ ਤੇ ਵੀਡੀਓ ਕਹਿੰਦੇ ਹੁਕਮ ਵੀ, ਹੁਕਮ ਸ਼ਬਦ ਨਾਮ ਇੱਕੋ ਹੀ ਚੀਜ਼ ਆ ਜੀ। ਚਲੋ ਠੀਕ ਹੈ ਜੀ, ਠੀਕ ਹੈ ਜੀ। ਇੱਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀ ਆ ਬਜਾਏ ਜੀ, ਮਤਲਬ ਇੱਕੋ ਹੀ ਚੀਜ਼ ਆ ਜੀ। ਹੁਕਮ ਵੀ ਕਹਿ ਸਕਦੇ ਆ ਜੀ, ਨਾਮ ਵੀ ਕਹਿ ਸਕਦੇ ਆ, ਸ਼ਬਦ ਵੀ ਕਹਿ ਸਕਦੇ ਆ। ਠੀਕ ਹੈ ਜੀ। ਹੁਣ ਕਹਿੰਦੇ ਆ ਕਿ ਦੇਖੋ ਜਿਹੜਾ ਬੰਦਾ ਪਹਿਲਾਂ ਲਿਖੇ ਨਾਏ ਮੰਨੀਏ ਕੁਲ ਉਤਰੇ ਸਭ ਕੁਟੰਬ ਸਭਾਇਆ, ਕਹਿੰਦੇ ਕਿ ਜੇ ਤੁਸੀਂ ਨਾਮ ਰੂਪੀ ਪ੍ਰਮਾਤਮਾ ਦਾ ਹੁਕਮ ਮੰਨਦੇ ਹੋ, ਕੱਲਾ ਹੁਕਮ ਮੰਨਣ ਦੇ ਨਾਲ ਦੇਖੇ ਨਾ, ਹੁਕਮ ਹੀ ਅੰਦਰ ਸਭ ਕੁਝ ਤੇ ਹੁਕਮੇ ਬਾਹਰ ਨਾ ਕੋਈ। ਹਾਂਜੀ ਹਾਂਜੀ ਹਾਂਜੀ। ਜਦੋਂ ਆਪਾਂ ਹੁਕਮ ਦੇ ਵਿੱਚ ਆ ਜਾਂਦੇ ਹਾਂ ਤੇ ਸਾਰਾ ਕੁਝ ਹੀ ਆ ਜਾਂਦਾ। ਹੁਕਮ ਦਾ ਮਤਲਬ ਕਹਿਣ ਤੋਂ ਭਾਵ ਹੈ ਕਿ ਆਪਣੀ ਹਉਮੈ ਦਾ ਤਿਆਗ ਕਰਕੇ ਉਹ ਸ਼ਕਤੀ ਦਾ ਹੁਕਮ ਮੰਨ ਲੈਣਾ, ਉਹਦੀ ਰਜਾ ਵਿੱਚ ਚੱਲਣਾ। ਜਦੋਂ ਆਪਾਂ ਦੇਖੋ ਪਤਾ ਹੁਕਮ ਕੋਈ ਆਸਾਨ ਕੰਮ ਨਹੀਂ ਹੈ। ਜੋ ਵੀ ਪ੍ਰਮਾਤਮਾ ਮਤਲਬ ਕਰ ਰਿਹਾ ਆਪਾਂ ਉਸ ਨੂੰ ਮੰਨ ਲੈਣਾ ਵੀ ਉਹਦੀ ਰਜਾ ਦੇ ਵਿੱਚ ਹੀ ਹੋ। ਹਾਂ, ਇਹ ਕਹਿਣਾ ਬਹੁਤ ਆਸਾਨ ਆ। ਇਹ ਮੈਂ ਇਹ ਦੱਸਣਾ ਚਾਹੁੰਦਾ ਵਾਂ ਕਿ ਕਹਿ ਦਈਦਾ ਵਾ ਕਿ ਆਪਾਂ ਪ੍ਰਮਾਤਮਾ ਦੇ ਹੁਕਮ 'ਚ ਚੱਲਣਾ। ਇਹ ਤਾਂ ਗੱਲ ਹੀ ਬੜੀ ਆਸਾਨ ਹੈ, ਏਡੀ ਸੌਖੀ ਨਹੀਂ ਹੈ। ਹਾਂਜੀ, ਆਪ ਇਹ ਚੀਜ਼ ਨੂੰ ਅੰਡਰਸਟੈਂਡ ਕਰੋ। ਹੁਕਮ ਮੰਨ ਲੈਣਾ ਕੋਈ ਮਾਮੂਲੀ ਗੱਲ ਨਹੀਂ ਹੈ, ਇੱਕ ਸ਼ਕਤੀ ਹੈ। ਆਪ ਅੰਡਰਸਟੈਂਡ ਕਰੋ, ਇਹ ਗੱਲਾਂ ਦੀ ਗੱਲ ਨਹੀਂ ਹੈਗੀ ਕਿ ਪ੍ਰਮਾਤਮਾ ਦਾ ਹੁਕਮ ਹੈ ਮੈਨੂੰ ਸਾਰਾ ਮਨਜ਼ੂਰ ਆ, ਏਦਾਂ ਨਹੀਂ। ਇਹ ਤੁਹਾਡੇ ਮਨ ਦੀ ਅਵਸਥਾ ਹੈ, ਮਨ ਦੀ ਅਵਸਥਾ। ਹਾਂ, ਇਹ ਅਵਸਥਾ ਤੁਹਾਡੀ ਜਿਹੜੀ ਹੈ ਨਾ, ਇਹ ਤੁਹਾਡੀ ਬਣਨੀ ਹੈ। ਇਹ ਅਵਸਥਾ ਜਿਹੜੀ ਹੈ ਨਾ, ਜੋ ਤੁਸੀਂ ਧਿਆਨ ਸਿਮਰਨ ਕਰੋਗੇ, ਪ੍ਰਮਾਤਮਾ ਦਾ ਨਾਮ ਧਿਆਓਗੇ, ਤੇ ਫਿਰ ਇਹ ਕੀ ਤੁਹਾਡੇ ਮਨ ਦੀ ਅਵਸਥਾ ਬਣੂਗੀ ਹੁਕਮ 'ਚ ਚੱਲਣ। ਹੁਕਮ ਨੂੰ ਕੀ ਹੈ? ਹੁਕਮ ਦਾ ਪਤਾ ਉਦੋਂ ਹੀ ਲੱਗਣਾ ਹੈ ਜਦੋਂ ਤੁਸੀਂ ਆਪਣੇ ਆਪ ਸਥਿਤ ਹੋ ਗਏ, ਫਿਰ ਤੁਹਾਡਾ ਜੀਵਨ ਹੁਕਮ 'ਚ ਚੱਲੂਗਾ। ਉਹ ਕਹਿਣ ਸੁਣਨ ਦੀ ਗੱਲ ਨਹੀਂ ਆ, ਜਿੱਦਾਂ ਮਤਲਬ ਕਹਿ ਨਹੀਂ ਦੇਈਦਾ, ਏਦਾਂ ਨਹੀਂ ਕਹਿਣ ਦੀਆਂ ਨਹੀਂ ਗੱਲਾਂ ਹੈਗੀਆਂ ਕਿ ਮੈਨੂੰ ਮਨਜ਼ੂਰ ਹੋਊਗਾ ਜੋ ਵੀ ਹੋਊਗਾ, ਮੈਂ ਉਹ ਪ੍ਰਮਾਤਮਾ ਦਾ ਹੁਕਮ, ਏਦਾਂ ਦੀ ਨਹੀਂ ਗੱਲ ਹੈ। ਹੁਕਮ ਦਾ ਮਤਲਬ ਹੁੰਦਾ ਹੈ ਇੱਕ ਅਵਸਥਾ ਹੈ ਤੁਹਾਡੀ ਅੰਤਰਾਕਰਨ। ਜਦੋਂ ਤੁਸੀਂ ਤੁਹਾਡਾ ਚਿੱਤ ਜਿਹੜਾ ਹੈ ਨਾ ਵਿਚਾਰਾਂ ਤੋਂ ਮੁਕਤ ਹੋ ਗਿਆ, ਮਨ ਆਪਣੇ ਰੂਪ 'ਚ, ਬਾਣੀ 'ਚ ਲਿਖਿਆ ਨਾ, ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਕਹਿਣ ਤੋਂ ਭਾਵ ਹੈ ਕਿ ਜਿਹੜਾ ਤੁਹਾਡਾ ਸਾਖਸ਼ੀ ਹੈ, ਜਿਹੜਾ ਤੁਹਾਡੇ ਅੰਦਰ ਪੁਰਸ਼ ਆ, ਪੁਰਸ਼ ਤੋਂ ਹੀ ਕਰਕੇ ਤੇ ਸਾਰਾ ਕੁਝ ਪ੍ਰਕਾਸ਼। ਹੁਣ ਆਪਣੇ ਘਰਾਂ 'ਚ ਬੱਤੀ ਆ ਰਹੀ, ਇੱਕੋ ਜਗ੍ਹਾ ਤੋਂ ਬੱਤੀ ਆ ਰਹੀ ਹੈ, ਔਰ ਬੱਤੀ ਦੇ ਨਾਲ ਕਿੰਨੇ ਬਲਬ, ਕਿੰਨੇ ਟੀਵੀ, ਕਿੰਨੀਆਂ ਫਰਿੱਜਾਂ, ਕਿੰਨੇ ਏਸੀ ਸਾਰੇ ਚੱਲ ਰਹੇ ਨੇ। ਇਸੇ ਹੀ ਤਰ੍ਹਾਂ ਆਪਾਂ ਵੀ ਸਾਰੇ ਆਤਮਾ ਤੋਂ ਹੀ ਚੱਲ ਰਹੇ ਹਾਂ। ਜਿਹੜਾ ਸੁਣਨ ਵਾਲਾ ਹੈ, ਬੋਲਣ ਵਾਲਾ ਹੈ, ਕਹਿਣ ਵਾਲਾ ਹੈ, ਅੰਦਰ ਕੌਣ ਹੈ? ਉਹੀ ਪੁਰਸ਼ ਤੇ ਹੈਗਾ ਵਾ। ਹਾਂਜੀ ਹਾਂਜੀ। ਪਰ ਇਹ ਕਹਿੰਦਾ ਕਿ ਅਗਿਆਨ ਵਾਸਤੇ ਪੈ ਕੇ ਆਪਾਂ ਕੀ ਕਰਦੇ ਹਾਂ ਕਿ ਆਪਾਂ ਜਿਹੜਾ ਜੜ ਹੈ, ਇਹ ਪ੍ਰਕਿਰਤੀ ਜੜ ਹੈ, ਚਿੱਤ ਜੜ ਹੈ, ਬੁੱਧੀ ਜੜ ਹੈ, ਮਨ ਜੜ ਹੈ, ਹੰਕਾਰ ਜੜ ਹੈ, ਗਿਆਨ ਇੰਦਰੀਆਂ ਜੜ ਹਨ, ਕਰਮ ਇੰਦਰੀਆਂ ਜੜ ਹਨ। ਇਹ ਦਿਖਾਈ ਦੇਣ ਵਾਲਾ ਸੰਸਾਰ ਵੀ ਜੜ ਹੈ, ਨਾ ਦਿਖਾਈ ਦੇਣ ਵਾਲੀ ਜਿਹੜਾ ਉਹ ਵੀ ਜੜ ਹੈ। ਜਦੋਂ ਅਸੀਂ ਆਪਣੇ ਆਪ ਨੂੰ ਜੜ ਸਮਝ ਲੈਂਦੇ ਹਾਂ, ਫਿਰ ਸਾਡੇ ਦੁੱਖਾਂ ਦਾ ਕਾਰਨ ਸ਼ੁਰੂ ਹੋ ਜਾਂਦਾ। ਉਦਾਂ ਅਸੀਂ ਦੁਖੀ ਨਹੀਂ ਹੋ ਸਕਦੇ, ਸਾਨੂੰ ਦੁਖੀ ਕਰਨ ਦਾ ਕੋਈ ਕਾਰਨ ਨਹੀਂ ਹੈਗਾ। ਹੁਣ ਭੌਤਿਕ ਜਗਤ 'ਚ ਜਦੋਂ ਆਪਾਂ ਸੋਚਦੇ ਹਾਂ ਮੇਰਾ ਵਾ, ਮੈਂ ਕਰ ਰਿਹਾ ਵਾਂ, ਇਹ ਸਭ ਕੀ ਹੈ? ਹਉਮੈ ਹੀ ਹੈਗੀ। ਉਹ ਜਿੱਥੇ ਆਪਾਂ ਹਉਮੈ ਜੋੜਦੀ, ਉੱਥੇ ਦੁੱਖ ਸ਼ੁਰੂ ਹੋ ਜਾਣਾ। ਹੁਣ ਜਿੱਦਾਂ ਤੁਹਾਨੂੰ ਕਿਸੇ ਨੇ ਗਾਲ ਕੱਢੀ, ਤੁਸੀਂ ਕਹਿੰਦੇ ਕਿ ਮੈਨੂੰ ਗਾਲ ਕੱਢੀ, ਕਿਉਂਕਿ ਮਨ ਨੇ ਤੇ ਕਹਿਤਾ ਕਿ ਮੈਨੂੰ ਗਾਲ ਕੱਢੀ। ਅਸਲ ਦੇ ਵਿੱਚ ਸਾਨੂੰ ਗਾਲ ਨਹੀਂ ਲੱਗਦੀ, ਨਾ ਹੀ ਸਾਨੂੰ ਕੋਈ ਬਿਮਾਰੀ ਲੱਗਦੀ ਹੈ। ਸ਼ਾਂਤੀ ਨੂੰ ਕੋਈ ਨਾ ਸਰੀਰਕ ਰੋਗ ਲੱਗਦਾ। ਜਿੰਨੇ ਵੀ ਔਗਣ ਹੁੰਦੇ ਨੇ ਉਹ ਸਾਡੇ ਜਿਹੜੇ ਭੌਤਿਕ ਜਿਹੜਾ ਜੜ ਹੈ ਉਹਦੇ ਹਨ। ਹੁਣ ਮਨ ਨੂੰ ਜਿੱਦਾਂ ਕਿਸੇ ਨੇ ਕੋਈ ਚੀਜ਼ ਕਹਿ ਦਿੱਤੀ,
ਆ ਮਨ ਉਹ ਜਿਹਨੂੰ ਛੱਡਦਾ ਨਹੀਂ ਆ ਮੁੜ ਕੇ ਬਾਰ-ਬਾਰ ਉੱਥੇ ਹੀ ਇਹਨੇ ਘੁੰਮਦੇ ਰਹਿਣਾ। ਉੱਥੇ ਜਿੱਦਾਂ ਕਿ ਆਪਾਂ ਲੜ ਨਹੀਂ ਪਈਦਾ, ਲੜਾਈ ਕਰਨ ਤੋਂ ਬਾਅਦ ਦੂਜਾ ਕਿਹੜਾ ਸ਼ਾਂਤੀ ਨਾਲ ਬਹਿੰਦਾ, ਉੱਥੇ ਘੁੰਮੀ ਜਾਂਦਾ। ਉਸੇ ਤਰ੍ਹਾਂ ਮਨ ਹੈ। ਮਨ ਵੀ ਕੀ ਕਰਦਾ ਕਿ ਮਨ ਦੇ ਵਿੱਚ ਹੰਕਾਰ ਹੈ ਤੇ ਉਹ ਚੀਜ਼ ਨੂੰ ਛੱਡਣਾ ਨਹੀਂ ਚਾਹੁੰਦਾ ਔਰ ਬਾਰ-ਬਾਰ ਉਸੇ ਚੀਜ਼ ਦਾ ਚਿੰਤਨ ਕਰਨਾ ਚਾਹੁੰਦਾ। ਹੁਣ ਇੱਥੇ ਬਾਣੀ ਕੀ ਕਹਿੰਦੇ ਆ ਕਿ ਜੇ ਆਪਾਂ ਹੁਕਮ ਮੰਨਦੇ ਆ, ਇਹ ਜਿਹੜੀ ਹੁਕਮ ਦੀ ਅਵਸਥਾ ਹੈ ਨਾ, ਇਹ ਤੁਹਾਡੀ ਆਤਮਿਕ ਅਵਸਥਾ ਦੀ ਗੱਲ ਕਰਦੀ। ਜਦੋਂ ਵੀ ਤੁਹਾਡਾ ਮਨ ਆਪਣੇ ਮੂਲ ਸਰੋਤ ਤੇ ਆ ਜਾਂਦਾ ਤੇ ਅਗਿਆਨ ਦਾ ਤਿਆਗ ਕਰ ਦਿੰਦਾ ਹੈ, ਚਿੱਤ ਜਿਹੜਾ ਵਿਚਾਰਾਂ ਤੋਂ ਮੁਕਤ ਹੋ ਜਾਂਦਾ। ਜੇ ਕੋਈ ਚਿੱਤ ਤੋਂ ਬਿਨਾਂ ਜੇ ਚਿੱਤ ਤੇ ਕੋਈ ਚੀਜ਼ ਆਉਂਦੀ ਹੈ ਤਾਂ ਹੀ ਤੇ ਮਨ ਵਹਿੰਦਾ ਨਾ। ਹੁਣ ਤੁਸੀਂ ਵੇਖੋ, ਤੁਸੀਂ ਸਾਰੇ ਵਿਚਾਰਾਂ ਦਾ ਚਿੰਤਨ ਨਹੀਂ ਕਰਦੇ। ਕੁਝ 5-10 ਵਿਚਾਰ ਹੈਗੇ ਤੁਹਾਡੇ ਮਨ 'ਚ ਜਦੋਂ ਵੀ ਆਉਂਦੇ ਨੇ, ਉਹ ਚਿੱਤ 'ਚ ਆਉਂਦੇ ਨੇ, ਤੁਸੀਂ ਉਹਨਾਂ ਦੇ ਦੁਆਲੇ ਜ਼ਿਆਦਾ ਘੁੰਮਦੇ ਜੋ। ਬਾਕੀ ਛੋਟੇ ਮੋਟੇ ਵਿਚਾਰ ਆਉਣਗੇ ਤੇ ਲੰਘ ਜਾਂਦੇ, ਉਹਦਾ ਤੇ ਪਤਾ ਨਹੀਂ ਤੁਹਾਨੂੰ। ਉਹਨਾਂ ਦਾ ਤੁਹਾਨੂੰ ਤੁਹਾਡੇ ਜੀਵਨ ਤੇ ਕੋਈ ਪ੍ਰਭਾਵ ਨਹੀਂ ਹੈਗਾ। ਕੇਵਲ ਉਹਨਾਂ ਵਿਚਾਰਾਂ ਦੇ ਪ੍ਰਤੀ ਤੁਸੀਂ ਜ਼ਿਆਦਾ ਧਿਆਨ ਦਿੰਦੇ ਜੋ ਜਿਨ੍ਹਾਂ ਨੂੰ ਸੁਣਨ ਦੇ ਨਾਲ ਤੁਹਾਡੇ ਅੰਦਰ ਜਿਹੜਾ ਹੰਕਾਰ ਸੀ ਉਹਨੂੰ ਠੇਸ ਵੱਜੀ ਸੀ ਔਰ ਉਹ ਗੱਲ ਜਿਹੜੀ ਆ ਉਹ ਚਿੱਤ ਤੋਂ ਆ ਕੇ ਜਾ ਨਹੀਂ ਸਕਦੀ। ਜਦੋਂ ਵੀ ਆਊਗੀ ਉਹਨੇ ਤੇ ਰੁਕ ਜਾਣਾ, ਉਹਨੇ ਉਸੇ ਟਾਈਮ ਹੀ ਤੁਹਾਡੀ ਸੁਰਤੀ ਨੂੰ ਖਿੱਚਣਾ। ਉਹ ਸੁਰਤੀ ਜਦੋਂ ਵੀ ਵਿਚਾਰ 'ਚ ਚਲ ਗਈ ਆ, ਬਸ ਕੰਮ ਸ਼ੁਰੂ ਹੋ ਗਿਆ। ਤੇ ਉਸ ਤੋਂ ਬਾਅਦ ਜਦੋਂ ਸੁਰਤੀ ਜੁੜ ਗਈ ਫਿਰ ਮਨ ਨੇ ਤੇ ਚਲ ਜਾਣਾ। ਪਰ ਮਨ ਨੇ ਕੀ ਕਹਿਣਾ, ਫਿਰ ਉਹੀ ਮੀਆਂ ਮਿੱਠੂ ਦੇ ਰਾਮ ਦੇ ਆਂਡਿਆਂ ਵਾਂਗੂ ਉਹਨੂੰ ਜੋੜਨਾ ਹੈ, ਉਹਨੂੰ ਵਧਾਈ ਜਾਣਾ, ਘਟਾਉਣਾ ਨਹੀਂ ਉਹਨੇ। ਜਦ ਕਿ ਉਹ ਇਹ ਵੀ ਕਹਿ ਸਕਦਾ ਸੀ ਕਿ ਅਗਲੇ ਬੰਦੇ ਦਾ ਸੁਭਾਅ ਉਹਨੇ ਜਿੱਦਾਂ ਕੀਤਾ, ਮੈਨੂੰ ਕੀ ਫਰਕ ਪੈਂਦਾ, ਇਹ ਗੱਲ ਖਤਮ ਹੋ ਸਕਦੀ ਹੈ। ਜੇ ਤੁਸੀਂ ਇੰਨੀ ਗੱਲ ਕਹਿੰਦੇ ਜੋ ਆਹ ਬਾਣੀ 'ਚ ਕਹਿੰਦੇ ਆ ਨਾ ਕਿ ਹੁਕਮ ਆ, ਕਹਿਣ ਤੋਂ ਭਾਵ ਪਰਮਾਤਮਾ ਨੇ ਬੁੱਧੀ ਉਹਨੂੰ ਉਨੀ ਕੁ ਦਿੱਤੀ ਹੈ ਤੇ ਆਪਾਂ ਉਸ ਚੀਜ਼ ਤੋਂ ਮੁਕਤ ਹੋ ਸਕਦੇ ਹਾਂ। ਵੈਸੇ ਨਹੀਂ, ਇਹਦੀ ਚਿੰਤਨ ਕਰਨ ਦੇ ਨਾਲ ਬੜਾ ਸਾਨੂੰ ਕੋਈ ਫਾਇਦਾ ਹੋ ਜਾਣਾ। ਚਿੰਤਨ ਕਰਨ ਦੇ ਨਾਲ ਸਾਨੂੰ ਕਈ ਮਾਨਸਿਕ ਬਿਮਾਰੀਆਂ ਵੀ ਲੱਗ ਜਾਂਦੀਆਂ। ਉਲਟਾ ਅਸੀਂ ਆਪਣੇ ਮਨ ਦੀ ਜਿਹੜੀ ਸ਼ਾਂਤੀ ਆ ਉਹਨੂੰ ਵੀ ਭੰਗ ਕਰ ਲੈਂਦੇ ਹਾਂ। ਹੁਣ ਇੱਥੇ ਬਾਣੀ ਕਹਿ ਰਹੀ ਆ, ਨਾਏ ਮੰਨੀਏ ਕੁਲ ਉਤਰੇ। ਜਦੋਂ ਅਸੀਂ ਪਰਮਾਤਮਾ ਦਾ ਹੁਕਮ ਮੰਨਦੇ ਆ ਤੇ ਫਿਰ ਕੀ ਹੁੰਦਾ ਕਿ ਸਾਡੀ ਜਿਹੜੀ ਆ ਕੁੱਲ ਉਤਰ ਜਾਂਦੀ। ਕੁਟੰਬ ਦਾ ਮਤਲਬ ਕਿ ਅਗਲਾ ਜੋ ਸਾਡੇ ਵੱਲ ਵੇਖੋ, ਜਦੋਂ ਮੇਰਾ ਜੀਵਨ ਉੱਚਾ ਹੋਇਆ ਤਾਂ ਨੈਚੁਰਲੀ ਆ ਮੇਰੇ ਪਰਿਵਾਰ ਦਾ ਵੀ ਉੱਚਾ ਹੋਣਾ ਹੀ ਹੋਣਾ, ਕਿਉਂਕਿ ਉਹ ਅਸੀਂ ਸਾਰੇ ਤੇ ਜੁੜੇ ਆ। ਹੁਣ ਜਦੋਂ ਮੈਂ ਘਰ ਚੰਗਿਆਈ ਵੰਡਾਂਗਾ ਤੇ ਇਹਦਾ ਮਤਲਬ ਦੂਜੇ ਥੋੜੀ ਉਦਾਂ ਹੀ ਰਹਿ ਜਾਣੇ, ਉਹਨਾਂ ਵੀ ਮੇਰੇ ਗੁਣ ਨੂੰ ਕਾਪੀ ਕਰਨਾ ਹੀ ਕਰਨਾ। ਹੁਣ ਆਪਾਂ ਛੋਟੇ ਬੱਚੇ ਨੂੰ ਕੋਈ ਚੀਜ਼ ਨਹੀਂ ਸਿਖਾਉਂਦੇ, ਛੋਟਾ ਬੱਚਾ ਸਾਨੂੰ ਵੇਂਦਾ ਨਾ ਤਾਂ ਹੀ ਸਿੱਖਦਾ। ਤੁਸੀਂ ਬੱਚੇ ਦੇ ਸਾਹਮਣੇ ਗਾਲਾਂ ਕੱਢਣੀਆਂ ਸ਼ੁਰੂ ਕਰ ਦੋਗੇ, ਉਹਨੇ ਵੀ ਗਾਲਾਂ ਕੱਢਣੀਆਂ ਸ਼ੁਰੂ ਕਰ ਦੇਣੀਆਂ। ਇਸੇ ਤਰ੍ਹਾਂ ਹੀ ਆਪਾਂ ਕਾਪੀ ਕਰ ਰਹੇ ਹਾਂ, ਇੱਕ ਦੂਜੇ ਤੋਂ ਆਪਾਂ ਔਗਣਾਂ ਨੂੰ ਏਦਾਂ ਗ੍ਰਹਿਣ ਕਰ ਲੈਂਦੇ ਹਾਂ। ਆਪਾਂ ਨੂੰ ਪਤਾ ਨਹੀਂ ਆ, ਪਰ ਸਾਡੇ ਅਚੇਤਨ ਮਨ 'ਚ ਏਦਾਂ ਹੀ ਜਾਣਕਾਰੀ ਜਾਂਦੀ ਹੈ। ਜਦੋਂ ਆਪਾਂ ਲੋਕਾਂ ਨੂੰ ਵੇਖਦੇ ਹਾਂ ਜੋ ਕਰਦੇ ਆ, ਜੇ ਮੰਨ ਲਓ ਕਿ ਬੰਦਾ ਸ਼ਰਾਬ ਪੀਂਦੇ ਆ ਤੇ ਆਪਾਂ ਵੇਖਿਆ ਵਾ ਕਿ ਉਹ ਸ਼ਰਾਬ ਪੀਂਦੇ ਤੇ ਅਸੀਂ ਵੀ ਉਹਨਾਂ ਦੀ ਸੰਗਤ ਵਿੱਚ ਜਾ ਕੇ ਉਸੇ ਔਗਣ ਨੂੰ ਗ੍ਰਹਿਣ ਕਰ ਲੈਂਦੇ ਹਾਂ। ਪਰ ਕਿਉਂਕਿ ਸਾਨੂੰ ਪਤਾ ਨਹੀਂ ਆ ਕਿਹੜੀ ਚੀਜ਼ ਸਹੀ ਹੈ ਜਾਂ ਕਿਹੜੀ ਚੀਜ਼ ਗਲਤ ਹੈ। ਇੰਦਰੀਆਂ ਦੇ ਵਿਸ਼ੇ ਨੇ। ਹੁਣ ਤੁਸੀਂ ਵੇਖੋ, ਅੱਖਾਂ ਦੇ ਨਾਲ ਕੋਈ ਚੀਜ਼ ਵੇਖਣੀ ਚੰਗੀ ਲੱਗਦੀ ਹੈ ਤੇ ਪਰ ਅੱਖਾਂ ਨੂੰ ਪਤਾ ਵੀ ਨਹੀਂ ਆ ਕਿ ਕਿਹੜੀ ਚੀਜ਼ ਵੇਖਣੀ ਸਹੀ ਹੈ ਜਾਂ ਕਿਹੜੀ ਚੀਜ਼ ਨਹੀਂ ਵੇਖਣੀ ਚਾਹੀਦੀ। ਇਹ ਤੇ ਔਗਣ ਹੈ ਨਾ, ਔਗਣ ਵੀ ਵੇਖ ਸਕਦੇ ਤੁਸੀਂ ਅੱਖਾਂ ਨਾਲ। ਮੰਨ ਲਓ ਗਾਰਡਨ 'ਚ ਗਏ, ਕੋਈ ਖੂਬਸੂਰਤੀ ਇਮਾਰਤ ਦੇਖੀ ਤੇ ਤੁਸੀਂ ਵੇਖ ਆਏ, ਕੋਈ ਮਾੜੀ ਚੀਜ਼ ਵੀ ਤੁਸੀਂ ਵੇਖ ਸਕਦੇ ਤੇ ਇਹ ਜਿਹੜਾ ਫੈਸਲਾ ਵਾ ਉਹ ਤੁਹਾਡਾ ਵਾ, ਤੁਸੀਂ ਵੇਖਣਾ ਜਾਂ ਨਹੀਂ ਵੇਖਣਾ। ਤੇ ਹੁਣ ਅਗਲੀ ਬੋਲੀਏ ਜੀ ਨਿੱਜਰ ਸਾਹਿਬ, ਅਗਲੀ ਸੌਰੀ ਹਾਂਜੀ ਵੀਰ ਜੀ, ਗਿੱਲ ਸਾਹਿਬ ਅੱਗੇ ਜੀ, ਨਾਏ ਮੰਨਿਆ ਸੰਗਤ ਉਤਰੇ ਜਿਨ ਹਿਰਦੇ ਵਸਾਇਆ। ਮਤਲਬ ਇਸੇ ਤਰ੍ਹਾਂ ਵੀ ਸਾਰੀ ਸੰਗਤ, ਸਾਰੀ ਕੁੱਲ, ਸਾਰੇ ਚੇਲੇ ਉਹ ਵੀ ਉਤਰ ਜਾਣਗੇ, ਪਰ ਉਹ ਕੰਡੀਸ਼ਨ ਹੈ ਜੀ, ਅਗਰ ਉਹ ਵੀ ਹਿਰਦੇ ਦੇ ਵਿੱਚ ਉਸ ਨੂੰ ਵਸਾਉਂਦੇ ਆ, ਉਹਦਾ ਮਤਲਬ ਹੁਕਮ ਮੰਨਦੇ ਆ। ਅਗਰ ਉਹਦਾ ਹੁਕਮ ਮੰਨਣ ਤੇ ਸਾਰੇ ਜੋ ਵੀ ਹੁਕਮ ਮੰਨੇਗਾ ਉਹ ਹੀ ਮਤਲਬ ਉਧਰ ਸਕਦਾ ਜੀ, ਤਰ ਸਕਦਾ। ਠੀਕ ਹੈ ਜੀ, ਠੀਕ ਹੈ ਜੀ। ਹੁਣ ਇੱਥੇ ਬਾਣੀ ਕਹਿੰਦੇ ਕਿ ਨਾਏ ਮੰਨੀਏ ਸੰਗਤ ਉਧਰੇ ਜਿਨ ਹਿਰਦੇ ਵਸਾਇਆ। ਹਾਂਜੀ। ਤੇ ਜਦੋਂ ਆਪਾਂ ਮਨ ਜਿਹੜਾ ਨਾਮ ਆ ਉਹਨੂੰ ਆਪਣੇ ਮਨ 'ਚ ਵਸਾ ਲੈਂਦੇ ਹਾਂ, ਆਪਣੇ ਹਿਰਦੇ 'ਚ ਵਸ ਜਾਂਦਾ। ਵਸਣਾ ਹੀ ਵਸਣਾ ਜਦੋਂ ਤੁਸੀਂ ਭਗਤੀ ਕਰਦੇ ਗਏ, ਔਰ ਉਹ ਜਿਹੜਾ ਨਾਮ ਹੈ ਆਟੋਮੈਟਿਕਲੀ ਹੀ ਤੁਹਾਡੇ ਹਿਰਦੇ 'ਚ ਵਸਦੀ ਜਾਣਾ। ਕਿਉਂਕਿ ਨਾਮ ਜਿਹੜਾ ਨਾ, ਨਾਮ ਇੱਕ ਮਤਲਬ ਪਵਿੱਤਰ ਚੀਜ਼ ਆ। ਔਰ ਜਦੋਂ ਵੀ
ਅਸੀਂ ਨਾਮ ਦੇ ਵਿੱਚ ਪ੍ਰਵੇਸ਼ ਕਰਦੇ ਹਾਂ। ਨਾਮ ਤੋਂ ਭਾਵ ਹੈ ਕਿ ਸਭ ਤੋਂ ਪਹਿਲਾਂ ਤੇ ਨਿਰਵਿਚਾਰ ਹੋਣਾ। ਨਿਰਵਿਚਾਰ ਅਵਸਥਾ 'ਚ ਜਦੋਂ ਅਸੀਂ ਪ੍ਰਵੇਸ਼ ਕਰਦੇ ਹਾਂ ਨਾ, ਉਹਨੇ ਆਟੋਮੈਟਿਕਲੀ ਹੀ ਸਾਡੇ ਅੰਦਰ ਸਫਾਈ ਕਰਨੀ ਸ਼ੁਰੂ ਕਰ ਦੇਣੀ। ਕੁਛ ਕਰਨ ਦੀ ਲੋੜ ਨਹੀਂ ਹੈ, ਕੁਛ ਕਰਨਾ ਹੀ ਤੇ ਅਗਿਆਨ ਹੈ। ਜਦੋਂ ਆਪਾਂ ਕੁਛ ਕਰਦੇ ਹਾਂ ਨਾ, ਅਸੀਂ ਆਪਣੇ ਮੂਲ ਸਰੋਤ ਤੋਂ ਬਾਹਰ ਆ ਜਾਂਦੇ ਹਾਂ। ਤੁਸੀਂ ਦਿਨ 'ਚ 45 ਮਿੰਟ ਕੁਛ ਨਹੀਂ ਕਰਨਾ, ਬਸ ਇੱਕ ਛੋਟਾ ਜਿਹਾ ਕੰਮ, ਕੇਵਲ ਅੰਤਰ ਧਿਆਨ ਹੋ ਕੇ 5-10 ਮਿੰਟ ਵਾਹਿਗੁਰੂ ਦਾ ਜਾਪ ਕਰਨਾ। ਵਾਹਿਗੁਰੂ ਦੇ ਜਾਪ ਨੇ ਤੁਹਾਨੂੰ ਵਿਚਾਰਾਂ ਤੋਂ ਮੁਕਤ ਕਰ ਦੇਣਾ। ਔਰ ਉਸ ਤੋਂ ਬਾਅਦ ਅੰਤਰ ਧਿਆਨ ਹੋ ਕੇ ਅੰਦਰ ਚੱਲਣ ਵਾਲੀ ਕਿਰਿਆ ਨੂੰ ਦੇਖਣਾ ਹੈ ਕਿ ਮੇਰੇ ਅੰਦਰ ਕੀ ਚੱਲ ਰਿਹਾ ਹੈ। ਜੇ ਕੋਈ ਪੁਰਾਣੀ ਚੀਜ਼ ਫਸੀ ਹੋਈ ਆ, ਅੜੀ ਹੋਈ ਆ, ਉਸ ਨੂੰ ਤੁਸੀਂ ਉਸ ਨੂੰ ਆਪਣੇ ਆਪ ਤੋਂ ਅਲੱਗ ਕਰ ਸਕਦੇ। ਉੱਥੇ ਤੁਹਾਡੀ ਕੋਈ ਮਦਦ ਨਹੀਂ ਕਰ ਸਕਦਾ, ਨਾ ਮੈਂ ਕਰ ਸਕਦਾ, ਨਾ ਦਿਲ ਸਾਹਿਬ ਕਰ ਸਕਦੇ, ਨਾ ਨਿੱਜੀ ਸਾਹਿਬ ਕਰ ਸਕਦੇ, ਕਿਉਂਕਿ ਤੁਹਾਡਾ ਫੈਸਲਾ ਹੈ। ਉਹ ਚੀਜ਼ ਨੂੰ ਤੁਸੀਂ ਛੱਡਣਾ ਜਾਂ ਨਹੀਂ ਛੱਡਣਾ। ਜੇ ਤੁਸੀਂ ਨਹੀਂ ਛੱਡਦੇ ਤੇ ਤੁਹਾਡਾ ਜਿਹੜਾ ਜੀਵਨ ਆ ਉਹ ਸੁੱਖ ਨਹੀਂ ਹੋਣਾ। ਜੇ ਤੁਸੀਂ ਚੀਜ਼ ਨੂੰ ਛੱਡ ਦਿੰਦੇ, ਜੋ ਹੈ ਤੇ ਕੁਛ ਨਹੀਂ, ਧੂੰਆਂ ਹੀ ਆ, ਚੀਜ਼ ਖਤਮ ਹੋ ਗਈ, ਚੀਜ਼ ਬੀਤ ਗਈ। ਉਹ ਜਦੋਂ ਚੀਜ਼ ਬੀਤ ਗਈ ਆ, ਉਹ ਚੀਜ਼ ਨੂੰ ਆਪਾਂ ਛੱਡਦੇ ਹਾਂ, ਫਿਰ ਕੀ ਹੁੰਦਾ ਕਿ ਸਾਡਾ ਮਨ ਜਿਹੜਾ ਚਿੱਤ ਹੈ ਉਹ ਸਾਫ਼ ਹੁੰਦਾ ਜਾਂਦਾ। ਪਰ ਜਿਵੇਂ ਜਿਵੇਂ ਚਿੱਤ ਸਾਫ਼ ਹੋਇਆ, ਫਿਰ ਸਾਡੇ ਜੀਵਨ 'ਚ ਨਾਮ ਆਉਂਦਾ ਹੈ ਪਰਮਾਤਮਾ ਦਾ, ਅਸਲੀ ਨਾਮ। ਉਹ ਨਾਮ ਜਦੋਂ ਸਾਡੇ ਅੰਦਰ ਵਸਦਾ ਹੈ ਤੇ ਫਿਰ ਕੀ ਹੁੰਦਾ ਹੈ, ਤੇ ਉਹ ਜਦੋਂ ਨਾਮ ਵਸਦਾ ਹੈ ਤੇ ਉਸ ਤੋਂ ਬਾਅਦ ਹੀ ਸਾਡਾ ਜੀਵਨ ਹੀ ਬਦਲਦਾ ਹੈ ਤੇ ਸਾਡੇ ਸੰਪਰਕ 'ਚ ਜੋ ਵੀ ਆਊਗਾ ਉਹਦਾ ਵੀ ਜੀਵਨ ਬਦਲ ਜੂਗਾ। ਕਿਉਂਕਿ ਸਭ ਤੋਂ ਪਹਿਲਾਂ ਤੇ ਸਾਨੂੰ ਆਪਣੇ ਹਿਰਦੇ 'ਚ ਵਸਾਉਣਾ ਪਊਗਾ, ਫਿਰ ਹੀ ਤੇ ਦੂਜੇ ਤੇ ਅਸਰ ਹੋਣਾ ਹੈ ਨਾ। ਜਦੋਂ ਤੱਕ ਸਾਡੇ ਤੇ ਅਸਰ ਨਹੀਂ ਹੋਇਆ ਤੇ ਦੂਜੇ ਤੇ ਕਿੱਥੋਂ ਹੋਊਗਾ। ਹਾਂਜੀ ਗਿੱਲ ਸਾਹਿਬ, ਅਗਲੀ ਬੋਲੀ। ਹਾਂਜੀ ਵੀਰ ਜੀ, ਮਤਲਬ ਜਿਸ ਤਰ੍ਹਾਂ ਅਸੀਂ ਗੁਰੂ ਨਾਨਕ ਦੇ ਮਤਲਬ ਸੰਗਤ ਕਹਿੰਦੇ ਹਾਂ, ਗੁਰੂ ਨਾਨਕ ਦੇ ਸਿੱਖ ਕਹਿੰਦੇ ਹਾਂ ਜੀ, ਅਗਰ ਅਸੀਂ ਗੁਰੂ ਨਾਨਕ ਦੀ ਬਾਣੀ ਅਨੁਸਾਰ ਅਸੀਂ ਆਪਣਾ ਉਹਦੇ ਹੁਕਮ ਵਿੱਚ ਆ ਜਾਈਏ ਜੀ, ਮਤਲਬ ਗਿਆਨ ਦੇ ਗੁਰੂ ਗ੍ਰੰਥ ਸਾਹਿਬ ਦੇ ਗਿਆਨ ਅਨੁਸਾਰ ਚੱਲ ਕੇ ਅਗਰ ਅਸੀਂ ਪਰਮਾਤਮਾ ਦੇ ਹੁਕਮ ਵਿੱਚ ਆ ਜਾਈਏ, ਅਸੀਂ ਵੀ ਤਰ ਸਕਦੇ ਹਾਂ। ਮਤਲਬ ਅਸੀਂ ਵੀ ਸਾਰੀ ਉਹਨਾਂ ਦੀ ਗੁਰੂ ਨਾਨਕ ਦੀ ਜਾਂ ਭਗਤਾਂ ਦੀ ਮਤਲਬ ਗੁਰੂ ਗ੍ਰੰਥ ਸਾਹਿਬ ਵਿੱਚ ਜਿੰਨੇ ਵੀ ਭਗਤ ਹੋਏ ਆ, ਬ੍ਰਹਮ ਗਿਆਨੀ ਹੋਏ ਆ, ਅਸੀਂ ਵੀ ਅਗਰ ਉਹਨਾਂ ਦੇ ਕਹੇ ਅਨੁਸਾਰ ਗਿਆਨ ਅਨੁਸਾਰ ਚੱਲ ਕੇ ਨੌ ਮਨ 'ਚ ਵਸਾ ਲਈਏ, ਉਹਦਾ ਹੁਕਮ ਮੰਨ ਲਈਏ, ਮਤਲਬ ਅਸੀਂ ਵੀ ਉਹਦੀ ਸੰਗਤ ਹੀ ਆ, ਕੁੱਲ ਹੀ ਆ ਜੀ, ਅਸੀਂ ਵੀ ਉਤਰ ਸਕਦੇ ਹਾਂ ਜੀ। ਤੋ ਨਾਇ ਮੰਨਿਆ ਸੁਣ ਉਤਰੇ ਜਿਨ ਰਸਨ ਰਸਾਇਆ, ਵੀ ਜਿਹੜੇ ਵੀ ਸੰਗਤ ਨੇ, ਜਿਹੜੇ ਵੀ ਚੇਲੇ ਨੇ, ਉਸ ਨੂੰ ਆਪਣਾ ਰਸਨਾ ਦੇ ਉੱਤੇ ਨਾਮ ਆ ਗਿਆ, ਜਾਨੀ ਅੰਮ੍ਰਿਤ ਰਸ ਜਿਹਦੇ ਕੋਲ ਆ ਗਿਆ, ਹੁਕਮ ਮੰਨ ਲਿਆ, ਉਹ ਵੀ ਜਿਹੜਾ ਵੀ ਉਸ ਪੋਜੀਸ਼ਨ ਤੋਂ ਪਹੁੰਚੇਗਾ, ਉਹ ਸਾਰੇ ਤਰ ਜਾਣਗੇ। ਹਾਂਜੀ ਵੀਰ ਜੀ, ਬਿਲਕੁਲ ਠੀਕ ਆ। ਹੁਣ ਕਹਿੰਦੇ ਆ ਕਿ ਜਿਹੜੇ ਆਪਾਂ ਜਦੋਂ ਮੰਨ ਲਓ ਆਪਾਂ ਵਾਹਿਗੁਰੂ ਦਾ ਜਾਪ ਕਰਦੇ ਹਾਂ, ਕਿਉਂਕਿ ਜਿਹੜੀ ਸਾਡੀ ਆਤਮਿਕ ਅਵਸਥਾ ਹੈ ਉਹ ਤੇ ਸ਼ਬਦ ਨਹੀਂ ਚੁੱਕਣੇ ਹਨ, ਕਿਉਂਕਿ ਜਿਹੜੇ ਸ਼ਬਦ ਹੁੰਦੇ, ਸ਼ਬਦਾਂ 'ਚ ਸ਼ਕਤੀ ਹੁੰਦੀ ਹੈ। ਸਾਡੇ ਮਨ ਦੇ ਅੰਦਰ ਜੋ ਵੀ ਹਲਚਲ ਮੱਚੀ ਆ, ਜੋ ਵੀ ਕੁਝ ਚੀਜ਼ ਮੰਨ ਲਓ, ਜਿੱਦਾਂ ਹੁਣ ਵੇਖੋ ਬਾਣੀ 'ਚ ਲਿਖਿਆ ਨਾ ਕਿ ਮੂਤ ਪਲੀਤੀ ਕੱਪੜ ਹੋਏ ਦਈਏ ਸਾਬਣ ਲੈ ਧੋਈ। ਹੁਣ ਜਿੱਦਾਂ ਮੰਨ ਲਓ ਕੋਈ ਕੱਪੜਾ ਗੰਦਾ ਵਾ ਤੇ ਉਹਨੂੰ ਆਪਾਂ ਸਾਬਣ ਦੇ ਨਾਲ ਸਾਫ਼ ਕਰ ਸਕਦੇ ਹਾਂ, ਧੋ ਸਕਦੇ ਹਾਂ। ਪਰ ਬਾਣੀ 'ਚ ਦੂਜੇ ਬੰਨੇ ਇਹ ਲਿਖਿਆ ਵਾ ਕਿ ਜਦੋਂ ਅਸੀਂ ਮੱਤ ਤੇ ਪਾਪ ਕਰਦੇ ਹਾਂ, ਮਾੜਾ ਕੰਮ ਕਰਦੇ ਹਾਂ, ਮੱਤ ਆਪਣੀ ਬੁੱਧੀ ਦੇ ਅਨੁਸਾਰ ਖਿੱਚਾ ਧੋਈ ਕਰਦੇ ਹਾਂ ਔਰ ਉਲਟੇ ਪੁਲਟੇ ਕੰਮ ਕਰਦੇ ਹਾਂ, ਤੇ ਫਿਰ ਉਹ ਜਿਹੜੀ ਚੀਜ਼ ਨੂੰ ਧੋਣ ਵਾਸਤੇ ਨਾਮ ਚਾਹੀਦਾ। ਇਹ ਵੀ ਨਾਮ ਦੀ ਗੱਲ ਕਰਦੇ ਕਿ ਨਾਮ ਜਦੋਂ ਆਪਾਂ ਜਪਦੇ ਹਾਂ, ਨਾਮ ਦਾ ਜਦੋਂ ਹੁਣ ਆਪਾਂ ਕੀ ਕਰ ਰਹੇ ਹਾਂ, ਸਭ ਤੋਂ ਪਹਿਲਾਂ ਤੇ ਮੈਂ ਕਹਿੰਦਾ ਕਿ ਨਾਮ ਜਪਣ ਤੋਂ ਪਹਿਲਾਂ ਤੇ ਸਭ ਤੋਂ ਪਹਿਲਾਂ ਜ਼ਮੀਨ ਤੇ ਤਿਆਰ ਕਰਨੀ ਜ਼ਰੂਰੀ ਹੈ ਨਾ। ਪਰ ਨਾਮ ਵਾਸਤੇ ਤੇ ਜਗ੍ਹਾ ਹੀ ਨਹੀਂ ਹੈਗੀ, ਮਨ ਤੇ ਭਰਿਆ ਪਿਆ। ਨਾਮ ਨੂੰ ਜਪਣ ਦੇ ਲਈ ਸਭ ਤੋਂ ਪਹਿਲਾਂ ਤੁਹਾਡੇ ਅੰਦਰ ਅਵਸਥਾ ਚਾਹੀਦੀ। ਜਿੰਨਾ ਚਿਰ ਤੱਕ ਮਨ ਇਕਾਗਰ ਨਹੀਂ ਆ, ਉਹਨਾਂ ਚਿਰ ਤੱਕ ਨਾਮ ਜਪਿਆ ਜਿਹੜਾ ਵਾ ਉਹਦਾ ਫਾਇਦਾ ਨਹੀਂ ਹੁੰਦਾ। ਜੇਕਰ ਏਦਾਂ ਫਾਇਦਾ ਹੁੰਦਾ ਤਾਂ ਤੁਸੀਂ ਵੇਖੋ ਕਿੰਨੀ ਦੁਨੀਆ ਜਪ ਰਹੀ ਹੈ, ਲੱਖਾਂ ਕੀ ਕਰੋੜਾਂ ਲੋਕ ਨਾਮ ਜਪਦੇ ਨੇ ਔਰ 4-4, 5-5 ਘੰਟੇ ਜਪਦੇ ਨੇ। ਕਿ ਉਹਨਾਂ ਦਾ ਜੀਵਨ ਕਿਉਂ ਨਹੀਂ ਬਦਲ ਗਿਆ? ਇਹਦਾ ਮਤਲਬ ਕੀ ਹੈ ਕਿ ਮਨ ਨਹੀਂ ਉੱਥੇ ਮੌਜੂਦ। ਪਰ ਜਦ ਤੱਕ ਮਨ ਆਪਣੇ ਔਗਣਾਂ ਦਾ ਤਿਆਗ ਕਰਕੇ ਆਪਣੇ ਆਪ 'ਚ ਲੀਨ ਨਹੀਂ ਹੁੰਦਾ, ਉਹਨਾਂ ਚਿਰ ਤੱਕ ਨਾਮ ਜਪੇ ਦਾ ਫਾਇਦਾ ਨਹੀਂ ਹੁੰਦਾ। ਤੇ ਨਾਮ ਜਿਹੜਾ ਦੇਖੋ ਇੱਕ ਚੀਜ਼ ਇਹ ਹੈ, ਔਰ ਉਸ ਤੋਂ ਕੋਈ ਵੱਡੀ ਗੱਲ ਇਹ ਹੈ ਕਿ ਜਿਹੜਾ ਔਗਣਾਂ ਤੋਂ ਮੁਕਤ ਵੀ ਨਾਮ ਨਹੀਂ ਕਰਨਾ ਹੈ।
ਆਪਾਂ ਪਹਿਲਾਂ ਨੂੰ ਸਭ ਤੋਂ ਪਹਿਲਾਂ ਤਾਂ ਸੌਖਾ ਦਾ ਤਰੀਕਾ ਹੁੰਦਾ ਕਿ ਆਪਣੇ ਮੂੰਹ ਦੇ ਨਾਲ ਰਸਨਾ ਦੇ ਨਾਲ ਨਾਮ ਨੂੰ ਜਪਿਆ ਜਾਵੇ। ਪਰ ਜਦੋਂ ਅਸੀਂ ਰਸਨਾ ਦੇ ਨਾਲ ਨਾਮ ਜਪਦੇ ਹਾਂ, ਉਹ ਕੀ ਕਰਦਾ ਹੈ ਕਿ ਉਹ ਸਾਡੇ ਅੰਦਰ ਜਿਹੜੀ ਵੀ ਖੋਟ ਪੈਦਾ ਹੋ ਗਈ ਹੈ ਉਸ ਨੂੰ ਸਾਡੇ ਤੋਂ ਅਲੱਗ ਕਰਦਾ ਹੈ, ਉਹਦੇ 'ਚ ਸਾਡੀ ਮਦਦ ਕਰਦਾ ਹੈ। ਹਾਂਜੀ ਬੋਲੀ ਗਿੱਲ ਸਾਹਿਬ। ਹਾਂਜੀ ਵੀਰ ਜੀ, ਅੱਗੇ ਬਾਣੀ ਕਹਿੰਦੀ ਆ, ਨਾ ਮੰਨਿਆ ਦੁੱਖ ਭੁੱਖ ਗਈ ਜਿਨ ਨਾਮ ਚਿਤ ਲਾਇਆ। ਵੀ ਜਦੋਂ ਨਾਮ ਜੀਵ ਦੇ ਹਿਰਦੇ ਵਿੱਚ ਵੱਸ ਜਾਂਦਾ, ਉਹ ਪ੍ਰਮਾਤਮਾ ਦੇ ਹੁਕਮ ਦੇ ਵਿੱਚ ਆ ਜਾਂਦਾ ਗਾ, ਉਹਦੇ ਸਾਰੇ ਦੁੱਖ ਸਾਰੀ ਭੁੱਖ ਖਤਮ ਹੋ ਜਾਂਦੀ ਆ। ਦੁੱਖ ਹੈਗੇ ਸਾਡੇ ਮਤਲਬ ਕਾਮ ਕ੍ਰੋਧ ਲੋਭ ਮੋਹ, ਇਹ ਸਾਰੇ ਦੁੱਖ ਹੈਗੇ, ਹਉਮੈ ਰੋਗ ਆ। ਤੇ ਜਦੋਂ ਭੁੱਖ ਖਤਮ ਹੋ ਗਈ, ਸਾਨੂੰ ਮਤਲਬ ਲੋਭ ਲਹਿਰ ਖਤਮ ਹੋ ਗਈ ਤੇ ਸਾਡੇ ਸਬਰ ਤੇ ਸੰਤੋਖ ਹੋ ਜਾਂਦਾ। ਉਹ ਸਾਰੇ ਜਿੰਨੇ ਵੀ ਇਹ ਔਗਣ ਹੈਗੇ ਆ ਇਹ ਖਤਮ ਹੋ ਜਾਂਦੇ ਆ, ਤੇ ਜਿੰਨੇ ਵੀ ਸਾਡੇ ਗੁਣ ਆ ਜਾਂਦੇ ਆ, ਸਤ ਸੰਤੋਖ ਦਇਆ ਧਰਮ, ਇਹ ਸਾਰੇ ਆ ਜਾਂਦੇ ਆ। ਔਰ ਸਾਰੇ ਹੀ ਸਾਨੂੰ ਜੋ ਦੁਨੀਆ ਦੇ ਦੁੱਖ ਹੈਗੇ ਭੁੱਖ ਆ ਉਹ ਖਤਮ ਹੋ ਜਾਂਦੇ ਆ, ਤ੍ਰਿਸ਼ਨਾ ਖਤਮ ਹੋ ਜਾਂਦੀ ਹੈ, ਔਰ ਸਾਡੀ ਪੋਜੀਸ਼ਨ ਸਦਾ ਆਨੰਦ ਵਾਲੀ ਹੋ ਜਾਂਦੀ ਹੈ ਜੀ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਸਾਧ ਸੰਗਤ ਜੀ। ਲਿਖਿਆ ਕਿ ਨਾਏ ਮੰਨੀਏ ਸੁਣ ਉਧਰੇ ਜਿਨ ਰਸਨਾ ਰਸਾਇਆ, ਨਾਏ ਮੰਨੀਏ ਦੁੱਖ ਭੁੱਖ ਗਈ ਜਿਨ ਨਾਮ ਚਿਤ ਲਾਇਆ, ਨਾਨਕ ਨਾਮ ਤਿਨੀ ਹੀ ਸਲਾਈਏ ਜਿਨ ਗੁਰ ਮਿਲਾਇਆ। ਹਾਂਜੀ ਠੀਕ ਹੈ ਜੀ। ਹੁਣ ਇੱਥੇ ਬਾਣੀ ਪਤਾ ਕੀ ਕਹਿੰਦੀ ਹੈ ਕਿ ਜਦੋਂ ਆਪਾਂ ਨਾਮ ਤੇ ਆਉਂਦੇ ਆ ਤੇ ਅਗਰ ਨਾਮ ਦੇ ਵਿੱਚ ਸਾਡਾ ਚਿੱਤ ਜੁੜਿਆ, ਇਹ ਚਿੱਤ ਆ ਗਿਆ ਨਾ, ਨਾਮ ਚਿੱਤ ਲਾਇਆ। ਹੁਣ ਜਿਹੜਾ ਚਿੱਤ ਹੈ ਤੁਹਾਡਾ, ਜਦ ਤੱਕ ਤੁਹਾਡਾ ਚਿੱਤ ਹੀ ਨਹੀਂ ਜੁੜਿਆ, ਚਿੱਤ ਤੇ ਕੁਛ ਹੋਰ ਚੱਲਣ ਦਿਆ ਵਾ, ਤੇ ਮਨ ਨੇ ਵੀ ਤੇ ਉਹ ਕੁਝ ਹੀ ਵੇਖਣਾ। ਔਰ ਜਿੰਨਾ ਚਿਰ ਤੱਕ ਸਾਡਾ ਚਿੱਤ ਮਤਲਬ ਕਹਿਣ ਤੋਂ ਬਾਅਦ ਨਾਮ ਦਾ ਮਤਲਬ ਇਹ ਨਹੀਂ ਹੈ ਕਿ ਉੱਥੇ ਕੋਈ ਚੀਜ਼ ਦਿਖਣੀ ਆ। ਚਿੱਤ ਦਾ ਮਤਲਬ ਜਦੋਂ ਖਾਲੀ ਹੋ ਜਾਂਦਾ ਚਿੱਤ, ਤੇ ਫਿਰ ਮਨ ਕੋ ਤੇ ਹੈਗਾ ਨਹੀਂ ਕੁਝ ਉੱਥੇ ਵੇਖਣ ਵਾਸਤੇ, ਤੇ ਮਨ ਵੀ ਸ਼ਾਂਤ ਹੋ ਗਿਆ, ਚਿੱਤ ਵੀ ਸ਼ਾਂਤ ਹੋ ਗਏ, ਦੋਨੇ ਸ਼ਾਂਤ ਹੋ ਗਏ, ਤੇ ਤੁਹਾਡਾ ਕੀ ਹੋਣੀ, ਤੁਹਾਡੀ ਲਿਵ ਲੱਗ ਜਾਣੀ। ਜਿੰਨਾ ਚਿਰ ਤੱਕ ਦੇਖੋ ਜਿਹੜਾ ਚਿੱਤ ਖਾਲੀ ਨਹੀਂ ਹੁੰਦਾ ਨਾ, ਉਹਨਾਂ ਚਿਰ ਤੱਕ ਸਾਨੂੰ ਦੁੱਖਾਂ ਤੋਂ ਕਲੇਸ਼ਾਂ ਤੋਂ ਮੁਕਤੀ ਨਹੀਂ ਮਿਲ ਸਕਦੀ, ਕਿਉਂਕਿ ਉੱਥੇ ਚਿੱਤ ਤੇ ਕੋਈ ਨਾ ਕੋਈ ਤੇ ਚੱਲਦਾ ਹੀ ਰਹਿਣਾ ਮਸ਼ੀਨ। ਹੁਣ ਚਿੱਤ ਤੇ ਕੋਈ ਹੁਣ ਵਿਚਾਰ ਆਇਆ, ਫਿਰ ਦੂਜਾ ਆ ਗਿਆ, ਸਾਡੇ ਮਨ 'ਚ ਕੀ ਹੈ ਪਰੇਸ਼ਾਨੀ ਕਾਹਦੀ, ਸਾਨੂੰ ਦੁੱਖ ਕਾਹਦਾ, ਵਿਚਾਰਾਂ ਦਾ ਤੇ ਦੁੱਖ ਹੈਗਾ, ਔਰ ਸਾਡੇ ਸਰੀਰ 'ਚ ਥੋੜੀ ਕੋਈ ਦੁੱਖ ਹੈਗਾ। ਹੁਣ ਆਪ ਜੀ ਦੇਖੋ, ਜਦੋਂ ਤੁਹਾਨੂੰ ਕਿਸੇ ਕਾਰੋਬਾਰ 'ਚ ਘਾਟਾ ਪੈ ਗਿਆ, ਉਦੋਂ ਤੇ ਉਹਨਾਂ ਦੁੱਖ ਨਹੀਂ ਹੁੰਦਾ, ਉਹ ਤੇ ਗੱਲ ਖਤਮ ਹੋ ਗਈ, 1,50,000 ਦਾ ਘਾਟਾ ਪੈ ਗਿਆ। ਪ੍ਰੋਬਲਮ ਤੇ ਤਾਂ ਹੁੰਦੀ ਆ ਜਦੋਂ ਤੁਸੀਂ ਉਸੇ ਗੱਲ ਨੂੰ ਹਰ ਦਿਨ ਮਨ 'ਚ ਰਗੜਦੇ ਹੋ, ਉਹਨੂੰ 10-10 ਸਾਲ ਉਸੇ ਪੁਰਾਣੀ ਗੱਲ ਨੂੰ ਚੇਤੇ ਕਰਦੇ ਕਿ ਮੈਨੂੰ ਘਾਟਾ ਪੈ ਗਿਆ, ਮੈਨੂੰ ਜੀਵਨ 'ਚ ਉਹ ਚੀਜ਼ ਨਹੀਂ ਮਿਲੀ, ਮੈਨੂੰ ਫਲਾਣਾ ਕੰਮ ਨਹੀਂ ਹੋਇਆ। ਉਹ ਚੀਜ਼ ਜਿਹੜੀ ਨੁਕਸਾਨ ਹੋਇਆ ਉਹਦਾ ਉਹਨਾਂ ਦੁੱਖ ਨਹੀਂ ਹੁੰਦਾ, ਦੁੱਖ ਤੇ ਹੁੰਦਾ ਉਹਨੂੰ ਵਾਰ-ਵਾਰ ਚੇਤੇ ਕਰਨ। ਇੱਕ ਚੀਜ਼ ਤੁਹਾਡੀ ਗਵਾਚ ਗਿਆ, ਮੋਬਾਈਲ 10,000 ਦਾ ਮੋਬਾਈਲ, ਚਲੋ ਗਵਾਚ ਗਿਆ, ਤੁਸੀਂ ਨਵਾਂ ਲੈ ਲਓ, ਪਰ ਜਦੋਂ ਤੁਸੀਂ ਉਸ ਮੋਬਾਈਲ ਨੂੰ ਬਾਰ-ਬਾਰ ਚੇਤੇ ਕਰਦੇ ਜੋ ਹਾਏ ਮੇਰਾ ਮੋਬਾਈਲ ਗਵਾਚ ਗਿਆ, ਹਾਏ ਮੈਂ ਉੱਥੇ ਰਿਸ਼ਤੇਦਾਰ ਮੈਨੂੰ ਗਏ ਤਾਂ ਮੈਨੂੰ ਖਵਾਇਆ ਨਹੀਂ, ਮੈਨੂੰ ਮਾੜੀ ਚੀਜ਼ ਦੇ ਦਿੱਤੀ, ਮੈਨੂੰ ਮਤਲਬ ਚਾਹ ਨਹੀਂ ਪਿਆਈ, ਮੇਰਾ ਇੱਜ਼ਤ ਮਾਨ ਨਹੀਂ ਕੀਤਾ, ਤੇ ਇਹ ਵੀ ਤੇ ਉਹੀ ਗੱਲਾਂ ਨੇ। ਪਰ ਜਦੋਂ ਆਪਾਂ ਇਹਨਾਂ ਗੱਲਾਂ ਨੂੰ ਚੇਤੇ ਕਰਦੇ ਹਾਂ, ਆਪਾਂ ਦੁਖੀ ਤੇ ਪਰੇਸ਼ਾਨ ਹੁੰਦੇ ਹਾਂ, ਪਰ ਉਹਨਾਂ ਚੀਜ਼ਾਂ ਲਈ ਦੁਖੀ ਹੁੰਦੇ ਹਾਂ ਜਿਹੜੀ ਚੀਜ਼ਾਂ ਦਾ ਕੋਈ ਕਾਰਨ ਨਹੀਂ ਹੁੰਦਾ। ਇੱਕ ਨੁਕਸਾਨ ਹੋ ਗਿਆ ਆਪਣਾ, ਉਹ ਤੇ ਇੱਕ ਵੱਖਰੀ ਗੱਲ ਹੈ। ਜਦੋਂ ਆਪਾਂ ਉਹਨੂੰ ਬਾਰ-ਬਾਰ ਚੇਤੇ ਕਰਦੇ ਹਾਂ ਤੇ ਫਿਰ ਕਿੰਨਾ ਚਿੱਤ ਦੇ ਵਿੱਚ ਪ੍ਰੋਬਲਮ ਹੁੰਦੀ ਹੈ। ਹੁਣ ਬਾਣੀ ਆਪਾਂ ਨੂੰ ਕਹਿੰਦੀ ਹੈ ਜਿੰਨਾ ਚਿਰ ਤੱਕ ਨਾਮ ਦੇ ਵਿੱਚ ਤੇਰਾ ਚਿੱਤ ਨਹੀਂ ਜੁੜਦਾ, ਨਾਮ ਚਿੱਤ ਦਾ ਮਤਲਬ ਹੁੰਦਾ ਵਾ ਕਿ ਜਦੋਂ ਚਿੱਤ ਖਾਲੀ ਹੋ ਗਿਆ, ਸਮਝ ਲਓ ਕਿ ਚਿੱਤ ਨਾਮ 'ਚ ਜੁੜ ਗਿਆ। ਆਪ ਜੀ ਨੂੰ ਸਮਝੋ, ਨਾਮ ਦਾ ਮਤਲਬ ਪਤਾ ਕੀ ਆ, ਜਦੋਂ ਤੁਹਾਡੀ ਸੁਰਤੀ ਇੱਕ ਇਕਾਗਰ ਹੋ ਗਈ, ਸਮਝ ਲਓ ਕਿ ਤੁਹਾਡਾ ਚਿੱਤ ਜਿਹੜਾ ਨਾਮ 'ਚ ਜੁੜ ਗਿਆ। ਪਰਮਾਤਮਾ ਨੂੰ ਉੱਪਰ ਵੀ ਲਿਖਿਆ ਨਾ, ਜ਼ਿਆਦਾ ਬੋਲਣ ਦੇ ਨਾਲ ਨਹੀਂ ਆਪਾਂ ਆਪਣੇ ਪ੍ਰਭਾਵਿਤ ਕਰ ਸਕਦੇ। ਪਰਮਾਤਮਾ ਨੂੰ ਪ੍ਰਭਾਵਿਤ ਕਰਨ ਦਾ ਇੱਕੋ ਹੀ ਤਰੀਕਾ ਹੈ, ਉਹਦੇ ਵਿੱਚ ਸਮਾ ਜਾਣਾ। ਉਹਦੇ ਵਿੱਚ ਸਮਾਉਣ ਦਾ ਕੀ ਤਰੀਕਾ ਹੈ? ਦਵੈਸ਼ ਹੈਗਾ, ਅਸੀਂ ਤੇ ਪਰਮਾਤਮਾ ਦੋ ਹੈ। ਹੁਣ ਜਦੋਂ ਅਸੀਂ ਵਿਚਾਰ ਮੁਕਤ ਹੋ ਜਾਂਦੇ ਹਾਂ ਤੇ ਅਸੀਂ ਬ੍ਰਹਮ ਦੇ ਨਾਲ ਹੀ ਹੋ ਜਾਂਦੇ ਹਾਂ। ਸਾਡਾ ਹੋਣਾ ਬਾਕੀ ਨਹੀਂ ਰਹਿ ਜਾਂਦਾ, ਉਹੀ ਹੀ ਹੈ ਨਾਮ। ਉਹਦੇ ਵਿੱਚ ਚਿੱਤ ਲਾਉਣਾ, ਬ੍ਰਹਮ ਦੇ ਵਿੱਚ ਲੀਨ ਹੋ ਜਾਣਾ।
ਉਹਦੇ ਵਿੱਚ ਨਾ ਤੇ ਅਸੀਂ ਆ ਤੇ ਨਾ ਆ ਬ੍ਰਹਮ ਹੈ, ਇੱਕ ਹੋ ਗਏ। ਰਾਮ ਕਬੀਰਾ ਇੱਕ ਭਇਓ ਕੋਈ ਨਾ ਸਕੇ ਪਛਾਣੇ। ਵਿਚਾਰ ਮੁਕਤ ਅਵਸਥਾ ਦੇ ਵਿੱਚ ਜਿਹੜਾ ਜਾਣਾ ਹੀ ਪਰਮਾਤਮਾ ਦਾ ਧਿਆਨ ਸਿਮਰਨ ਹੈ, ਉਹਦਾ ਨਾਮ ਹੈ, ਉਹਦਾ ਨਾਮ ਦਾ ਅਭਿਆਸ ਕਰਨਾ ਹੈ। ਤੇ ਜਦੋਂ ਅਸੀਂ ਕੁਛ ਬਣ ਜਾਂਦੇ ਹਾਂ ਫਿਰ ਅਸੀਂ ਵੱਖ ਹੋ ਜਾਂਦੇ ਹਾਂ ਬ੍ਰਹਮ ਤੋਂ। ਫਿਰ ਸਾਡੇ 'ਚ ਤੇ ਬ੍ਰਹਮ ਦੇ ਵਿੱਚ ਇੱਕ ਦੀਵਾਰ ਆ ਗਈ। ਤੇ ਜਦੋਂ ਅਸੀਂ ਆਪਣੇ ਆਪ ਨੂੰ ਛੱਡ ਦਿੰਦੇ ਹਾਂ, ਆਪਣੀਆਂ ਜਿਹੜੀ ਹਉਮੈ ਨੂੰ ਛੱਡ ਦਿੰਦੇ ਹਾਂ, ਆਪਣੇ ਜਿਹੜਾ ਬੀਤਿਆ ਜੀਵਨ ਦੀਆਂ ਜਿਹੜੀਆਂ ਵੀ ਗੱਲਾਂ ਬੀਤ ਚੁੱਕੀਆਂ ਉਹਨਾਂ ਨੂੰ ਛੱਡ ਦਿੰਦੇ ਹਾਂ, ਤੇ ਫਿਰ ਤੇ ਬ੍ਰਹਮ ਹੀ ਬ੍ਰਹਮ ਹੈ, ਉੱਥੇ ਕੋਈ ਪਰੇਸ਼ਾਨੀ ਨਹੀਂ। ਔਰ ਇਸ ਅਵਸਥਾ 'ਚ ਜਦੋਂ ਤੁਸੀਂ 5-6 ਮਹੀਨੇ ਬਹਿੰਦੇ ਜੋ, ਜਾਂਦੇ ਜੋ 15-20 ਮਿੰਟ, ਤੇ ਤੁਹਾਡਾ ਜੀਵਨ ਆਟੋਮੈਟਿਕਲੀ ਹੀ ਬ੍ਰਹਮ ਹੋ ਜਾਣਾ, ਸੱਚ ਚਿੱਤ ਆਨੰਦ ਹੋ ਜਾਣਾ। ਕੁਛ ਕਰਨ ਦੀ ਲੋੜ ਨਹੀਂ ਹੈਗੀ, ਛੱਡਣ ਦੀ ਲੋੜ ਹੈ। ਉਹਨਾਂ ਚੀਜ਼ਾਂ ਨੂੰ ਛੱਡਣ ਦੀ ਲੋੜ ਹੈ ਜਿਹੜੀਆਂ ਚੀਜ਼ਾਂ ਦੀ ਕੋਈ ਹੋਂਦ ਹੈ। ਤੇ ਆਖਰੀ ਤੁਕ ਜਿਹੜੀ ਹੈਗੀ ਹੈ, ਨਾਨਕ ਨਾਮ ਤਿੰਨ ਸਲਾਹੀਏ ਇਹਨੂੰ ਗੁਰੂ ਮਿਲਾਇਆ, ਇਹਨੂੰ ਗੁਰੂ ਮਿਲਾਇਆ ਜੀ। ਜੇ ਤੇ ਗੁਰੂ ਤਰੁੱਟ ਜਾਂਦਾ ਜੀ, ਗੁਰੂ ਨੂੰ ਭਾਉਂਦਾ ਉਹ, ਮਤਲਬ ਗੁਰੂ ਖੁਸ਼ ਹੋ ਜਾਂਦਾ ਉਸ ਤੇ, ਉਹਦੀ ਕਮਾਈ ਤੇ ਫਿਰ ਉਹੀ ਜਿਹੜਾ ਹੈਗਾ ਉਹੀ ਚਿੱਤ ਵਿੱਚ ਵਸਾ ਸਕਦਾ ਹੈਗਾ ਜੀ, ਉਹੀ ਮਤਲਬ ਅੱਗੇ ਸਿਫਤ ਸਲਾਹ ਕਰ ਸਕਦਾ, ਮਤਲਬ ਜਿਹੜੀ ਚੌਥੀ ਸਟੇਜ ਹੈਗੀ ਹੈ ਜੀ। ਹਾਂਜੀ ਬਿਲਕੁਲ ਠੀਕ ਹੈ। ਇੱਥੇ ਗਿੱਲ ਸਾਹਿਬ ਇੱਥੇ ਬਾਣੀ ਤੇ ਉਹ ਕਹਿ ਰਹੀ ਹੈ ਕਿ ਜਦੋਂ ਪ੍ਰਮਾਤਮਾ ਨੇ ਤੁਹਾਨੂੰ ਸੰਗਤ ਦੇਤੀ, ਸਮਝ ਲਓ ਕਿ ਪ੍ਰਮਾਤਮਾ ਖੁਸ਼ ਹੀ। ਹਾਂਜੀ ਹਾਂਜੀ, ਇਸ ਪ੍ਰਮਾਤਮਾ ਨੇ ਸਭ ਤੋਂ ਪਹਿਲਾਂ ਤੁਹਾਨੂੰ ਸੰਗਤ ਹੀ ਦੇਣੀ ਹੈ। ਸੰਗਤ ਮਿਲ ਗਈ ਹੈ ਤੇ ਸਮਝ ਲਓ ਕਿ ਪ੍ਰਮਾਤਮਾ ਦੀ ਨਜ਼ਰ ਦੇ ਵਿੱਚ ਤੁਸੀਂ ਉਹ ਤੁਹਾਨੂੰ ਆਪਣਾ ਨਾਮ ਦੇਣਾ ਚਾਹੁੰਦਾ। ਅੱਜ ਦੀ ਸਮਾਪਤੀ ਫਿਰ ਇੱਥੇ ਕਰੀਏ, ਠੀਕ ਹੈ ਜੀ। ਹਾਂਜੀ ਹਾਂਜੀ, ਤੇ ਵੀਰ ਜੀ ਨਾਮ ਨੂੰ ਆਪਾਂ ਲੈ ਸਕਦੇ ਹਾਂ ਜਿਵੇਂ ਸੂਰਜ ਦੇ ਅਸੀਂ ਹਨੇਰੇ ਸੁਣਦੇ ਹਾਂ ਜੀ, ਹਨੇਰੇ ਕਮਰੇ 'ਚ ਸੂਰਜ ਵੱਲ ਆ ਜਾਈਏ ਜੀ, ਤੇ ਉੱਥੇ ਸੂਰਜ ਦੀ ਧੁੱਪ ਆ ਜਿਹੜੀ ਜੀ ਉਹ ਸਾਨੂੰ ਮਤਲਬ ਨਿੱਘ ਵੀ ਦਿੰਦੀ ਹੈ ਜੀ, ਤੇ ਗਰਮੀ ਵੀ ਦਿੰਦੀ ਹੈ ਜੀ, ਔਰ ਸਾਰੇ ਗੁਣ ਹੈਗੇ ਜੀ, ਜੀਵਨ ਹੈਗਾ ਜੀ। ਤੇ ਇਸੇ ਤਰ੍ਹਾਂ ਹੀ ਅਗਰ ਅਸੀਂ ਪ੍ਰਮਾਤਮਾ ਦੇ ਨਾਮ ਦੇ ਸਾਨੂੰ ਮਿਲ ਜਾਏ ਤਾਂ ਸਾਰੇ ਗੁਣ ਸਾਡੇ ਵਿੱਚ ਆ ਜਾਣਗੇ ਜੀ, ਔਰ ਸਾਰੀ ਇਹ ਮਾਇਆ ਦਾ ਹਨੇਰਾ ਖਤਮ ਹੋ ਕੇ ਉਹ ਮਤਲਬ ਗਿਆਨ ਹੋ ਜਾਊਗਾ ਜੀ ਸਾਨੂੰ ਸਾਰਾ, ਤੇ ਵਿਵੇਕ ਬੁੱਧ ਆ ਜਾਊਗੀ। ਇਹ ਮਤਲਬ ਬਾਹਰਲਾ ਹੈਗਾ ਸੂਰਜ ਦਾ ਜਿਹੜੇ ਗੁਣ ਹੈਗੇ ਆ ਉਹ ਸਾਡੇ ਅੰਦਰ ਹੈਗੇ ਆ। ਹਾਂਜੀ, ਇਹ ਨਾ ਦੇਖੋ ਗਿੱਲ ਸਾਹਿਬ, ਪਤਾ ਕੀ ਆ ਕਿ ਜਿੰਨਾ ਚਿਰ ਤੱਕ ਅਸੀਂ ਹਉਮੈ 'ਚ ਜੀਵਨ ਬਤੀਤ ਕਰਦੇ ਆ ਨਾ, ਅਸੀਂ ਸੁੱਖਾਂ 'ਚ ਹੀ ਰਹਿਣਾ। ਬਿਲਕੁਲ ਹਾਂਜੀ, ਕਿਉਂਕਿ ਜੀਵਨ ਸਾਡੀ ਮਰਜ਼ੀ ਨਾਲ ਨਹੀਂ ਚੱਲਣਾ। ਹਾਂਜੀ, ਕਿਉਂਕਿ ਦੇਖੋ ਸਾਡਾ ਤੇ ਆਪਣੇ ਸਰੀਰ ਤੇ ਕੰਟਰੋਲ ਨਹੀਂ ਹੈਗਾ। ਹਾਂਜੀ ਹਾਂਜੀ, ਸਾਡੇ ਨੂੰ ਸਰੀਰ 'ਚ ਕੋਈ ਬਿਮਾਰੀ ਆ ਜਾਂਦੀ ਹੈ ਕਿ ਸਾਡਾ ਕੰਟਰੋਲ ਹੈਗਾ, ਅਸੀਂ ਬੰਦ ਕਿਉਂ ਨਹੀਂ ਕਰ ਲਈਦਾ। ਹਾਂਜੀ ਹਾਂਜੀ, ਜੇ ਸਾਡਾ ਸਰੀਰ ਤੇ ਨਹੀਂ ਸਾਡਾ ਕੰਟਰੋਲ, ਤੇ ਫਿਰ ਦੂਜਿਆਂ ਤੇ ਕਿੱਥੋਂ ਕੰਟਰੋਲ ਕਰ ਲਾਂਗੇ? ਉਹ ਤੇ ਅਗਿਆਨ ਹੈ ਨਾ। ਹਾਂਜੀ, ਇਹ ਤੇ ਹੁਣ ਅਸੀਂ ਸਾਹ ਕਿਹੜਾ ਆਪਣੀ ਮਰਜ਼ੀ ਨਾਲ ਲੈਂਦੇ ਆ, ਆਪਣੇ ਆਪ ਹੀ ਆਉਂਦੇ ਆ। ਹਾਂ ਬਿਲਕੁਲ, ਹਾਂਜੀ ਹਾਂਜੀ, ਖੂਨ ਵੀ ਤੇ ਸਾਡੇ ਕਹਿਣ ਤੇ ਥੋੜੀ ਸਾਡੇ ਸਰੀਰ 'ਚ ਚੱਲਣ ਦਿਆ, ਉਹ ਵੀ ਤਾਂ ਆਪਣੇ ਆਪ ਹੀ ਚੱਲਣ ਦਿਆ। ਰਾਤ ਨੂੰ ਸੌਂ ਜਾਂਦੇ ਤਾਂ ਵੀ ਸਾਹ ਚੱਲਣ ਦੀ, ਇਹਦਾ ਮਤਲਬ ਕੋਈ ਚੀਜ਼ ਤੇ ਕੰਟਰੋਲ ਕਰ ਰਹੀ ਹੈ। ਹਾਂਜੀ ਹਾਂਜੀ, ਉਹਦੇ ਹੁਕਮ ਦੇ ਅੰਦਰ ਹੀ ਚੱਲਣ ਦਿਆ ਸਭ ਕੁਛ। ਬਿਲਕੁਲ, ਪ੍ਰੋਬਲਮ ਤੇ ਹਾਂ, ਤੇ ਹੁਣ ਹੁਕਮ ਅੰਦਰ ਸਭ ਕੁਝ ਤੇ ਬਾਹਰ ਹੁਕਮ ਨਾ ਕੋਈ। ਪਰ ਜਦੋਂ ਅਸੀਂ ਸੋਚਦੇ ਕਿ ਸਾਡੇ ਅਨੁਸਾਰ ਚੱਲੇ, ਤੇ ਇਹਦਾ ਮਤਲਬ ਕਿ ਅਸੀਂ ਚਾਹੁੰਦੇ ਕਿ ਸਾਡੇ ਹੁਕਮ 'ਚ ਚੱਲੇ। ਇਹੋ ਗੱਲ ਹੈ, ਇਹੋ ਤਾਂ ਫਰਕ ਹੈ। ਬਸ ਇਹੀ ਤਾਂ ਮੰਨਣਾ ਵੀ ਜੋ ਕਰ ਰਿਹਾ ਹੈਗਾ ਉਹ ਠੀਕ ਆ, ਜੋ ਭਾਵੇ ਨਾਨਕਾ ਸਾਈ ਗੱਲ ਚੰਗੀ ਹੈ। ਉਹਨੇ ਦੁੱਖ ਦੇਤਾ, ਸੁੱਖ ਦੇਤਾ, ਤੇ ਬਸ ਉਹਦੇ ਹੁਕਮ ਵਿੱਚ ਆਏ, ਅਸੀਂ ਉਸ ਨੂੰ ਮੰਨੀਏ। ਬਸ ਇਹਦੇ ਵਿੱਚ ਹੀ ਸੁੱਖ ਆ ਸਾਡਾ, ਕਿ ਉਸ ਨੂੰ ਅਸੀਂ ਠੀਕ ਸਮਝੀਏ ਜੀ। ਠੀਕ ਹੈ ਜੀ, ਠੀਕ। ਓਕੇ ਗਿੱਲ ਸਾਹਿਬ, ਅੱਜ ਦੀ ਵਿਚਾਰ ਇੱਥੇ ਹੀ ਸਮਾਪਤ ਕਰੀਏ। ਬਹੁਤ ਵਧੀਆ ਜੀ, ਬਹੁਤ ਜ਼ਿਆਦਾ ਵਧੀਆ ਅੱਜ ਦੇ ਵਿਚਾਰ। ਹੁਣ ਗਿੱਲ ਸਾਹਿਬ ਜਿਹੜੇ ਹੈਗੇ ਬਹੁਤ ਵਧੀਆ ਕਰਦੇ ਆ, ਇਹ ਤਾਂ ਮੈਨੂੰ ਤਾਂ ਸੁਣਨ 'ਚ ਬਹੁਤ ਆਨੰਦ ਆਇਆ। ਬਹੁਤ ਬਹੁਤ ਗਿੱਲ ਸਾਹਿਬ ਸ਼ੁਕਰੀਆ ਬਹੁਤ ਬਹੁਤ ਤੁਹਾਡਾ। ਤੁਹਾਡਾ ਰਿਟਾਇਰ ਹੋਣ ਦਾ ਇਰਾਦਾ ਹੋਣਾ ਵੀਰ ਜੀ? ਬਸ ਬਹੁਤ ਵਧੀਆ ਕੀ ਆ, ਦੇਖੋ ਪਤਾ ਕੀ ਹੈ ਸਾਧ ਸੰਗਤ ਜੀ, ਜੀਵਨ ਦੇ ਵਿੱਚ ਹਰ ਇੱਕ ਟੇਸਟ ਵੇਖਣਾ ਚਾਹੀਦਾ। ਹਰ ਇੱਕ ਬੰਦੇ ਦਾ ਦ੍ਰਿਸ਼ਟੀਕੋਣ ਹੁੰਦਾ। ਜਿੱਥੇ ਮੇਰੀ ਆਪਣੀ ਸੋਚ ਆ, ਗਿੱਲ ਸਾਹਿਬ ਦੀ ਆਪਣੀ ਆ, ਨਿੱਜਰ ਸਾਹਿਬ ਦੀ ਆਪਣੀ ਆ, ਤੁਹਾਡੀ ਹਰ ਇੱਕ ਦੀ ਆਪਣੀ। ਇਸੇ ਕਰਕੇ ਤੇ ਜੀਵਨ 'ਚ ਸਵਾਦ ਆ ਕਿ ਜੇ ਦੇਖੋ ਜੀਵਨ ਇੱਕ ਹੀ ਵਰਗਾ ਹੋ ਜਾਊਗਾ ਤੇ ਜ਼ਿੰਦਗੀ 'ਚ ਸਵਾਦ ਕਿੱਥੋਂ ਰਹਿਣਾ? ਉਹ ਤੇ ਸਭ ਕੁਝ ਖਤਮ ਹੋ ਜਾਣਾ। ਤੁਸੀਂ ਸਾਰੀ ਦੁਨੀਆ ਦੇ, ਆਪਾਂ ਲੋਕੀ ਕਹਿੰਦੇ ਨਾ ਚੰਗੇ ਲੋਕ ਹੋ ਜਾਣਾ, ਚੰਗੇ ਲੋਕ ਹੋ ਜਾਣਾ। ਤੁਸੀਂ ਚੰਗੇ ਭਾਦੋ ਸਾਰੀ ਧਰਤੀ ਤੇ, ਇਹ ਧਰਤੀ ਉੱਧਰ ਹੀ ਖਤਮ ਹੋ ਜਾਣੀ ਆ। ਬਿਲਕੁਲ, ਇਹ ਚੰਗਿਆਈ ਤੇ ਬੁਰਾਈ ਜਿਹੜੀ ਹੈ ਬੈਲੈਂਸਿੰਗ ਚੱਲ ਰਹੀ ਹੈ, ਔਰ ਉਹਦੇ ਕਰਕੇ ਜੀਵਨ 'ਚ ਸੰਘਰਸ਼ ਹੈ। ਹੁਣ ਦੇਖੋ ਖੂਬਸੂਰਤੀ ਹੈ ਤੇ ਘੱਟ ਖੂਬਸੂਰਤੀ ਵੀ ਹੈਗੀ ਆ, ਉਸੇ ਕਰਕੇ ਤੇ ਇੱਕ ਦੂਜੇ ਦੇ ਸਿਰ ਤੇ ਵੈਲਿਊ ਹੈਗੀ ਹੈ। ਹੁਣ ਸੋਨਾ ਥੋੜਾ ਬੱਤੇ ਵੇਖੋ ਦੀ ਕਿੰਨੀ ਡਿਮਾਂਡ ਹੈ ਨਿੱਜਰ ਸਾਹਿਬ। ਬਿਲਕੁਲ, ਇਹ ਪ੍ਰਕਿਰਤੀ ਦਾ ਨਾ ਆਪਾਂ ਅੱਜ ਨਹੀਂ ਆਪਾਂ ਸਮਝਦੇ ਨਹੀਂ ਪਏ।
ਇੱਕ ਜੇ ਧਿਆਨ ਨਾਲ ਵੇਖਿਆ ਜਾਵੇ ਤੇ ਜੇ ਮੱਛਰ ਹੈਗੇ ਮੱਖੀਆਂ ਹੈਗੀਆਂ ਤੇ ਇਹਦਾ ਵੀ ਕੋਈ ਕਾਰਨ ਹੈਗਾ ਹੈ, ਪਰ ਸਾਨੂੰ ਪਤਾ ਨਹੀਂ ਹੈ। ਸਹੀ ਨੇ ਜੀ ਸਾਹਿਬ? ਬਿਲਕੁਲ ਠੀਕ ਹੈ ਜੀ, ਬਿਲਕੁਲ ਠੀਕ ਹੈ। ਉਹਦੇ ਬਗੈਰ ਤਾਂ ਜਿਹੜਾ ਅਨਬੈਲੈਂਸ ਹੋ ਜਾਂਦਾ, ਤਾਂ ਹੀ ਤਾਂ ਇਹ ਕਰੋਨਾ ਵਗੈਰਾ ਇਹ ਵੀ ਆਇਆ, ਇਹਨੇ ਬੈਲੈਂਸ ਕਰਨ ਵਾਸਤੇ ਤਾਂ ਆਇਆ ਹੈ। ਹਾਂ, ਕਹਿਣ ਤੋਂ ਭਾਵ ਹੈ ਕਿ ਕਈ ਚੀਜ਼ਾਂ ਜਿਹੜੀਆਂ ਨਾ ਆਪਾਂ ਵੇਖਦੇ ਹਾਂ, ਮੈਂ ਵੇਖਦਾ ਵਾ ਕਿ ਜਿੱਥੇ ਜੇ ਬੁਰਾਈ ਵੀ ਹੈਗੀ ਆ ਤੇ ਚੰਗਿਆਈ ਵੀ ਬਹੁਤ ਜ਼ਿਆਦਾ ਵਾ, ਪਰ ਇਹ ਆ ਕਿ ਸਾਨੂੰ ਇਸ ਕਰਕੇ ਦਿਖਦੀ ਨਹੀਂ ਹੈ ਕਿ ਸਾਡਾ ਆਪਣਾ ਜਿਹੜਾ ਵਾ ਸ਼ੀਸ਼ਾ ਉਹ ਗੰਦਾ ਵਾ। ਜਦੋਂ ਸਾਡਾ ਸਾਫ਼ ਹੋ ਗਿਆ ਨਾ ਥੋੜਾ ਜਿਹਾ ਸ਼ੀਸ਼ਾ, ਤੇ ਸਾਨੂੰ ਪਤਾ ਲੱਗਣਾ ਕਿ ਦੁਨੀਆ ਚੰਗੇ ਬੜੇ ਨੇ ਲੋਕ ਧਰਤੀ ਤੇ, ਮਾੜੇ ਘੱਟ ਆ। ਹੁਣ ਤੁਸੀਂ ਇੱਕ ਘਰ ਆ, ਕਿੱਡਾ ਵਧੀਆ ਰੰਗ ਫੇਰਿਆ, ਤੇ ਥੋੜਾ ਜਿਹਾ ਧੱਬਾ ਲੱਗਿਆ ਨਾ, ਤਾਂ ਸਭ ਤੋਂ ਪਹਿਲਾਂ ਤੁਹਾਨੂੰ ਧੱਬਾ ਹੀ ਦਿਖਾਈ ਦੇਣਾ, ਤੁਹਾਨੂੰ ਘਰ ਨਹੀਂ ਦਿਖਾਈ ਦੇਣਾ। ਬਿਲਕੁਲ। ਉਹ ਇੱਕ ਨਾ ਮਾਸਟਰ ਸੀ, ਉਹਨੇ ਨਾ 100 ਦੀ ਗਿਣਤੀ ਲਿਖੀ, 1 ਤੋਂ ਲੈ ਕੇ ਤੇ 100 ਤੱਕ ਗਿਣਤੀ ਲਿਖੀ, ਤੇ ਉਹ ਬੱਚਿਆਂ ਨੂੰ ਲੈ ਕੇ ਤੇ ਜੇ ਬੈਠਾ ਹੀ ਤੇ ਕਹਿੰਦਾ ਬੱਚੇ ਵੇਖੋ ਇੱਧਰ ਭਲਾ ਕੀ ਲਿਖਿਆ। ਕਹਿੰਦੇ ਮਾਸਟਰ ਜੀ ਉਹ ਵੇਖੋ ਗਲਤੀ ਤੁਸੀਂ ਲਿਖਿਆ, ਉੱਥੇ ਨਾ 74 ਆਉਣਾ ਸੀ, ਤੁਸੀਂ 5 ਲਿਖਿਆ ਵਾ, 2 ਹੀ ਲਿਖਦਾ ਵਾ। ਉਹ ਕਹਿੰਦਾ ਕਿ ਸਾਰੀ ਕਲਾਸ ਨੇ ਹਾਂਜੀ ਟੀਚਰ ਜੀ ਸਹੀ ਹੈ ਗਲਤੀ ਕੀਤੀ ਆ। ਉਹ ਫਿਰ ਕਹਿੰਦਾ ਕਿ ਬਹਿ ਜਾਓ, ਮੈਨੂੰ ਪਤਾ, ਮੈਂ ਜਾਣ ਕੇ ਲਿਖਿਆ, ਜੇ ਮੈਂ ਸਾਰਾ ਲਿਖ ਸਕਦਾ ਮੈਂ ਵੀ ਸਹੀ ਲਿਖ ਸਕਦਾ। ਪਰ ਕਹਿੰਦਾ ਪਰ ਤੁਹਾਡੀ ਇੱਕ ਆਦਤ ਬਣ ਚੁੱਕੀ ਆ, ਇਨਸਾਨ ਦੀ ਇੱਕ ਆਦਤ ਆ, ਇਹ ਹਮੇਸ਼ਾ ਹੀ ਬੁਰਾਈ ਵੇਖਦਾ। ਬਿਲਕੁਲ, ਬਹੁਤ ਵਧੀਆ। ਕਹਿੰਦਾ 99 ਅੱਖਰ ਮੈਂ ਸਹੀ ਲਿਖੇ ਆ, ਪਰ ਤੁਹਾਨੂੰ ਉਹ ਨਹੀਂ ਦਿਖੇ। ਤੁਸੀਂ ਗਲਤ ਚੀਜ਼ ਨੂੰ ਵੇਖਣ ਦੇ ਆਦੀ ਜੋ, ਇਹ ਤੁਹਾਡਾ ਨਾ ਅੰਤਰੀਕਰਨ ਚ ਤੁਸੀਂ ਇੱਕ ਆਦਤ ਪਾ ਚੁੱਕੇ ਜੋ। ਤੁਸੀਂ ਜੇਕਰ ਚੰਗਿਆਈ ਵੇਖੋ ਨਾ, ਇੱਕ ਬੰਦੇ ਚ 100 ਗੁਣ ਜੇ ਹੈਗੇ ਆ ਤੇ ਉਹ ਚ 95 ਗੁਣ ਉਹ ਚੰਗੇ ਨੇ, ਕੇਵਲ 5 ਗੁਣ ਹੀ ਮਾੜੇ ਨੇ। ਤੁਸੀਂ ਪਰ 95 ਨਹੀਂ ਵੇਖਣਾ ਚਾਹੁੰਦੇ, ਤੁਸੀਂ ਤੇ 5 ਹੀ ਵੇਖਦੇ। ਇਹੋ ਤੇ ਪ੍ਰੋਬਲਮ ਹੈ ਦੁਨੀਆ ਚ, ਹੋਰ ਕਾਹਦੀ ਪ੍ਰੋਬਲਮ ਹੈ? ਬਿਲਕੁਲ ਇਹੀ ਪ੍ਰੋਬਲਮ ਹੈ ਜੀ। ਹੁਣ ਇੱਕ ਚੀਜ਼ ਹੋਰ ਸੋਚੋ, ਹੁਣ ਮੇਰੇ ਚ ਕਈ ਔਗਣ ਹੈਗੇ, ਮੈਨੂੰ ਪਤਾ, ਜੇਕਰ ਜਾਣਨ ਦੇ ਬਾਵਜੂਦ ਮੈਂ ਆਪਣੇ ਔਗਣਾਂ ਦਾ ਤਿਆਗ ਨਹੀਂ ਕਰ ਪਾ ਰਿਹਾ, ਤੇ ਮੈਂ ਦੂਜੇ ਤੋਂ ਕਿੱਦਾਂ ਐਕਸਪੈਕਟ ਕਰਦਾ ਕਿ ਗਿੱਲ ਸਾਹਿਬ ਨਿੱਜਰ ਸਾਹਿਬ ਵੀ ਔਗਣਾਂ ਦਾ ਤਿਆਗ ਕਰਦਾ? ਇੱਕ ਤੇ ਸੋਚੋ। ਠੀਕ ਹੈ ਨਿੱਜਰ ਸਾਹਿਬ? ਬਿਲਕੁਲ ਸਹੀ ਹੈ ਜੀ, ਬਹੁਤ ਵਧੀਆ। ਔਰ ਜੇ ਮੈਨੂੰ ਪਤਾ ਮੇਰੇ ਤੇ 5 ਔਗਣ ਨੇ, ਇਹਦੇ ਬਾਵਜੂਦ ਮੈਂ ਆਪਣੇ ਆਪ ਨੂੰ ਪਿਆਰ ਕਰਦਾ, ਮੈਂ ਨਫ਼ਰਤ ਥੋੜੀ ਕਰਦਾ ਆਪਣੇ ਆਪ ਤੋਂ। ਫਿਰ ਆਪਾਂ ਲੋਕਾਂ ਨੂੰ ਕਿਉਂ ਨਫ਼ਰਤ ਕਰਦੇ ਹਾਂ? 5 ਔਗਣਾਂ ਦੇ ਕਰਕੇ। ਠੀਕ ਹੈ ਨਿੱਜਰ ਸਾਹਿਬ? ਬਿਲਕੁਲ, ਇਹੀ ਤਾਂ ਗੱਲ ਹੈ। ਆ ਨੁਕਤਾ ਜੇ ਫੜਿਆ ਜਾਏ ਨਾ, ਤੇ ਬੰਦਾ ਜਿਹੜਾ ਹੈਗਾ ਛਾਲਾ ਮਾਰਦਾ ਜਿਹੜਾ ਹੈਗਾ ਅੱਗੇ ਵੱਧ ਜਾਏਗਾ। ਹਾਂ, ਇਸ ਸਮਾਧੀ ਦੇ ਵਿੱਚ ਬਹੁਤ ਛੇਤੀ ਪ੍ਰੋਗਰੈਸ ਹੋਣੀ। ਹੁਣ ਵੇਖੋ ਆਪਣੇ ਚ 5 ਦਾ, ਤੁਸੀਂ ਵੇਖੋ ਨਿੱਜਰ ਸਾਹਿਬ, ਮੈਂ ਵੇਖਾਂ ਗਿੱਲ ਸਾਹਿਬ, ਸਾਰੀ ਸੰਗਤ ਵੇਖੇ, ਸਾਡੇ ਚ ਕਿੰਨੇ ਔਗਣ ਹੈ। ਜੇਕਰ ਅਸੀਂ ਇਹ ਜਾਣਦੇ ਹੋਏ ਵੀ ਉਹਨਾਂ ਔਗਣਾਂ ਦਾ ਤਿਆਗ ਨਹੀਂ ਕਰ ਪਾ ਰਹੇ, ਤੇ ਇਹਦੇ ਬਾਵਜੂਦ ਅਸੀਂ ਆਪਣੇ ਨੂੰ ਪਿਆਰ ਕਰਦੇ, ਅਸੀਂ ਤੇ ਨਹੀਂ ਆਪਣੇ ਆਪ ਤੋਂ ਨਫ਼ਰਤ ਕਰਦੇ, ਪਰ ਅਸੀਂ ਦੂਜਿਆਂ ਨੂੰ ਕਹਿੰਦੇ ਆ ਵੀ ਤੂੰ ਔਗਣਾਂ ਦਾ ਤਿਆਗ ਕਰ। ਪਰ ਇਹਦਾ ਸਵਾਲ ਤੋਂ ਪਹਿਲਾਂ ਤਾਂ ਆਪਾਂ ਪੁੱਛੀਏ ਆਪਣੇ ਆਪ ਨੂੰ, ਅਸੀਂ ਆਪਣੇ ਔਗਣਾਂ ਦਾ ਤਿਆਗ ਕਰਤਾ? ਬਿਲਕੁਲ। ਤੇ ਦੂਜਾ ਵੀ ਤੂੰ ਸਾਡੇ ਵਰਗਾ ਹੀ ਆ, ਉਹ ਕਿਹੜਾ ਫਰਾਂਸ ਚੋਂ ਆਇਆ? ਠੀਕ ਹੈ? ਬਿਲਕੁਲ ਠੀਕ ਹੈ ਜੀ, ਬਿਲਕੁਲ ਠੀਕ ਹੈ। ਚਲੋ ਅੱਜ ਦੀ ਵਿਚਾਰ ਫਿਰ ਅੱਜ ਦੀ ਇੱਥੇ ਸਮਾਪਤੀ ਕਰੀਏ। ਤੇ ਐਕਸਪੈਰੀਮੈਂਟ ਹੋਇਆ ਸੀ ਨਿੱਜਰ ਸਾਹਿਬ ਦੇ ਵੱਲੋਂ, ਚਲੋ ਧੱਕਾ ਧੁੱਕਾ ਲਾ ਕੇ ਗੱਡੀ ਚਲਾਈ ਆ। ਨਹੀਂ, ਮੇਰਾ ਵੀ ਦਿਮਾਗ ਜਿਹੜਾ ਹੁੰਦਾ ਮੈਂ ਵੀ ਜ਼ਿਆਦਾ ਧਿਆਨ ਨਹੀਂ ਦਿੰਦਾ, ਤੇ ਅੱਜ ਫਿਰ ਮੈਂ ਚਾਹੁੰਦਾ ਸੀ ਕਿ ਕਥਾ ਜਿੱਦਾਂ ਚੱਲਣ ਦੀ ਉਦਾਂ ਚੱਲਣ ਦੀ। ਅੱਜ ਦੀ ਕਥਾ ਤਾਂ ਬਿਲਕੁਲ ਅੱਜ ਜੋ ਪ੍ਰਮਾਤਮਾ ਦਾ ਹੁਕਮ ਸੀ ਬਹੁਤ ਵਧੀਆ ਕੁਝ ਹੋਇਆ, ਔਰ ਅਸੀਂ ਉਹ ਚ ਖੁਸ਼ ਹਾਂ। ਬਹੁਤ ਵਧੀਆ ਜੀ, ਬਹੁਤ ਵਧੀਆ। ਮੈਂ ਤਾਂ ਕਹਿੰਦਾ ਅੱਜ ਦੀ ਗੱਲਾਂ ਜਿਹੜੀਆਂ ਹੈ ਨਾ, ਮੈਂ 2-3 ਵਾਰੀ ਸੁਣੂਗਾ। ਬਹੁਤ, ਮੈਂ ਤਾਂ ਰਸਤੇ 'ਚ ਸੁਣਦਾ ਆ ਰਿਹਾ ਸੀਗਾ, ਮੇਰੇ ਤੇ ਅੱਖਾਂ ਖੁੱਲ ਗਈਆਂ। ਬਹੁਤ ਕਮਾਲ ਕੀਤਾ ਪਿਆ। ਅੱਛਾ, ਚਲੋ ਬਹੁਤ ਵਧੀਆ। ਬਸ ਇਹੋ ਹੀ ਆ, ਥੋੜੀਆਂ ਜੀ ਗੱਲਾਂ ਮੈਂ ਸਾਧ ਸੰਗਤ ਜੀ ਤੁਹਾਨੂੰ ਫੇਰ ਦੱਸਣਾ ਚਾਹੁੰਦਾ ਵਾਂ। ਤੁਹਾਡੇ ਕੋਲ 2 ਚੀਜ਼ਾਂ ਹੈਗੀਆਂ ਨੇ, ਮੇਰੀਆਂ ਗੱਲਾਂ 2 ਹੀ ਨੇ। ਇੱਥੇ ਕੋਈ ਪ੍ਰਕੂਸ਼ ਵੇਖਣ ਦੀ ਗੱਲਾਂ ਨਹੀਂ ਆਏ। ਲੋਕ ਬੱਚਿਆਂ ਦੀਆਂ ਗੱਲਾਂ ਕਰੀ ਜਾਂਦੇ ਨੇ, ਉਹ ਵੇਖੋ ਉੱਥੇ ਭੱਜ ਜਾਓ, ਜਾਪ ਕਰ ਲਓ। ਉਹ ਕਿਹਦਾ ਜਾਪ ਕਰਨਾ? ਪਰਮਾਤਮਾ ਨੂੰ ਜਾਪ ਨਾ ਕੋਈ ਜਾਣ ਸਕਦਾ? ਅਸੀਂ ਕਿਸੇ ਨੂੰ ਕੁਛ ਨਹੀਂ ਕਹਿਣਾ। ਥੋੜੀਆਂ ਆਪਣੀਆਂ ਜਿਹੜੀਆਂ ਅਸੀਂ ਕਰਤੂਤਾਂ ਨਾ ਆਪਣੀਆਂ ਉਹ ਸਹੀ ਕਰਨੀਆਂ ਵਾ, ਕੁਛ ਨਹੀਂ ਜੇ ਕਰਨਾ। ਗੱਲੀ ਚੰਗੀਆਂ, ਗੱਲੀਆਂ ਅਸੀਂ ਚੰਗੀਆਂ, ਹਾਂ ਚਾਰ ਹੀ ਬੁਰੀਆਂ। ਗੱਲੀਆਂ ਅਸੀਂ ਚੰਗੀਆਂ, ਆਚਾਰ ਹੀ ਬੁਰੀਆਂ। ਹਾਂ, ਅਸੀਂ ਬਾਣੀ ਕੀ ਕਹਿੰਦੀ ਆ, ਤੂੰ ਸਭ ਤੋਂ ਪਹਿਲਾਂ ਸੱਚ ਲਿਆ ਆਪਣੇ ਜੀਵਨ, ਸੱਚ ਲੈ ਕੇ ਆ। ਕੁਛ ਵੀ ਨਹੀਂ ਕਰਨ ਦੀ ਲੋੜ। ਤੁਸੀਂ ਸੱਚ ਬੋਲਣਾ ਸ਼ੁਰੂ ਕਰਤਾ, ਤੁਹਾਡੇ ਵਿਚਾਰ ਵੀ ਖਤਮ ਹੋਏ ਨੇ। ਵਿਚਾਰ ਕਿਉਂ ਨੇ? ਕਿਉਂਕਿ ਅਸੀਂ ਝੂਠ ਮਾਰ ਰਹੇ ਹਾਂ। ਹੁਣ ਜਿਹੜੀ ਚੀਜ਼ ਕੱਢੀ ਉੱਥੇ ਪਾ ਦੋ, ਉਹ ਤੇ ਸਹੀ ਹੈ, ਪਰ ਜਦੋਂ ਉਹ ਜਗ੍ਹਾ 'ਚ ਆਪਾਂ ਕੁਛ ਹੋਰ ਪਾਉਂਦੇ ਆ, ਫਿਰ ਸਾਨੂੰ ਕੀ ਕਰਨਾ ਪੈਂਦਾ? ਉੱਥੇ ਸੀਮੈਂਟ ਲਾਉਣਾ ਪੈਂਦਾ ਵਾ, ਪਲਸਤਰ ਕਰਨਾ ਪੈਂਦਾ ਵਾ, ਉੱਥੇ ਕਲੀ ਫੇਰਨੀ ਪੈਂਦੀ ਆ, ਰੰਗ ਫੇਰਨਾ ਪੈਂਦਾ ਵਾ, ਕਈ ਜੱਬ, ਕਿਉਂਕਿ ਉਹ ਚੀਜ਼ ਆਪਾਂ ਸਹੀ ਕੱਢ ਲਈ ਉੱਥੋਂ।
ਹੁਣ ਸੱਚ ਬੋਲ ਤੇ ਗੱਲ ਖਤਮ ਹੋ ਗਈ। ਹੁਣ ਘਰ ਦੇ ਵਿੱਚ ਜੇ ਚਾਹੁੰਦੇ ਜੋ ਬਰਕਤ ਲਿਆਉਣੀ, ਸੱਚ ਬੋਲੋ, ਆਪਣੇ ਇੱਕ ਦੂਜੇ ਨਾਲ, ਆਪਣੇ ਨੂੰ ਬੈਠ ਕੇ ਡਿਸਕਸ ਕਰੋ। ਅੱਜ ਮੈਂ ਇੱਕ ਨਾ ਕੁੜੀ ਨਾਲ ਗੱਲ ਕਰਨ ਦਿਆ ਸਾਂ ਤੇ ਉਹਦੇ ਘਰ ਦੇ ਨੇ ਕੁਛ ਏਦਾਂ ਦੀ ਗੜਬੜ ਕੀਤੀ, ਸ਼ਰਾਬ ਪੀ ਕੇ ਉਹ ਬੱਚਿਆਂ ਵਿੱਚ ਨੂੰ ਕੁੱਟ ਕੱਢ ਦਿੱਤਾ। ਤੇ ਮੈਂ ਉਹਨੂੰ ਸਮਝਾਇਆ, ਮੈਂ ਉਸ ਔਰਤ ਨੂੰ ਸਮਝਾਇਆ ਪਿਆਰ ਨਾਲ ਕਿ ਮੈਂ ਪਹਿਲੀ ਗੱਲ ਤੇ ਤੁਸੀਂ ਨਾ ਆਪਣੇ ਹਸਬੈਂਡ ਨੂੰ ਫੋਨ ਕਰੋ, ਉਹਨੂੰ ਪਿਆਰ ਨਾਲ ਸਮਝਾਓ। ਇਹ ਗੱਲ ਉਹ ਸਹੀ ਸੀ, ਉਹਨੇ ਗੱਲ ਕੀਤੀ ਔਰ ਮੈਂ ਵੀ ਹੈਰਾਨ ਹੋ ਗਿਆ। ਉਸ ਲੇਡੀਜ਼ ਨੇ ਬੜੇ ਤਰੀਕੇ ਨਾਲ ਗੱਲ ਕੀਤੀ ਔਰ ਉਹ ਅਗਲਾ ਬੰਦਾ ਵੀ ਸਮਝਿਆ ਗੱਲ ਨੂੰ। ਬੜੀ ਗੱਲ ਨਿੱਜੇ ਸਭ ਸਮਝਾਉਣ ਥੋੜਾ ਫਰਕ ਹੁੰਦਾ ਜੀ। ਬਿਲਕੁਲ। ਤੇ ਉਸ ਦੋਨਾਂ ਦਾ ਮਸਲਾ ਹੱਲ ਹੋ ਗਿਆ ਤੇ ਮੈਂ ਬੜਾ ਖੁਸ਼ ਹੋਇਆ ਕਿ ਵੀਰ ਜੀ ਉਹਨਾਂ ਨੇ ਮੇਰੀ ਗੱਲ ਮੰਨ ਲਈ ਕਿ ਉਹ ਜਿਹੜੀ ਉਹਨਾਂ ਨੇ ਗਲਤੀ ਕੀਤੀ ਆ ਉਹਨਾਂ ਨੂੰ ਅਹਿਸਾਸ ਹੋਇਆ ਔਰ ਉਹ ਕਹਿੰਦਾ ਮੈਂ ਗਾਂ ਤੋਂ ਏਦਾਂ ਨਹੀਂ ਕਰਾਂਗਾ। ਕਈ ਵਾਰੀ ਨਿੱਜੇ ਸਭ ਗੱਲ ਕੁਛ ਵੀ ਨਹੀਂ ਹੁੰਦੀ, ਆਪਾਂ ਗੱਲ ਕਰਦੇ ਹੀ ਨਹੀਂ। ਹੁਣ ਜਿੱਦਾਂ ਤੁਹਾਡੇ ਨਾਲ ਮੈਨੂੰ ਪ੍ਰੋਬਲਮ ਆ, ਮੈਂ ਤੁਹਾਡੇ ਨਾਲ ਗੱਲ ਕਰਾਂ, ਮੈਂ ਤੁਹਾਨੂੰ ਕਹਾਂ ਨਿੱਜਰ ਸਾਹਿਬ ਜੀ ਤੁਸੀਂ ਏਦਾਂ ਨਾ ਕਰਿਆ ਕਰੋ, ਮੈਨੂੰ ਨਹੀਂ ਚੰਗਾ ਲੱਗਦਾ। ਤੁਸੀਂ ਕੀ ਕਰੋਗੇ, ਉਹ ਚੀਜ਼ ਦਾ ਹੱਲ ਵੀ ਕਰੋਗੇ। ਤੇ ਜਦੋਂ ਮੈਂ ਤੁਹਾਨੂੰ ਕਹਿ ਕੇ ਤੇ ਮਾਤਾ ਨੂੰ ਕਹਾਂ ਤੇ ਕੀ ਮਸਲੇ ਦਾ ਹੱਲ ਹੋਣਾ, ਉਹਦੀ ਚੁਗਲੀ ਹੋ ਗਈ। ਆਪਣਾ ਫਰਜ਼ ਬਣਦਾ ਕਿ ਜਿਹਦੇ ਨਾਲ ਆਪਾਂ ਨੂੰ ਪ੍ਰੋਬਲਮ ਹੈ ਉਹਦੇ ਨਾਲ ਗੱਲ ਕੀਤੀ ਜਾਵੇ ਡਾਇਰੈਕਟ ਕਿ ਭਈ ਆਹ ਗੱਲ ਈ ਇਹ ਤੂੰ ਦੱਸ ਇਹਦਾ ਕੋਈ ਹੱਲ ਹੈਗਾ ਵਾ ਜਾਂ ਆਪਾਂ ਬੈਠ ਕੇ ਕਰ ਲਈਏ। ਕਈ ਗੱਲਾਂ ਆਪਾਂ ਏਦਾਂ ਹੀ ਸਹੀ ਕਰ ਸਕਦੇ। ਜਦੋਂ ਆਪਾਂ ਲੋਕਾਂ ਨੂੰ ਦੱਸਦੇ ਹਾਂ ਕਿ ਫਲਾਣੇ ਨੇ ਮੇਰਾ ਏਦਾਂ ਕੀਤਾ, ਫਲਾਣੇ ਨੇ ਏਦਾਂ ਕੀਤਾ, ਤੇ ਉਹਦਾ ਤੇ ਹੱਲ ਕੁਝ ਨਹੀਂ ਨਿਕਲਣਾ, ਉਹ ਤੇ ਕਲੇ ਹੀ ਆ, ਉਹਦੀ ਚੁਗਲੀ ਹੋ ਗਈ। ਉਹ ਗੱਲ ਘੁੰਮੀ ਜਾਣੀ, ਤੁਹਾਡੀ ਗੱਲ ਘੁੰਮ ਕੇ ਤੁਹਾਡੇ ਕੋਈ ਆਈ ਜਾਣੀ, ਉਹਦਾ ਅੰਤ ਨਹੀਂ ਹੈਗਾ। ਹਾਂਜੀ ਬਿਲਕੁਲ ਠੀਕ ਹੈ ਜੀ। ਉਹ ਵਾਪਸ ਉਹਦੇ ਕੋਲ ਚਲੇ ਜਾਣੀ ਆ, ਉਹਨੇ ਫਿਰ ਉਹ ਦੋ ਚਾਰ ਆਪਣੀਆਂ ਲਾ ਕੇ ਦੱਸ ਦੇਣੀ ਅਗਲੇ ਨੇ ਤੇ ਉਹ ਫਿਰ ਹੋਰ ਗੱਲ ਜੇ ਵੱਧ ਜਾਣੀ ਤੁਹਾਡੀ। ਹਾਂ ਬਿਲਕੁਲ ਸਹੀ ਆ। ਹੁਣ ਸਾਧ ਸੰਗਤ ਜੀ ਦੋ ਗੱਲਾਂ ਅੱਜ ਜਿਹੜੀਆਂ ਕੰਮ ਦੀਆਂ ਦੱਸੀਆਂ ਨੇ ਤੁਹਾਨੂੰ, ਇੱਕ ਮਨ ਆ, ਇੱਕ ਚਿੱਤ ਆ, ਇੱਕ ਸੁਰਤੀ ਆ। ਜਿੰਨਾ ਚਿਰ ਤੱਕ ਤੁਹਾਡੀ ਸੁਰਤੀ ਚਿੱਤ ਦੇ ਵਿੱਚ ਆਈ ਚੀਜ਼ ਨੂੰ ਫੜਦੀ ਨਹੀਂ ਨਾ, ਉਹਨਾਂ ਚਿਰ ਤੱਕ ਚਿੱਤ ਤੇ ਭਾਵੇਂ ਕੁਛ ਵੀ ਆ ਜੇ ਕੋਈ ਫਰਕ ਨਹੀਂ ਪੈਂਦਾ। ਤੁਸੀਂ ਆਪਣੇ ਜੀਵਨ 'ਚ ਵੇਖੋ ਸਾਰਾ ਦਿਨ ਤੁਸੀਂ ਕਿੰਨੀਆਂ ਗੱਲਾਂ ਆਉਂਦੀਆਂ ਨੇ, ਤੁਸੀਂ ਫੜਦੇ ਨਹੀਂ ਜੋ। ਤੁਸੀਂ ਕੇਵਲ ਉਹਨਾਂ ਗੱਲਾਂ ਨੂੰ ਫੜਦੇ ਜੀ ਜਿਨ੍ਹਾਂ ਨੇ ਤੁਹਾਡੇ ਹੰਕਾਰ ਨੂੰ ਠੇਸ ਮਾਰੀ ਹੈ। ਜਿੱਦਾਂ ਤੁਸੀਂ ਸੋਚਿਆ ਸੀ ਉਦਾਂ ਹੋਇਆ ਨਹੀਂ, ਤੁਹਾਨੂੰ ਕੁਛ ਨਹੀਂ ਯਾਦ ਰਹਿਣਾ। ਗਰੋਸਰੀ ਲਿਆਂਦੀ ਆ, ਕਿੰਨੀ ਲੱਖਾਂ ਵਾਰੀ ਲਿਆਂਦੀ ਤੁਸੀਂ, ਤੁਹਾਨੂੰ ਯਾਦ ਨਹੀਂ ਰਹਿਣਾ। ਪਰ ਤੁਹਾਨੂੰ ਉਹ ਗੱਲਾਂ ਜਿਹੜੀਆਂ ਆਉਂਦੀਆਂ ਚਿੱਤੇ, ਜਿਹੜੀਆਂ ਤੁਸੀਂ ਕਰਨਾ ਚਾਹੁੰਦੇ ਸੀ ਪਰ ਹੋਈਆਂ ਨਹੀਂ, ਉਹ ਗੱਲਾਂ ਨੂੰ ਛੱਡਣ ਕੀ ਹੈ ਆਪਣਾ ਪੜਾਵਾ। ਜਦੋਂ ਆਪਾਂ ਛੱਡਦੇ ਹਾਂ ਹੌਲੀ ਹੌਲੀ ਕਰਕੇ ਜਿਹੜਾ ਚਲਾ ਚਿੱਤ ਆ ਉਹ ਸਾਫ਼ ਹੁੰਦਾ ਜਾਂਦਾ। ਜਦੋਂ ਚਿੱਤ ਸਾਫ਼ ਹੋ ਗਿਆ ਤੇ ਮਨ ਨੇ ਕੀ ਵੇਖਣਾ, ਜਦੋਂ ਹੈ ਹੀ ਨਹੀਂ ਕੁਛ। ਮਨ ਤੇ ਤਾਂ ਜੁੜੂਗਾ ਨਾ ਜਦੋਂ ਚਿੱਤ 'ਚ ਉਹ ਚੀਜ਼ ਜਾ ਕੇ ਪਕੜਦੀ ਹੈ। ਚਿੱਤ ਜਦੋਂ ਕਿਸੇ ਫੋਟੋ ਨੂੰ ਫੜ ਲੈਂਦਾ ਤੇ ਫੇਰ ਹੀ ਚਿੱਤ ਗੜਬੜ ਕਰਦਾ, ਉਹ ਤਾਂ ਚਿੱਤ ਕੁਛ ਵੀ ਨਹੀਂ ਕਰ ਸਕਦਾ। ਚਿੱਤ ਬਾਕੀ ਚੀਜ਼ ਆਊਗੀ ਜਾਊਗੀ, ਉਹਨੂੰ ਨਹੀਂ ਮਨ ਨੇ ਫੜਨਾ। ਮਨ ਨੇ ਕੇਵਲ ਉਹਨੂੰ ਫੜਨਾ ਵਾ ਜਿਹਨੂੰ ਚਿੱਤ ਨੇ ਕੈਪਚਰ ਕਰ ਲਿਆ। ਜਦੋਂ ਚਿੱਤ ਕੇ ਚੀਜ਼ ਨੂੰ ਫੜ ਲੈਂਦਾ ਵਾ, ਉਸ ਤੋਂ ਬਾਅਦ ਫਿਰ ਮਨ ਕੀ ਕਰਦਾ, ਉਹਨੂੰ ਵੇਂਹਦਾ ਵਾ, ਫਿਰ ਇਨਵੈਸਟੀਗੇਸ਼ਨ ਕਰਦਾ, ਫਿਰ ਉਹਨੂੰ ਛੱਡਣਾ ਨਹੀਂ ਚਾਹੁੰਦਾ। ਆਪ ਜੀ ਦੇਖੋ ਕੰਨ 'ਚ ਤੁਹਾਨੂੰ ਮੈਂ ਗਾਲ ਕੱਢਦਾ, ਤੁਹਾਡੇ ਚਿੱਤ 'ਚ ਚਲ ਗਈ। ਇਹ ਚਿੱਤ ਨੇ ਚੀਜ਼ ਨੂੰ ਛੱਡਣਾ ਥੋੜੀ ਹੈ। ਹੋ ਸਕਦਾ 2 ਮਹੀਨੇ 2-4 ਦਿਨ 8 ਘੰਟੇ 9 ਘੰਟੇ ਤੱਕ ਉਹ ਗੱਲ ਤੁਹਾਡੇ ਦਿਮਾਗ 'ਚ ਘੁੰਮਦੀ ਰਹੇ, ਚਿੱਤ 'ਚ ਘੁੰਮਦੀ ਰਹੇ, ਅੰਦਰ ਕੰਪਨ ਪੈਦਾ ਹੁੰਦੀ ਰਹੇ। ਹੌਲੀ ਹੌਲੀ ਕਰਕੇ ਧਿਆਨ ਸਿਮਰਨ ਦੇ ਵਿੱਚ ਤੁਹਾਡਾ ਚਿੱਤ ਸਾਫ਼ ਹੋ ਜਾਣਾ, ਲੀਕਾਂ ਲੂਕਾਂ ਬੰਦ ਹੋ ਜਾਣੀਆਂ। ਚਿੱਤ ਸਾਫ਼ ਤੇ ਤੁਸੀਂ ਬ੍ਰਹਮ ਹੋ ਗਏ। ਤੁਹਾਡੇ ਚ ਤੇ ਬ੍ਰਹਮ ਚ ਕੋਈ ਫਰਕ ਥੋੜੀ ਹੈਗਾ। ਬਾਣੀ ਤੇ ਕਹਿੰਦੀ ਜਬ ਹਮ ਹੋਤੇ ਤਬ ਤੁਮ ਨਹੀਂ, ਜਬ ਤੁਮ ਹੋਤੇ ਤਬ ਹਮ। ਨਿਰਵਿਚਾਰ ਚੀਜ਼ੋਂ ਤੁਸੀਂ ਹੋ ਜਾਂਦੇ, ਜਿੱਥੇ ਫਿਰ ਬ੍ਰਹਮ ਹੀ ਰਹਿ ਜਾਂਦਾ, ਤੁਸੀਂ ਥੋੜੀ ਹੈਗੇ ਜੋ। ਉੱਥੇ ਜਿਹੜਾ ਅਨੁਭਵ ਕਰਨ ਵਾਲਾ ਜਿਹਦਾ ਅਨੁਭਵ ਦੋਨੋਂ ਇੱਕ ਹੀ ਹੋ ਜਾਂਦੇ। ਤੇ ਇਹ ਚੀਜ਼ ਦਾ ਧਿਆਨ ਰੱਖਿਆ ਕਰੋ। ਬਸ ਧਿਆਨ ਸਿਮਰਨ ਦੇ ਵਿੱਚ ਆਪਾਂ ਕਿਸੇ ਨੂੰ ਕੁਛ ਨਹੀਂ ਕਰਨਾ। ਔਰ ਰਹੀ ਗੱਲ ਭਗਤੀ ਦੀ, ਭੁਗਤੀ ਨਾਲ ਪ੍ਰਮਾਤਮਾ ਨੂੰ ਕੁਛ ਨਹੀਂ ਕੀਤਾ ਜਾ ਸਕਦਾ। ਉਹਨੂੰ ਕੀ ਲੋੜ ਪਈ ਹੈ ਸਾਡਾ ਇਹ ਕਾਲਾ ਵਾਲੇ ਪਾਣੀ ਤੇ ਮਨਾ ਕੀਤਾ। ਇਹ ਕਾਲਾ ਆਉਣ ਦੇ ਨਾਲ, ਉੱਚੀ ਬੋਲਣ ਦੇ ਨਾਲ, ਸੁਰਾਂ ਚੁਕਾਉਣ ਦੇ ਨਾਲ, ਪ੍ਰਮਾਤਮਾ ਨੂੰ ਸੋਨਾ ਚਾਂਦੀ ਚੜਾਉਣ ਦੇ ਨਾਲ ਨਹੀਂ ਕੁਛ ਕੀਤਾ ਜਾ ਸਕਦਾ। ਉਹ ਖੁਸ਼ ਹੁੰਦਾ ਕਿ ਤੂੰ ਥੋੜੀ ਹੋਸ਼ ਜਾ, ਆਪਣੇ ਜੀਵਨ ਨੂੰ ਵੇਖ, ਆਪਣੇ ਅਗਿਆਨ ਦਾ ਤਿਆਗ ਕਰ ਦੇ। ਜਦੋਂ ਤੂੰ ਅਗਿਆਨ ਦਾ ਤਿਆਗ ਕਰਦਾ ਤੇ ਹੌਲੀ ਹੌਲੀ ਕਰਕੇ ਤੇਰਾ ਮਨ ਸ਼ਾਂਤ ਹੋ ਜਾਣਾ। ਜਦੋਂ ਸ਼ਾਂਤ ਹੋ ਗਿਆ ਤੈਨੂੰ ਸੱਚ ਝੂਠ ਦਾ ਆਪੇ ਗਿਆਨ ਹੋ ਜਾਣਾ, ਤੈਨੂੰ ਪੁੱਛਣ ਦੀ ਲੋੜ ਨਹੀਂ ਹੈ। ਇੰਨੀ ਗੱਲ ਹੈ, ਮਾੜੀ ਜੀ ਗੱਲ। ਠੀਕ ਹੈ ਜੀ ਸਾਧ ਸੰਗਤ, ਅੱਜ ਵਿਚਾਰ ਇੱਥੇ ਸਮਾਪਤ ਕਰੀਏ। ਠੀਕ ਹੈ ਜੀ, ਬਹੁਤ ਵਧੀਆ ਜੀ।